ਜਦੋਂ 26 ਦੀ ਘਟਨਾ ਵਾਪਰੀ 4 ਦਿਨ ਮੈਨੂੰ ਬਹੁਤ ਗਾਲਾਂ ਦਿੱਤੀਆਂ ਲੋਕਾਂ ਨੇ, ਮੈਨੂੰ ਇਨਬਾਕਸ 'ਚ ਆ ਕੇ ਕਿਹਾ ਤੈਨੂੰ ਵੀ ਦੇਖਾਂਗੇ, ਤੂੰ ਉਹਦੀ ਬਹੁਤ ਹਮਾਇਤ ਕਰਦਾ ਸੀ। ਜੋ ਕੁਛ ਉੱਥੇ ਹੋਇਆ ਉਹਦਾ ਸੱਚ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਉਹ ਸੱਚ ਕਿਹਦੇ ਹੱਕ 'ਚ ਜਾਂਦਾ, ਕਿਹਦੇ ਵਿਰੋਧ 'ਚ ਜਾਂਦਾ, ਇਹ ਫੈਸਲਾ ਜਿਹੜਾ ਉਹ ਲੋਕ ਕਰਨਗੇ। ਮੰਨ ਲਓ ਕਿ ਅਸੀਂ ਹਾਰ ਕੇ ਵੀ ਆ ਜਾਂਦੇ ਹਾਂ, ਕੀ कहूँगा गोदी मीडिया? ये कहूँगा कि बेचारे किसान इतने दिन रहकर चले गए और सरकार ने मांगे नहीं मानी, हम उनके साथ हैं, हमारी हमदर्दी, ये कहूँगा? वो कहूँगा भगा दिया मोदी ने, भगा दिया अमित शाह ने। मोदी का छीना 56 इंच से आज 60 इंच का हो गया। लोग आके कहन लग जाते ने कि भाई जी असी थोड़ी बड़ी इज्जत करते सी, पर तुसीं आ की गल करती। ਜਾਂ ਕੋਈ ਕਹਿ ਦਿੰਦਾ ਕਿ ਤੁਸੀਂ ਪੈਸੇ ਖਾ ਰਹੇ ਹੋ। ਪਹਿਲਾਂ ਤਾਂ ਦੀਪ ਸਿੱਧੂ ਨੂੰ ਇੱਕ ਹੀਰੋ ਦੇ ਵਜੋਂ ਬਣਾਇਆ ਜਾਂਦਾ ਜਿੱਦਾਂ ਤੁਸੀਂ ਕਹਿੰਦੇ ਹੋ, ਤੇ ਇੱਕ ਮਿੱਥੇ ਹੋਏ ਦਿਨ ਤੋਂ ਬਾਅਦ ਪੰਜਾਬੀ ਉਸ ਨੂੰ ਗਦਾਰ ਦਾ ਸਰਟੀਫਿਕੇਟ ਵੰਡਣ ਲੱਗੇ। ਜਦੋਂ ਉਹ ਦੀਪ ਸਿੱਧੂ ਨੇ ਕੰਮ ਕੀਤਾ, ਇਹ ਜਦੋਂ ਉਹਨਾਂ ਨੇ ਝੰਡਾ ਲਾਇਆ ਉਦੋਂ ਬਾਅਦ ਦੀਪ ਸਿੱਧੂ ਬੋਲਿਆ ਕਿ ਭਾਈ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਕਹਿਣਾ ਵੀ ਆ ਕੇ ਸਾਂਭ ਲਓ। ਮੈਨੂੰ ਲੱਗਦਾ ਕਿ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਉਹ ਗੱਲ ਸਾਂਭ ਲੈਣੀ ਚਾਹੀਦੀ ਸੀ। ਔਰ ਮੈਂ ਇਹ ਚਾਹੁੰਦਾ ਕਿ ਦੀਪ ਸਿੱਧੂ ਵਾਪਸ ਆਵੇ, ਕਿ ਜਿਹੜੇ ਸਾਡੇ ਕਿਸਾਨ ਲੀਡਰ ਨੇ, ਸਤਿਕਾਰਯੋਗ ਸਾਡੇ ਕਿਸਾਨ ਲੀਡਰ, ਉਹਨਾਂ ਨੂੰ ਦੀਪ ਸਿੱਧੂ ਨੂੰ, ਲੱਖੇ ਨੂੰ ਸੱਦਣਾ ਚਾਹੀਦਾ। ਉਹੀ ਜਥੇਬੰਦੀਆਂ ਨੇ ਜੋ ਦੀਪ ਸਿੱਧੂ ਨੂੰ ਸਟੇਜ ਤੋਂ ਬੋਲਣ ਤੋਂ ਮਨਾ ਕਰਦੀਆਂ ਸੀ, ਜਾਂ ਦੀਪ ਸਿੱਧੂ ਖੁਦ ਕਹਿੰਦਾ ਸੀ ਕਿ ਮੈਨੂੰ ਸਟੇਜ ਦੀ ਲੋੜ ਨਹੀਂ ਹੈਗੀ, ਮੇਰੇ ਕੋਲੇ ਲਾਈਵ ਪਲੇਟਫਾਰਮ ਹੈਗਾ, ਤੇ ਉਹ 26 ਤਰੀਕ ਤੋਂ ਇੱਕ ਦਿਨ ਪਹਿਲਾਂ ਦੀਪ ਸਿੱਧੂ ਨੂੰ ਉਹ ਲਾਈਵ ਪਲੇਟਫਾਰਮ ਕਿਉਂ ਨਹੀਂ ਦਿਖਿਆ ਹੈਗਾ? ਉਹਨੂੰ ਸਟੇਜ ਤੇ ਜਾਣਾ ਕਿੰਨਾ ਕੁ ਜ਼ਰੂਰੀ ਸੀ? ਮੇਰੇ ਨਾਲ ਇਹ ਸਵਾਲ ਨਾ ਕਰੋ। ਪਹਿਲਾਂ ਤਾਂ ਮੈਂ ਇਹ ਗੱਲ ਨੂੰ ਨਹੀਂ ਸਮਝ ਪਾ ਰਿਹਾ ਵੀ ਇਹ ਕੌਣ ਲੋਕ ਨੇ ਜਿਹੜੇ ਕਿਸਾਨ ਅੰਦੋਲਨ ਇੰਨਾ ਚੱਲ ਰਿਹਾ ਉਹਦੇ ਵਿੱਚ ਵੀ ਮਤਲਬ ਕਾਂਗਰਸੀ ਜਾਂ ਅਕਾਲੀ ਜਾਂ ਬੀਜੇਪੀ ਵਾਲੇ ਸਮਝਦੇ ਨੇ ਕਿ ਵੋਟਾਂ ਪੈਣਗੀਆਂ ਤੇ ਅਸੀਂ ਜਿੱਤ ਵੀ ਜਾਵਾਂਗੇ। ਜ਼ਿੰਦਾਬਾਦ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਦਾ ਮੇਰੇ ਵੱਲੋਂ ਜਾਨੀ ਹਰਮਨ ਕੁੰਨਰ ਵੱਲੋਂ ਪਿਆਰ ਭਰਿਆ ਸਵਾਗਤ। ਅੱਜ ਦੇ ਸਮੇਂ 'ਚ ਜੋ ਪੰਜਾਬ ਦੇ ਹਾਲਾਤ ਨੇ ਉਹ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਹੈਗੀ। ਅੱਜ ਦੇ ਸਮੇਂ ਜੋ ਮੁੱਦੇ ਤੇ ਮੁੱਦਾ ਬਣਦਾ ਜਾ ਰਿਹਾ, ਪੰਜਾਬ ਇਸ ਸਮੇਂ ਮੁੱਦਿਆਂ ਦੇ ਵਿੱਚ ਉਲਝ ਕੇ ਰਹਿ ਚੁੱਕਿਆ। ਅੱਜ ਅਸੀਂ ਤੁਹਾਨੂੰ ਜਿਸ ਇਨਸਾਨ ਦੇ ਨਾਲ, ਜਿਸ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ, ਉਹ ਨੇ ਪੰਜਾਬ ਦੇ ਮਸ਼ਹੂਰ ਡਾਇਰੈਕਟਰ, ਤੇ ਪਿਛਲੇ ਦਿਨੀ ਜੋ 26 ਜਨਵਰੀ ਨੂੰ ਦਿੱਲੀ ਦੇ ਵਿੱਚ ਕੁਝ ਘਟਨਾ ਹੋਈ, ਦੀਪ ਸਿੱਧੂ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਵਾਲੇ ਮਸ਼ਹੂਰ ਡਾਇਰੈਕਟਰ ਅਮਰਦੀਪ ਸਿੰਘ ਗਿੱਲ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਬਹੁਤ ਮਿਹਰਬਾਨੀ ਸਰ। ਅਗਰ ਮੈਂ ਸਟਾਰਟ ਕਰਾਂ ਕਿਸਾਨੀ ਅੰਦੋਲਨ ਤੋਂ, ਤਾਂ ਪਿਛਲੇ ਦਿਨੀ ਤੁਸੀਂ ਦੇਖਿਆ ਕਿ 26 ਜਨਵਰੀ ਨੂੰ ਜੋ ਘਟਨਾ ਹੋਈ, ਦੀਪ ਸਿੱਧੂ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੇ ਰਾਈਟ ਹੈਂਡ ਵੀ ਅਸੀਂ ਕਹਿਣ 'ਚ ਕੋਈ ਝਿਜਕ ਨਹੀਂ ਮਹਿਸੂਸ ਕਰਾਂਗੇ, ਤੁਸੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਵਾਲੇ ਹੋ। ਤੁਸੀਂ ਅੱਜ ਦੇ ਦਿਨ ਦੇ ਵਿੱਚ ਦੀਪ ਸਿੱਧੂ ਦੀ ਸੋਚ ਪੱਖੋਂ ਅਗਰ ਪੰਜਾਬ ਨੂੰ ਦੇਖਦੇ ਹੋ, ਜਾਂ ਅੰਦੋਲਨ ਨੂੰ, ਜਾਂ ਆਪ ਦੀ ਸੋਚ ਪੱਖੋਂ ਦੇਖਦੇ ਹੋ, ਤਾਂ ਮੈਂ ਅਗਰ ਇੱਕ ਸ਼ਬਦ ਦੇ ਵਿੱਚ ਪੁੱਛਣਾ ਚਾਹਾਂ ਤਾਂ ਅੱਜ ਦੇ ਸਮੇਂ 'ਚ ਤੁਸੀਂ ਕਿਸਾਨੀ ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਕਿਸਾਨੀ ਅੰਦੋਲਨ ਅੱਜ ਦੇ ਸਮੇਂ ਦਾ ਨਹੀਂਗਾ, ਇਹ ਬਹੁਤ ਪੁਰਾਣਾ। ਗੱਲ ਇਹ ਆ ਵੀ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਬੁੜਿਆਂ ਦੀ, ਪੁਰਾਣੇ ਆਪਣੇ ਬਜ਼ੁਰਗਾਂ ਦੀ ਗੱਲ ਹੁੰਦੀ ਆ ਕਿ ਉਹ ਬਿਮਾਰੀ ਸੀਗੀ ਕੇਰਾਂ ਉਹ ਦਬ ਗਈ ਸੀ, ਫਲਾਨੇ ਤੋਂ ਵੈਦ ਤੋਂ ਦਵਾਈ ਲਈ, ਫਿਰ ਉਹ ਭਾਈ 10 ਸਾਲ ਤਾਂ ਮੈਨੂੰ ਕੁਛ ਨਹੀਂ ਹੋਇਆ, 10 ਸਾਲਾਂ ਬਾਅਦ ਉਹ ਫੇਰ ਉੱਠ ਖੜੀ। ਮਤਲਬ ਬਜ਼ੁਰਗ ਜਦੋਂ ਬਿਮਾਰ ਹੁੰਦੇ ਆ ਉਹ ਕਿਸੇ ਇਹੋ ਜਿਹੀਆਂ ਬਿਮਾਰੀਆਂ ਬਾਰੇ ਗੱਲ ਕਰਦੇ ਹੁੰਦੇ ਆ। ਕਿਸਾਨੀ ਦੀਆਂ ਸਮੱਸਿਆਵਾਂ ਵੀ ਉੱਦਾਂ ਦੀਆਂ ਹੀ ਨੇ। ਜਦੋਂ ਤੋਂ ਸਰਕਾਰਾਂ ਬਣੀਆਂ ਨੇ, ਜਾਂ ਜਦੋਂ ਤੋਂ ਵੀ ਇਹ ਸਾਰਾ ਢਾਂਚਾ ਜਿਹੜਾ ਉਹ ਕੁਛ ਲੋਕਾਂ ਦੇ ਹੱਥ 'ਚ ਆਇਆ, ਹਾਕਮ ਧਿਰ ਦੇ ਹੱਥ 'ਚ ਆਇਆ, ਤੇ ਕਿਸਾਨਾਂ ਨੂੰ ਸਮੱਸਿਆਵਾਂ ਨੇ ਜਿਹੜੀਆਂ ਉਹ ਆਉਂਦੀਆਂ ਹੀ ਰਹੀਆਂ ਨੇ, ਔਰ ਅੰਦੋਲਨ ਆ ਜਿਹੜੇ ਉਹ ਸਮੇਂ-ਸਮੇਂ ਚੱਲਦੇ ਹੀ ਰਹੇ ਨੇ। ਕੁਛ ਰਾਹਤਾਂ ਮਿਲ ਜਾਂਦੀਆਂ ਸੀ, ਕੁਛ ਜਿਹਨੂੰ ਕਹਿੰਦੇ ਹੁੰਦੇ ਆ ਕਿ ਸਰਕਾਰ ਦੇ ਦਿੰਦੀ ਸੀ, ਕੁਛ ਕਿਸਾਨ ਸੀ ਜਿਹੜੇ ਉਹ ਪ੍ਰਾਪਤ ਕਰ ਲੈਂਦੇ ਸੀ। ਪਰ ਇਸ ਸਿਸਟਮ ਦੇ ਵਿੱਚ
ਕਦੇ ਵੀ ਕਿਸਾਨ ਨੇ ਜਿਹੜੇ ਉਹ ਐ ਨਹੀਂ ਹੋਏ ਕਿ ਅੱਜ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਜਾਂ ਅੱਜ ਅਸੀਂ ਪੂਰੀ ਤਰ੍ਹਾਂ ਖੁਸ਼ ਹਾਂ, ਲਓ ਵੀ ਆਪਣੇ ਸਾਰੇ ਧੋਣੇ ਧੋਤੇ ਗਏ। ਇਹੋ ਜਿਹਾ ਕੁਝ ਕਦੇ ਨਹੀਂ ਹੋਇਆ। ਵੈਸੇ ਇਸ ਸਿਸਟਮ ਦੇ ਵਿੱਚ ਕਿਸੇ ਲਈ ਵੀ ਇਹੋ ਜਿਹਾ ਕੁਝ ਕਦੇ ਨਹੀਂ ਹੋਇਆ, ਚਾਹੇ ਉਹ ਕਿਸਾਨ ਆ, ਚਾਹੇ ਉਹ ਮਜ਼ਦੂਰ ਆ, ਚਾਹੇ ਉਹ ਅਧਿਆਪਕ ਆ, ਚਾਹੇ ਉਹ ਮੁਲਾਜ਼ਮ ਆ, ਚਾਹੇ ਉਹ ਕੋਈ ਵੀ ਇਹੋ ਜਿਹਾ ਬੰਦਾ ਜਿਹੜਾ ਇਸ ਸਿਸਟਮ 'ਚ ਰਹਿ ਰਿਹਾ, ਉਹਨਾਂ ਦੀਆਂ ਸਮੱਸਿਆਵਾਂ ਹਮੇਸ਼ਾ ਹੀ ਬਣੀਆਂ ਰਹੀਆਂ ਨੇ। ਅੱਜ ਜਿਸ ਜਗ੍ਹਾ ਤੇ ਕਿਸਾਨ ਅੰਦੋਲਨ ਪਹੁੰਚ ਚੁੱਕਿਆ, ਜਿਵੇਂ ਤੁਸੀਂ ਗੱਲ ਕੀਤੀ, ਜ਼ਾਹਰ ਆ ਕਿ ਇਹ ਗੱਲ ਆਪਾਂ 26 ਤਰੀਕ ਤੋਂ 26 ਜਨਵਰੀ ਤੋਂ ਬਾਅਦ ਕਰ ਰਹੇ ਹਾਂ, ਤਾਂ ਬਹੁਤ ਸਾਰੀਆਂ ਇਹੋ ਜਿਹੇ ਕੰਮ ਨੇ, ਬਹੁਤ ਸਾਰੇ ਇਹੋ ਜਿਹੇ ਇਹਦੇ ਵਿੱਚ ਨਵੀਆਂ ਇਹਦੀਆਂ ਸਟੇਜਾਂ ਸਾਹਮਣੇ ਆ ਰਹੀਆਂ ਨੇ, ਨਵੇਂ ਇਹਦੇ ਵਿੱਚ ਮਰਹਲੇ ਸਾਹਮਣੇ ਆ ਰਹੇ ਨੇ, ਹੈ ਨਾ। ਕੋਈ ਵਿਚਾਰਧਾਰਕ ਤੌਰ 'ਤੇ, ਹੈ ਨਾ, ਕੋਈ ਅਮਲੀ ਰੂਪ ਦੇ ਵਿੱਚ ਸਰਕਾਰ ਇੱਕ ਤਰ੍ਹਾਂ ਨਾਲ ਜੇ ਦੇਖਿਆ ਜਾਵੇ ਤਾਂ ਇਹਨੂੰ ਸਧਾਰਨ ਸ਼ਬਦਾਂ 'ਚ ਜਾਂ ਸਧਾਰਨ ਬੰਦੇ ਦੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਇਹ ਥੋੜ੍ਹਾ ਉਲਝ ਗਿਆ ਕੰਮ ਇਸ ਵਕਤ, ਜਿੱਥੋਂ ਤੱਕ ਮੈਨੂੰ ਲੱਗਦਾ। ਤੇ ਇਸ ਤੋਂ ਅੱਗੇ ਆਪਾਂ ਕੀ ਗੱਲ ਕਰਨੀ ਆ? ਮੈਨੂੰ ਤੁਹਾਡੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਜੋ ਤੁਸੀਂ ਸਿੱਧਾ ਨਿਸ਼ਾਨਾ ਉਹ ਤੁਸੀਂ ਵੰਡ ਵੇਲੇ ਤੋਂ ਸਟਾਰਟ ਕਰਤਾ ਕਿ ਸਰਕਾਰਾਂ, ਅਗਰ ਆਪਾਂ ਸੋਚੀਏ, ਤੁਸੀਂ ਕਹਤਾ ਕਿ ਪਹਿਲਾਂ ਤੋਂ ਜੋ ਸਰਕਾਰਾਂ ਨੇ ਰਾਜ ਕੀਤਾ, ਤੁਸੀਂ ਉੱਥੇ ਹੀ ਕਹਿਤਾ ਕਿ ਸਰਕਾਰਾਂ ਨੇ ਕਿਸਾਨਾਂ ਦੇ ਬਾਰੇ ਨਹੀਂ ਸੋਚਿਆ ਹੈਗਾ। ਪਰ ਆਪਾਂ ਪਿਛਲੀਆਂ ਗੱਲਾਂ ਛੱਡ ਕੇ ਅੱਜ ਪੰਜਾਬ ਜਿੱਥੇ ਖੜਾ, ਅੱਜ ਦੀ ਦਿਹਾੜੀ ਆਪਾਂ ਅਗਰ ਦੇਖੀਏ, ਕਿਸਾਨੀ ਅੰਦੋਲਨ ਚੱਲਦੇ ਨੂੰ ਤਾਂ ਚਾਹੇ ਜੂਨ ਮਹੀਨੇ ਤੋਂ ਸਟਾਰਟ ਹੋ ਗਿਆ ਸੀ, ਪਰ ਦਿੱਲੀ ਬੈਠਿਆਂ ਨੂੰ ਕਿਸਾਨਾਂ ਨੂੰ 2 ਤੋਂ 3 ਮਹੀਨੇ ਹੋ ਚੁੱਕੇ ਨੇ। ਤੇ ਤੁਸੀਂ ਇਸ ਦੇ ਵਿੱਚ ਦੇਖਦੇ ਹੋ ਕਿ 26 ਜਨਵਰੀ ਦਾ ਕੀ ਰੋਲ ਰਿਹਾ ਇਸ ਅੰਦੋਲਨ? ਤੁਸੀਂ ਹੁਣੇ ਕਹਿ ਕੇ ਹਟਿਓ ਕਿ ਅੰਦੋਲਨ ਆ ਜੋ ਉਹ ਥੋੜਾ ਦਬ ਚੁੱਕਿਆ, ਤੁਹਾਡੀਆਂ ਗੱਲਾਂ ਦੇ ਦਬ ਚੁੱਕਿਆ ਨਹੀਂ, ਗਲਤ ਸ਼ਬਦ ਨਾ ਵਰਤੋ, ਦਬ ਚੁੱਕਿਆ ਨਹੀਂ ਕਿਹਾ ਮੈਂ। ਅਗਰ ਆਪਾਂ ਗੱਲ ਥੋੜਾ ਸਪਸ਼ਟ ਜਿਹੜਾ ਰੂਪ ਸੀਗਾ ਉਹ ਨਹੀਂਗਾ, ਪਰ ਉਹ ਦਬ ਚੁੱਕਿਆ ਸ਼ਬਦ ਨਹੀਂਗਾ ਮੈਂ ਵਰਤਿਆ। ਹਾਂਜੀ, ਦਬ ਚੁੱਕਿਆ ਇੱਕ ਨੈਗੇਟਿਵ ਸ਼ਬਦ ਆ, ਮੈਂ ਇਸ ਗੱਲ ਦੇ ਨਹੀਂ ਹੱਕ 'ਚ ਕਿ ਦਬ ਚੁੱਕਿਆ ਅੰਦੋਲਨ। ਕਈ ਵਾਰ ਕੀ ਹੁੰਦਾ ਕਿ ਥੋੜਾ ਜਿਹਾ ਇਹੋ ਜਿਹਾ ਕੁਝ ਹੋ ਜਾਂਦਾ ਕਿ ਤੁਸੀਂ ਇੱਕ ਸਫ਼ਰ ਤੇ ਜਾ ਰਹੇ ਹੋ ਜਾਂ ਇੱਕ ਪ੍ਰੋਸੈਸ 'ਚ ਜਾ ਰਹੇ ਹੋ, ਤਾਂ ਇੱਕ ਜਗ੍ਹਾ ਤੇ ਜਾ ਕੇ ਕੁਝ ਇਸ ਕਿਸਮ ਦੇ ਹਾਲਾਤ ਹੋ ਜਾਂਦੇ ਨੇ ਜਿੱਥੇ ਥੋੜਾ ਤੁਹਾਨੂੰ ਸੋਚਣਾ ਚਾਹੀਦਾ ਬਹੁਤ ਗੰਭੀਰਤਾ ਨਾਲ। ਇਹ ਵੇਲਾ ਵੀ ਇਹੀ ਆ, ਮੈਨੂੰ ਲੱਗਦਾ ਤੁਸੀਂ ਸਵਾਲ ਅੱਗੇ ਜਿਹੜਾ ਕਰੋਗੇ ਉਹ ਇਹੀ ਹੈ। ਮੈਂ ਤੁਹਾਨੂੰ ਸਵਾਲ ਕਰਨਾ ਸੀ ਕਿ ਤੁਸੀਂ ਇਹ ਦੱਸੋ ਵੀ ਇਸ ਅੰਦੋਲਨ ਦੇ ਵਿੱਚ 26 ਤਰੀਕ ਦੀ ਕੀ ਮਹੱਤਤਾ ਸੀ? ਤੁਹਾਨੂੰ ਲੱਗਦਾ ਕਿ 26 ਤਰੀਕ ਤੋਂ ਬਾਅਦ ਜਾਂ 26 ਤਰੀਕ ਵਾਲੀ ਘਟਨਾ ਇਸ ਅੰਦੋਲਨ ਦੇ ਵਿੱਚ ਹੋਣੀ ਜ਼ਰੂਰੀ ਸੀ ਜਾਂ ਕਿਵੇਂ ਸੀ, ਜਾਂ ਉਹ ਇੱਕ ਕੋਈ ਗਲਤ ਸਟੈਪ ਦੇ ਵਜੋਂ ਆਪਾਂ ਉਹਨੂੰ ਕਹੀਏ, ਜਾਂ ਉਹਨੂੰ ਕਹੀਏ ਕਿ ਉਹ ਇੱਕ ਬਹੁਤ ਵਧੀਆ ਚੀਜ਼ ਹੋਈ ਆ ਕਿ ਉਸਨੇ ਅੰਦੋਲਨ ਨੂੰ ਇੱਕ ਨਵਾਂ ਮੋੜ ਦਿੱਤਾ? ਨਹੀਂ, ਗਲਤ ਸਟੈਪ ਜਾਂ ਠੀਕ ਸਟੈਪ ਦੀ ਨਹੀਂ ਗੱਲ ਇਹ ਆ ਕਿ 26 ਤਰੀਕ ਨੂੰ ਇੱਕ ਘਟਨਾ, ਮਤਲਬ ਉਸ ਅੰਦੋਲਨ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਉਲੀਕਿਆ ਗਿਆ ਸੀਗਾ। ਉਹ ਬਹੁਤ ਸਾਰੀਆਂ ਹੀ ਨਹੀਂ, ਤਕਰੀਬਨ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੇ ਉਹ ਉਲੀਕਿਆ ਸੀ। ਕਿਸਾਨ ਜਥੇਬੰਦੀਆਂ ਮੈਨੂੰ ਲੱਗਦਾ ਵੀ 32 ਨੇ। ਹੁਣ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਪ੍ਰੋਗਰਾਮ ਉਲੀਕਿਆ ਸੀ। ਉਹ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਕਿਸਾਨ ਲੀਡਰ ਨੇ, ਜਿਹੜੇ ਵੀ ਸਟੇਜ ਤੇ ਬੋਲੇ ਨੇ, ਮੈਂ ਸਾਰਿਆਂ ਨੂੰ ਨਹੀਂ ਜਾਣਦਾ, ਮੈਂ ਕਦੇ ਨਹੀਂ ਦੇਖਿਆ ਕਿ 32 ਜਿਹੜੇ ਆ ਉਹ ਆਗੂ ਕਿਤੇ ਬੋਲੇ ਹੋਣ, ਪਰ 5-7 ਬੰਦੇ ਜਿਹੜੇ ਉਹ ਚਿਹਰੇ ਜ਼ਰੂਰ ਸਾਹਮਣੇ ਆਉਂਦੇ ਆ, ਔਰ ਸਾਰੇ ਹੀ ਇਹ ਗੱਲ ਕਹਿ ਰਹੇ ਸੀ ਕਿ ਦਿੱਲੀ ਸਰਕਾਰ ਦੀ ਹਿੱਕ ਤੇ ਚੜਾਂਗੇ, ਲਾਲ ਕਿਲੇ ਤੇ ਜਾਵਾਂਗੇ। ਮਤਲਬ ਇਹਦਾ ਹਿੱਕ ਤੇ ਚੜਨਾ ਜਾਂ ਲਾਲ ਕਿਲੇ ਤੇ ਜਾਣਾ ਇਹ ਇੱਕ ਚਿੰਨ੍ਹਾਤਮਕ ਗੱਲ ਆ, ਸਿੰਬੋਲਿਕ ਗੱਲ ਆ। ਜਦੋਂ ਤੁਸੀਂ ਸੰਘਰਸ਼ ਕਰ ਰਹੇ ਹੁੰਦੇ ਹੋ ਔਰ ਬੋਲੀਆਂ ਜਿਹੜੀਆਂ ਸਰਕਾਰਾਂ ਜਦੋਂ ਸੁਣ ਨਹੀਂ ਰਹੀਆਂ ਹੁੰਦੀਆਂ, ਤਾਂ ਸੰਘਰਸ਼ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੁੰਦੇ ਨੇ, ਆਗੂ ਸ਼ਾਮਲ ਹੁੰਦੇ ਨੇ, ਉਹ ਇਸ ਕਿਸਮ ਦੀ ਇਨਕਲਾਬੀ ਭਾਸ਼ਾ ਜਿਹੜੀ ਆ ਉਹ ਵਰਤਦੇ ਹੁੰਦੇ ਨੇ। ਉਹ ਭਾਸ਼ਾ ਦੇ ਵਿੱਚ ਬਹੁਤ ਸਾਰੇ ਗੱਲਾਂ ਕਹੀਆਂ ਗਈਆਂ ਹਨ। ਹੁਣ ਮੈਨੂੰ ਏਦਾਂ ਲੱਗਦਾ ਕਿ ਸ਼ਾਇਦ ਗੱਲ ਆ ਜਿਹੜੀ
ਉਹ ਕਹਿਣ 'ਚ ਤੇ ਕਰਨ ਦੇ ਵਿੱਚ ਕਿਤੇ ਕੋਈ ਫਰਕ ਰਹਿ ਗਿਆ। ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਜਾਂ ਕਿਸਾਨ ਸੰਘਰਸ਼ ਦਾ ਹਮਾਇਤੀ ਹੋਣ ਦੇ ਨਾਤੇ ਜਾਂ ਇਸ ਸੱਤਾ ਦਾ, ਇਸ ਜ਼ਾਲਮ ਸੱਤਾ ਦਾ ਵਿਰੋਧੀ ਹੋਣ ਦੇ ਨਾਤੇ ਇਹ ਗੱਲ ਕਰ ਰਿਹਾ ਬੜੀ ਜ਼ਿੰਮੇਵਾਰੀ ਦੇ ਨਾਲ। ਇਹਨੂੰ ਮਤਲਬ ਇਹ ਕੋਈ ਉਹ ਬੰਦਾ ਨਹੀਂ ਗੱਲ ਕਰ ਰਿਹਾ ਕਿ ਜਿਹੜਾ ਇੱਕ ਖਾਸ ਫਿਲਮ ਦਾ ਡਾਇਰੈਕਟਰ ਆ ਜਾਂ ਜਿਹੜੇ ਦੀਪ ਸਿੱਧੂ ਨੇ ਉਹਦੀ ਫਿਲਮ 'ਚ ਕੰਮ ਕੀਤਾ। ਇਸ ਤਰੀਕੇ ਨਾਲ ਗੱਲ ਨਹੀਂ ਮੈਂ ਕਰ ਰਿਹਾ। ਮੈਂ ਇਹ ਗੱਲ ਕਰ ਰਿਹਾ ਕਿ ਜਿੰਨੀ ਕੁ ਮੈਨੂੰ ਸਮਝ ਆ, ਮੈਨੂੰ ਇਦਾਂ ਲੱਗਦਾ ਕਿ ਜੋ ਕਿਸਾਨ ਨੇਤਾਵਾਂ ਨੇ ਕਿਹਾ ਤੇ ਜੋ ਲੋਕਾਂ ਨੇ ਸੁਣਿਆ, ਇਹਦੇ ਵਿੱਚ ਕਿਤੇ ਕੋਈ ਪ੍ਰੋਬਲਮ ਆ, ਸਮਝ ਨਹੀਂ ਆਈ ਗੱਲ। ਜਿਵੇਂ ਗੱਲ ਕਹੀ ਗਈ ਉਵੇਂ ਕਨਵੇ ਨਹੀਂ ਹੋਈ, ਉਹਨਾਂ ਤੱਕ ਪਹੁੰਚੀ ਨਹੀਂ। ਜਿਸ ਤਰੀਕੇ ਨਾਲ ਇੱਕ ਗੱਲ ਨੂੰ ਕੀਤਾ ਗਿਆ, ਇੱਕ ਪ੍ਰੋਗਰਾਮ ਨੂੰ ਕਾਗਜ਼ੀ ਰੂਪ 'ਚ ਜਾਂ ਸ਼ਾਬਦਿਕ ਰੂਪ 'ਚ ਸਟੇਜ ਤੋਂ ਬੋਲਿਆ ਗਿਆ, ਉਹ ਅਮਲੀ ਰੂਪ ਦੇ ਵਿੱਚ ਉਵੇਂ ਨਹੀਂ ਹੋਇਆ। ਉਹਦੇ 'ਚ ਕਿਸਾਨ ਯੂਨੀਅਨ ਦੇ ਜਿਹੜੇ ਨੇਤਾ ਨੇ ਉਹ ਪਹਿਲਾਂ ਹੋਰ ਕੁਝ ਕਹਿ ਰਹੇ ਨੇ, ਉਹ ਸਾਰਿਆਂ ਨੇ ਆਪਾਂ ਦੇਖੀਆਂ ਨੇ, ਸਾਰੇ ਕਲਿੱਪ ਦੇਖੇ ਆ, ਸਾਰੇ ਵੀਡੀਓ ਆਪਾਂ ਦੇਖੇ ਆ। ਲੋਕ ਖਾਸ ਕਰਕੇ ਲੋਕਾਂ ਦੇ ਵਿੱਚ ਕੀ ਹੁੰਦਾ ਕਿ ਸਾਰੇ ਲੋਕ ਨੇ ਜਿਹੜੇ ਜਿੰਨੇ ਵੀ ਉੱਥੇ ਇਕੱਠੇ ਨੇ, ਚਾਹੇ ਉਹ ਬੱਚੇ ਆ, ਚਾਹੇ ਉਹ ਨੌਜਵਾਨ ਆ, ਚਾਹੇ ਉਹ ਬਜ਼ੁਰਗ ਨੇ, ਉਹ ਕਿਸਾਨ ਯੂਨੀਅਨਾਂ ਦੇ ਮੈਂਬਰ ਨਹੀਂ ਗੇ। ਉਹ ਉਹਨਾਂ ਨਾਲ ਸਿੱਧੇ ਰੂਪ ਦੇ ਵਿੱਚ ਜੁੜੇ ਹੋਏ ਨਹੀਂ ਗੇ, ਪਰ ਉਹ ਕਿਸਾਨ ਨੇ। ਉਹ ਉਸ ਸੱਤਾਧਾਰੀ ਜਿਹੜੀ ਧਿਰਾ ਉਹਦੇ ਨਾਲ ਲੜ ਰਹੇ ਨੇ ਬਹੁਤ ਟਾਈਮ ਤੋਂ। ਇਸ ਕਰਕੇ ਉਹਨਾਂ ਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਵੀ ਹੋਣਗੀਆਂ ਜਿਹੜੀਆਂ ਉਹਨਾਂ ਨੂੰ ਲੱਗਿਆ ਹੋਊ ਕਿ ਅੱਜ ਇਹ ਮੌਕਾ, ਅੱਜ ਅਸੀਂ ਇੰਨੀ ਵੱਡੀ ਗਿਣਤੀ 'ਚ ਤਾਂ ਅਸੀਂ ਇੱਕ ਸਿੰਬੋਲਿਕ ਰੂਪ ਦੇ ਵਿੱਚ ਸਰਕਾਰ ਨੂੰ ਇਹ ਗੱਲ ਦੱਸ ਦਈਏ। ਉਹਦੇ 'ਚ ਚਾਹੇ ਉਹ ਝੰਡਾ ਚਲਾਉਣਾ ਸੀ, ਚਾਹੇ ਉਹ ਇੱਕ ਭੀੜ ਦਾ ਲਾਲ ਕਿਲੇ ਦੇ ਸਾਹਮਣੇ ਜਾਂ ਉਹਦੇ ਅੰਦਰ ਦਾਖਲ ਹੋਣਾ ਸੀ। ਇਸ ਕਰਕੇ ਇਸ ਗੱਲ ਨੂੰ ਇਦਾਂ ਨਾ ਕਹੋ ਕਿ ਘਟਨਾ ਜ਼ਰੂਰੀ ਸੀ ਜਾਂ ਨਹੀਂ ਜ਼ਰੂਰੀ ਸੀ, ਜਾਂ ਇਹ ਕੋਈ ਵਾਪਰ ਗਈ, ਜਾਂ ਤੁਸੀਂ ਸ਼ਬਦ ਘਟਨਾ ਵਰਤ ਰਹੇ ਹੋ, ਪੁੱਛ ਦੁਰਘਟਨਾ ਵਾਂਗੂ ਰਹੇ ਹੋ। ਇਹ ਦੁਰਘਟਨਾ ਨਹੀਂ ਗੀ, ਇਹ ਹਨਾ। ਤੁਹਾਡੇ ਕਹਿਣ ਦਾ ਮਤਲਬ ਵੀ ਕਿਤੇ ਨਾ ਕਿਤੇ ਜੋ 32 ਕਿਸਾਨ ਜਥੇਬੰਦੀਆਂ ਨੇ, ਤੁਸੀਂ ਕਿਹਾ ਕਿ ਉੱਥੋਂ 6-7 ਆਗੂ ਹੀ ਸੀ ਜੋ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਬੋਲਦੇ ਸੀ ਸਟੇਜ ਤੋਂ ਜਦੋਂ ਉਹਨਾਂ ਨੇ ਕੁਝ ਵੀ ਸਪੀਚ ਦਿੱਤੀ। ਮੈਂ ਉਹੀ ਸੁਣਿਆ। ਹਾਂਜੀ ਬਿਲਕੁਲ। ਤੇ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜੀਆਂ 32 ਕਿਸਾਨ ਜਥੇਬੰਦੀਆਂ ਨੇ, ਇਹਨਾਂ ਦੇ ਵਿੱਚ ਵਿਚਾਰਾਂ ਦੀ ਕਮੀ ਰਹਿ ਗਈ ਸੀ ਕਿ ਇਹਨਾਂ ਨੇ ਆਪਸ ਦੇ ਵਿੱਚ ਰਲ ਕੇ 32 ਕਿਸਾਨ ਜਥੇਬੰਦੀਆਂ। ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਕਮੀ ਸੀ, ਕਿਉਂਕਿ ਮੈਂ ਉਹਨਾਂ ਨੂੰ ਨਹੀਂ ਜਾਣਦਾ ਵਿਅਕਤੀਗਤ ਰੂਪ ਦੇ ਵਿੱਚ। ਹੋ ਸਕਦਾ ਉਹਨਾਂ ਨੇ ਕਿਹਾ ਹੋਵੇ ਕਿ 32 ਜਥੇਬੰਦੀਆਂ ਦਾ ਫੈਸਲਾ ਇੱਕ ਆ, ਏਜੰਡਾ ਇੱਕ ਆ। ਬੋਲਣ ਲਈ ਸਾਡਾ ਜਿਹੜਾ, ਜਿਹਨੂੰ ਕਹਿੰਦੇ ਹੁੰਦੇ ਆ ਸਪੋਕਸਮੈਨ, ਜਿਹੜਾ ਕੋਈ ਇੱਕ ਆਗੂ ਹੁੰਦਾ, ਜਿਹੜਾ ਮੋਹਰੀ ਹੁੰਦਾ, ਹੋ ਸਕਦਾ ਉਹ 5-6 ਬੰਦੇ ਹੀ ਰੱਖੇ ਹੋਣ ਉਹਨਾਂ ਨੇ। ਹਾਂਜੀ ਬਿਲਕੁਲ। ਉਹ 5 ਤੋਂ 6 ਬੰਦੇ ਨੇ ਜੋ ਉਹ ਸਟੇਜ ਤੋਂ ਐਡਰੈਸ ਕਰ ਗਏ ਸੀ ਸਾਰੇ, ਜਿੰਨੀ ਵੀ ਉੱਥੇ ਸੰਗਤ ਬੈਠੀ ਸੀ। ਪਰ ਸੰਗਤ ਸੀ ਜੋ ਉਹ ਸਪੀਚ ਦੇ ਨਾਲ ਕਹਿ ਲਓ ਵੀ ਸਹਿਮਤ ਨਹੀਂ ਹੋਈ, ਜਾਂ ਉਸ ਰੂਟ ਦੇ ਨਾਲ ਸਹਿਮਤ ਨਹੀਂ ਹੋਈ। ਤੇ ਉੱਥੇ ਮੌਕੇ ਤੇ ਐਂਟਰੀ ਵੱਜਦੀ ਆ ਦੀਪ ਸਿੱਧੂ ਦੀ ਸਟੇਜ ਤੇ ਉਹੀ ਜਥੇਬੰਦੀਆਂ ਨੇ ਜੋ ਦੀਪ ਸਿੱਧੂ ਨੂੰ ਸਟੇਜ ਤੋਂ ਬੋਲਣ ਤੋਂ ਮਨਾ ਕਰਦੀਆਂ ਸੀ, ਜਾਂ ਦੀਪ ਸਿੱਧੂ ਖੁਦ ਕਹਿੰਦਾ ਸੀ ਕਿ ਮੈਨੂੰ ਸਟੇਜ ਦੀ ਲੋੜ ਨਹੀਂ ਹੈਗੀ, ਮੇਰੇ ਕੋਲੇ ਲਾਈਵ ਪਲੇਟਫਾਰਮ ਹੈਗਾ। ਤੇ ਉਹ 26 ਤਰੀਕ ਤੋਂ ਇੱਕ ਦਿਨ ਪਹਿਲਾਂ ਦੀਪ ਸਿੱਧੂ ਨੂੰ ਉਹ ਲਾਈਵ ਪਲੇਟਫਾਰਮ ਕਿਉਂ ਨਹੀਂ ਦਿਖਿਆ ਹੈਗਾ? ਉਹਨੂੰ ਸਟੇਜ ਤੇ ਜਾਣਾ ਕਿੰਨਾ ਕੁ ਜ਼ਰੂਰੀ ਸੀ? ਮੇਰੇ ਨਾਲ ਇਹ ਸਵਾਲ ਨਾ ਕਰੋ। ਮੈਂ ਦੀਪ ਸਿੱਧੂ ਦੀ ਪੈਰਵਾਈ ਕਰਨ ਖਾਤਰ ਤੁਹਾਨੂੰ ਇੰਟਰਵਿਊ ਨਹੀਂ ਦੇ ਰਿਹਾ। ਨਾ ਹੀ ਮੈਂ ਦੀਪ ਸਿੱਧੂ ਦੇ ਨਾਲ ਸੀਗਾ ਉੱਥੇ, ਨਾ ਹੀ ਪੂਰੇ ਸੰਘਰਸ਼ ਦੇ ਵਿੱਚ ਮੈਂ ਉੱਥੇ ਵਿਅਕਤੀਗਤ ਤੌਰ ਤੇ ਹਾਜ਼ਰ ਸੀ। ਮੈਂ ਵਿਚਾਰਧਾਰਕ ਤੌਰ ਤੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਸੱਚਾਈ ਇਮਾਨਦਾਰੀ ਦੇ ਨਾਲ ਲੜ ਰਹੇ ਨੇ, ਉਹ ਚਾਹੇ ਦੀਪ ਸਿੱਧੂ ਆ, ਚਾਹੇ ਕੋਈ ਹੋਰ ਬੰਦਾ ਹੈ, ਹਨਾ। ਮੈਂ ਦੀਪ ਸਿੱਧੂ ਦਾ ਸਪੋਕਸਮੈਨ ਨਹੀਂਗਾ, ਮੈਂ ਉਹਦਾ ਬੁਲਾਰਾ ਨਹੀਂਗਾ ਕਿ ਤੁਸੀਂ ਮੇਰੇ ਤੋਂ ਇਹ ਗੱਲ ਪੁੱਛੋ। ਇਹ ਗੱਲ ਤੁਸੀਂ ਦੀਪ ਸਿੱਧੂ ਤੋਂ ਪੁੱਛਿਓ ਜਦੋਂ ਦੀਪ ਸਿੱਧੂ ਲੋਕਾਂ ਦੇ ਸਾਹਮਣੇ ਆਇਆ। ਮੇਰੀ ਗੱਲ ਸੁਣੋ, ਮੈਂ ਜਿਹੜੀ ਗੱਲ ਕਰ ਰਿਹਾ, ਗੱਲ ਇਹ ਹੈ ਕਿ ਇਹ ਗੱਲ ਤੁਹਾਨੂੰ ਵੀ ਪਤਾ ਹੈ ਕਿ ਜਦੋਂ 25 ਤਰੀਕ ਦੀ ਰਾਤ ਨੂੰ ਉਹ ਘਟਨਾ ਹੋਈ ਹੈ, ਕਿਉਂਕਿ ਜੋ ਕਿਸਾਨ ਜਥੇਬੰਦੀਆਂ ਨੇ ਦਿੱਤਾ ਸੀ ਪ੍ਰੋਗਰਾਮ, ਉਹ ਉਹਦੇ ਤੋਂ ਮੁੱਕਰ ਰਹੀਆਂ ਸੀ ਤੇ ਲੋਕਾਂ ਨੇ ਉੱਥੇ ਰੌਲਾ ਪਾਇਆ। ਇਹ ਮੈਂ ਵੀਡੀਓ ਦੇਖਿਆ। ਉਹ ਛੱਡ ਕੇ ਸਟੇਜ ਚਲੀਆਂ ਗਈਆਂ ਤਾਂ ਪਹਿਲਾਂ ਉੱਥੇ ਡਾਕਟਰ ਸੁਖਪ੍ਰੀਤ ਉਦੋਕੇ, ਵੀਰ ਸਿੰਘ ਵਰਗੇ ਜਿਹੜੇ ਭਰਾ ਨੇ ਸੰਘਰਸ਼ ਦੇ ਵਿੱਚ ਹਾਜ਼ਰ ਨੇ, ਜੋ ਸਰੀਰਕ ਰੂਪ ਦੇ ਵਿੱਚ, ਉਹ ਜਾਂਦੇ ਆ।
ਫਿਰ ਕੁਝ ਹੋਰ ਲੋਕ ਜਾਂਦੇ ਆ, ਫਿਰ ਉੱਥੇ ਦੀਪ ਸਿੱਧੂ ਨੂੰ ਬੁਲਾਇਆ ਜਾਂਦਾ ਔਰ ਦੀਪ ਸਿੱਧੂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਲੋਕਾਂ ਇਹਨਾਂ ਨਾਲ ਗੱਲ ਕਰੋ, ਔਰ ਦੀਪ ਸਿੱਧੂ ਇਹ ਗੱਲ ਕਰਦਾ ਕਿ ਜੋ ਕਿਸਾਨ ਆਗੂ ਕਹਿੰਦੇ ਨੇ ਅਸੀਂ ਉਹੀ ਕਰਾਂਗੇ। ਉਹ ਤੁਸੀਂ ਵੀ ਕਲਿੱਪ ਦੇਖੀਆਂ ਨੇ ਔਰ ਅਸੀਂ ਵੀ ਉਹ ਕਲਿੱਪ ਹੀ ਦੇਖੀਆਂ ਨੇ। ਮੇਰੀ ਦੀਪ ਸਿੱਧੂ ਨਾਲ ਕੋਈ ਗੱਲ ਨਹੀਂ ਹੋਈ 25 ਤਰੀਕ ਤੋਂ ਬਾਅਦ, ਪਰ ਅਸੀਂ ਸਾਰਿਆਂ ਕੋਲੇ ਉਹ ਵੀਡੀਓ ਨੇ। ਉਹ ਡਾਕਟਰ ਸੁਖਪ੍ਰੀਤ ਉਦੋਂ ਕੇ ਵੀ ਲਾਈਵ ਹੋ ਕੇ ਵੀ ਦੱਸਦੇ ਨੇ ਔਰ ਲਿਖਦੇ ਵੀ ਨੇ, ਔਰ ਹੋਰ ਵੀ ਬਹੁਤ ਸਾਰੇ ਬੰਦੇ ਲਿਖਦੇ ਨੇ। ਪਰ ਮੈਂ ਇਸ ਸਾਰੇ ਕਾਸੇ ਨੂੰ ਮੰਦਭਾਗਾ ਸਮਝਦਾ ਕਿ ਅਸੀਂ ਲਾੜਾ ਜਿਹੜੇ ਰਹੇ ਉਹ ਸਰਕਾਰ ਨਾਲ, ਅਸੀਂ ਕੇਂਦਰ ਆ ਜਿਹੜਾ ਉਹ ਸਾਡਾ ਟੀਚਾ, ਸਾਡਾ ਜਿਹੜਾ ਮਨੋਰਥ ਆ, ਸਾਡੀ ਜਿਹੜੀ ਮੰਜ਼ਿਲ ਆ ਉਹ ਕੇਂਦਰ ਸਰਕਾਰ ਆ। ਅਸੀਂ ਉਸ ਗੱਲ ਨੂੰ ਛੱਡ ਕੇ ਆਪਦੀਆਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਔਰ ਉਹਦੇ ਬਾਰੇ ਅਸੀਂ ਸਫਾਈਆਂ ਦੇ ਰਹੇ ਹਾਂ ਜਾਂ ਬਲੇਮ ਗੇਮ ਕਰ ਰਹੇ ਹਾਂ। ਮੈਂ ਇਸ ਗੱਲ ਦੇ ਨਾ ਵਿੱਚ ਹਾਜ਼ਰ ਹਾਂ, ਨਾ ਮੈਂ ਇਸ ਗੱਲ ਦੇ ਵਿੱਚ ਕਿਸੇ ਦੇ ਹੱਕ 'ਚ ਹਾਂ। ਮੈਂ ਇਸ ਗੱਲ ਨੂੰ ਇਹ ਸਮਝਦਾ ਕਿ ਜੋ ਕੁਝ ਉੱਥੇ ਹੋਇਆ ਉਹਦਾ ਸੱਚ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਉਹ ਸੱਚ ਕਿਹਦੇ ਹੱਕ 'ਚ ਜਾਂਦਾ, ਕਿਹਦੇ ਵਿਰੋਧ 'ਚ ਜਾਂਦਾ, ਇਹ ਫੈਸਲਾ ਜਿਹੜਾ ਉਹ ਲੋਕ ਕਰਨਗੇ। ਉਹ ਮਤਲਬ ਅਸੀਂ ਬਿਆਨਬਾਜ਼ੀ ਦੇ ਕੇ ਇਸ ਗੱਲ ਨੂੰ ਗੰਧਲਾ ਨਹੀਂ ਕਰ ਸਕਦੇ। ਮੈਂ ਤਾਂ ਬਿਲਕੁਲ ਹੀ ਨਹੀਂ ਕਰ ਸਕਦਾ ਜੀ। ਅਗਰ ਅੱਜ ਦੇ ਸਮੇਂ 'ਚ ਦੇਖੀਏ, ਹੁਣ ਦੇ ਸਮੇਂ 'ਚ ਮੈਂ ਐਜ਼ ਅ ਤੁਹਾਡੇ ਕਿਸਾਨ ਸਵਾਲ ਪੁੱਛਣਾ ਚਾਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅਗਰ ਅੰਦੋਲਨ ਨੂੰ ਕੋਈ ਆਪਣੇ ਵੱਲੋਂ ਸੇਧ ਦੇਣੀ ਹੋਵੇ ਕਿ ਅੱਜ ਅੰਦੋਲਨ ਇੱਧਰ ਜਾ ਸਕਦਾ, ਆਹ ਕੁਛ ਆਪਾਂ ਨੂੰ ਕਰਨਾ ਚਾਹੀਦਾ, ਮੇਰੀ ਸੇਧ ਕੌਣ ਸੁਣਦਾ? ਨਹੀਂ, ਐਜ਼ ਅ ਕਿਸਾਨ, ਕਿਉਂਕਿ ਤੁਸੀਂ ਸ਼ਾਇਦ ਤੁਸੀਂ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹੋ, ਤੁਸੀਂ ਪੋਸਟ ਵੀ ਕਰਦੇ ਹੁੰਦੇ ਹੋ। ਮੈਂ ਤੁਹਾਡੇ ਵੱਲੋਂ ਮਤਲਬ ਤੁਹਾਡੇ ਪੱਖ ਤੋਂ ਦੇਖਣਾ ਚਾਹਣਾ ਵੀ ਤੁਸੀਂ ਅੰਦੋਲਨ ਨੂੰ ਕਿਵੇਂ ਦੇਖਦੇ ਹੋ। ਮੈਂ ਜਿਵੇਂ ਅੰਦੋਲਨ ਨੂੰ ਦੇਖਦਾ, ਅਗਰ ਮੈਂ ਉਹ ਪੋਸਟ ਪਾਉਣਾ ਤਾਂ ਮੇਰੀ ਪੋਸਟ ਤੇ ਲੋਕ ਆ ਕੇ ਇਹ ਕਹਿਣ ਲੱਗ ਜਾਂਦੇ ਨੇ ਕਿ ਬਾਈ ਜੀ ਅਸੀਂ ਤੁਹਾਡੀ ਬੜੀ ਇੱਜ਼ਤ ਕਰਦੇ ਸੀ, ਪਰ ਤੁਸੀਂ ਆਹ ਕੀ ਗੱਲ ਕਰਤੀ। ਜਾਂ ਕੋਈ ਕਹਿ ਦਿੰਦਾ ਕਿ ਤੁਸੀਂ ਪੈਸੇ ਖਾ ਰਹੇ ਹੋ, ਕੋਈ ਕਹਿੰਦਾ ਤੁਸੀਂ ਫੰਡ ਆਉਣਗੇ, ਹਨਾ। ਮੇਰੇ ਵਰਗਾ ਬੰਦਾ ਜਿਹੜਾ ਆਪਦੀ ਘਰ ਦੀ ਆਰਥਿਕਤਾ ਨੂੰ ਚਲਾਉਣ ਲਈ ਲੜ ਰਿਹਾ ਪਰਿਸਥਿਤੀਆਂ ਨਾਲ, ਪਿਛਲੇ 1 ਸਾਲ ਤੋਂ ਸਾਰਾ ਕੁਝ ਬੰਦ ਪਿਆ। ਮੇਰੀ ਫਿਲਮ ਜਿਹੜੀ ਰਿਲੀਜ਼ ਹੋਈ ਸੀ ਜੋਰਾ ਸੈਕੰਡ ਚੈਪਟਰ, ਉਹ 6 ਮਾਰਚ ਨੂੰ ਹੋਈ ਸੀ ਤੇ 20 ਮਾਰਚ ਨੂੰ ਲੋਕਡਾਊਨ ਹੋ ਗਿਆ ਸੀ। ਉਹ ਲੋਕਡਾਊਨ ਦੇ ਵਿੱਚ ਤੋਂ ਪਹਿਲਾਂ ਮੈਂ ਆਪਦੀ ਫਿਲਮ ਪੂਰੀ ਕਰ ਲਈ ਸੀ ਮਰ ਜਾਣੇ। ਉਹ ਮਰ ਜਾਣੇ ਦਾ ਪੋਸਟ ਪ੍ਰੋਡਕਸ਼ਨ ਮੈਂ ਹਾਲੇ ਤੱਕ ਕਰ ਰਿਹਾ। ਬੇਸ਼ੱਕ ਮੈਂ ਪ੍ਰੋਡਿਊਸਰ ਨਹੀਂ ਆ, ਪਰ ਮੇਰੇ ਪ੍ਰੋਡਿਊਸਰਾਂ ਨੇ ਮੈਨੂੰ ਪੈਸੇ ਤਾਂ ਹੀ ਦੇਣੇ ਨੇ ਜੇ ਕੰਮ ਹੋਣਾ ਹੈ ਨਾ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਸਾਡੇ ਪੰਜਾਬੀਆਂ ਨੇ ਇਹ ਸਾਰਾ ਕੁਝ ਕਿੱਥੋਂ ਸਿੱਖ ਲਿਆ ਕਿ ਕੋਈ ਅਗਰ ਤੁਹਾਡੀ ਵਿਚਾਰਧਾਰਾ ਤੋਂ ਉਲਟ ਗੱਲ ਕਰਦਾ, ਮੈਂ ਇੱਕ ਵੀ ਬੰਦੇ ਨੂੰ ਅੱਜ ਤੱਕ ਕਦੇ ਵੀ ਸੋਸ਼ਲ ਮੀਡੀਆ ਤੇ ਜਾਂ ਸਾਹਮਣੇ ਇਹ ਨਹੀਂ ਕਿਹਾ ਕਿ ਤੂੰ ਵਿਕਿਆ ਹੋਇਆ ਜਾਂ ਤੂੰ ਗਲਤ ਬੰਦਾ, ਕਿਉਂਕਿ ਤੂੰ ਮੇਰੀ ਵਿਚਾਰਧਾਰਾ ਦਾ ਬੰਦਾ ਨਹੀਂਗਾ। ਮੈਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ, ਕਿਉਂਕਿ ਮੈਂ ਰਾਜਨੀਤਿਕ ਬੰਦਾ ਨਹੀਂ। ਜੇ ਰਾਜਨੀਤਿਕ ਬੰਦਾ ਹੋਵਾਂ ਤਾਂ 150 ਬੰਦੇ ਨੂੰ ਮੈਂ ਤੜਕੇ ਤੋਂ ਲੈ ਕੇ ਆਥਣ ਤੱਕ ਗਾਲਾਂ ਕੱਢਾਂ, 150 ਮੈਨੂੰ ਕੱਢੇ, ਮੈਂ ਰਾਤ ਨੂੰ ਆ ਕੇ ਕੋਈ ਨਹੀਂ ਲਾ ਕੇ 4 ਪੈਗ ਤੇ ਸੌਂ ਜਾਂ ਵੀ ਕੋਈ ਨਹੀਂ, ਇਹ ਤਾਂ ਪਾਰਟ ਆਫ ਗੇਮ ਆ। ਮੈਂ ਉਹ ਬੰਦਾ ਨਹੀਂਗਾ। ਮੈਂ ਬਹੁਤ ਇਮੋਸ਼ਨਲ, ਬਹੁਤ ਭਾਵੁਕ ਬੰਦਾ, ਮੈਂ ਇਮਾਨਦਾਰ, ਸੱਚਾ ਬੰਦਾ। ਮੈਨੂੰ ਮਾੜੀ ਜੀ ਗੱਲ ਹੈ ਜਿਹੜੀ ਉਹ ਹਰਟ ਕਰ ਜਾਂਦੀ ਹੈ। ਮੈਂ ਜਦੋਂ ਕਿਸੇ ਬੰਦੇ ਨੂੰ ਇਹ ਕਹਿਣਾ ਕਿ ਯਾਰ ਇਹ ਐ ਨਹੀਂ, ਐ ਹੋਣੀ ਚਾਹੀਦੀ ਹੈ ਗੱਲ, ਉਹ ਕੱਲਾ ਤੋਂ ਕੱਲਾ ਤਾਂ ਮੇਰੀ ਗੱਲ ਸੁਣ ਲੈਂਦਾ। ਜਦੋਂ ਸੋਸ਼ਲ ਮੀਡੀਆ ਤੇ ਪਾਉਨੇ ਆ, ਬਾਈ ਜੀ ਤੁਹਾਡੇ ਤੋਂ ਨਹੀਂ ਸੀ ਆਸ, ਕਿਹੜੀ ਗੱਲ ਕਹਿਤੀ? ਮੈਂ ਇੱਕ ਸੱਚੀ ਗੱਲ ਕਰ ਰਿਹਾ। ਮੈਂ ਇਹ ਕਹਿ ਅੱਜ ਵੀ ਇਹ ਗੱਲ, ਚਾਹੇ ਕਿਸਾਨ ਯੂਨੀਅਨ ਦੇ ਲੀਡਰ ਨੇ, ਸਾਡੇ ਲਈ ਸਤਿਕਾਰਯੋਗ ਨੇ ਉਹ, ਹਨਾ, ਚਾਹੇ ਮੁੰਡੇ ਨੇ ਨਵੇਂ ਮੁੰਡੇ, ਚਾਹੇ ਉਹ ਦੀਪ ਸਿੱਧੂ ਆ, ਚਾਹੇ ਉਹ ਲੱਖਾ ਸਿਧਾਣਾ, ਚਾਹੇ ਉਹ ਕੋਈ ਹੋਰ ਬੰਦੇ ਨੇ, ਅਸੀਂ ਹਰੇਕ ਦੀ ਵਿਚਾਰਧਾਰਾ ਨੂੰ ਮੈਂ ਜਾਣਦਾ, ਸਮਝਦਾ ਔਰ ਜਾਣਨ ਦੀ ਕੋਸ਼ਿਸ਼ ਕਰਦਾ। ਉਹ ਇਸ ਲਈ ਨਹੀਂ ਕਰਦਾ ਕਿ ਉਹ ਕੋਈ ਵਿਅਕਤੀ ਵਿਸ਼ੇਸ਼ ਹੈ ਜਿਹੜਾ ਉਹ ਮੈਨੂੰ ਪਿਆਰਾ। ਮੈਂ ਇਸ ਲਈ ਕਰਦਾ ਕਿ ਕੀ ਇਹ ਸਾਰਾ ਕੁਛ ਆ ਜਿਹੜਾ ਇਹ ਪੰਜਾਬ ਦੇ ਹੱਕ 'ਚ ਭੁਗਤੂਗਾ ਕਿ ਨਹੀਂ ਭੁਗਤੂਗਾ। ਕੀ ਮੇਰੇ ਪੰਜਾਬ ਨੂੰ ਆਉਣ ਵਾਲੇ ਦਿਨ ਉਹ ਚੰਗੇ ਦੇਖਣ ਨੂੰ ਮਿਲਣਗੇ ਜਾਂ ਨਹੀਂ ਮਿਲਣਗੇ? ਕੀ ਮੇਰੇ ਕਿਸਾਨ ਜਿੱਤਣਗੇ ਜਾਂ ਨਹੀਂ ਜਿੱਤਣਗੇ? ਕੀ ਮੇਰੇ ਕਿਸਾਨ ਕਿੰਨਾ ਚਿਰ ਬੈਠੇ ਰਹਿਣਗੇ ਦਿੱਲੀ ਦੀਆਂ ਬਰੂਹਾਂ ਤੇ?
ਕਿ ਕੀ ਕੇਂਦਰ ਸਰਕਾਰ ਕੋਈ ਹੋਰ ਜ਼ੁਲਮ ਤਾਂ ਨਹੀਂ ਕਰੂਗੀ ਜਾਂ ਕੋਈ ਹੋਰ ਸਾਜ਼ਿਸ਼ ਤਾਂ ਨਹੀਂ ਕਰੂਗੀ, ਹਨਾ। ਇਸ ਸਾਰੇ ਕਾਸੇ ਦੇ ਵਿੱਚ ਦੀਪ ਸਿੱਧੂ ਨਾਲ ਜਿਹੜੀ ਮੇਰੀ ਸਾਂਝ ਆ ਉਹ ਇੱਕ ਮੇਰੀ ਪਰਸਨਲ ਸਾਂਝ ਆ, ਹਨਾ। ਜਦੋਂ 26 ਦੀ ਘਟਨਾ ਵਾਪਰੀ 4 ਦਿਨ ਮੈਨੂੰ ਬਹੁਤ ਗਾਲਾਂ ਦਿੱਤੀਆਂ ਲੋਕਾਂ ਨੇ, ਮੈਨੂੰ ਇਨਬਾਕਸ 'ਚ ਆ ਕੇ ਕਿਹਾ ਤੈਨੂੰ ਵੀ ਦੇਖਾਂਗੇ, ਤੂੰ ਉਹਦੀ ਬਹੁਤ ਹਮਾਇਤ ਕਰਦਾ ਸੀ। ਮੇਰੇ ਜਵਾਕਾਂ ਨੂੰ ਗਾਲਾਂ ਦਿੱਤੀਆਂ ਲੋਕਾਂ ਨੇ, ਮੈਨੂੰ ਲੋਕਾਂ ਦਾ, ਮੈਂ ਕਿਹਾ ਕੀ ਕਰੀਏ, ਕੀ ਕਹਿ ਸਕਦੇ ਆ। ਹੁਣ ਕੋਈ ਬੰਦਾ ਤੁਹਾਨੂੰ ਇਨਬਾਕਸ ਕਰ ਰਿਹਾ ਜਾਂ ਤੁਹਾਨੂੰ ਕੋਈ ਮੈਸੇਜ ਕਰ ਰਿਹਾ, ਸਾਹਮਣੇ ਆ ਕੇ ਕੋਈ ਗੱਲ ਨਹੀਂ ਕਰਦਾ। 4 ਦਿਨ ਬਾਅਦ ਫਿਰ ਮੈਨੂੰ ਲੱਗਿਆ ਵੀ ਨਹੀਂ ਐ ਜੇ, ਮਤਲਬ ਇਹ ਜਿਹੜਾ ਸ਼ਾਇਰ ਜਾਂ ਭਾਵਕ ਜਾਂ ਲੇਖਕ ਜਾਂ ਅਮਰਦੀਪ ਆ ਜਿਹੜਾ, ਉਹਨੂੰ ਤਾਂ ਇਹ ਜਦੋਂ ਮਰਜ਼ੀ ਦਬਾ ਲੈਣਗੇ, ਐ ਨਹੀਂ ਯਾਰ ਗੱਲ। ਅਸੀਂ ਜੇ ਨਹੀਂ ਬੋਲਦੇ ਜਾਂ ਉਸ ਤਰ੍ਹਾਂ ਦਾ ਵਿਰੋਧ ਦਾ ਤੁਹਾਡਾ ਜਿਹੜਾ ਉਹ ਅਸੀਂ ਪ੍ਰਤੀਕਰਮ ਨਹੀਂ ਦਿੰਦੇ ਤਾਂ, ਪਰ ਇਹ ਨਹੀਂ ਮਤਲਬ ਕਿ ਤੁਸੀਂ ਐਂ ਹੀ ਕਰੀ ਜਾਓ। ਫਿਰ ਮੈਂ ਪਾਇਆ ਕਿ ਦੀਪ ਸਿੱਧੂ ਮੇਰਾ ਭਰਾ ਹੈ, ਉਹਦੇ ਨਾਲ ਭਰਾ ਤੋਂ ਇਲਾਵਾ ਮੇਰੀ ਵਿਚਾਰਧਾਰਕ ਵੀ ਸਾਂਝ ਆ ਉਹਦੀ, ਕਿ ਮੈਂ ਉਹਦੇ ਵਿਚਾਰਾਂ ਨਾਲ ਬਹੁਤ ਹੱਦ ਤੱਕ ਸਹਿਮਤ ਹਾਂ। ਜਦੋਂ ਕਿ ਅਸੀਂ ਬਹੁਤ ਆਪਸ ਵਿੱਚ ਦੀ ਲੜਦੇ ਹਾਂ ਜਦੋਂ ਅਸੀਂ ਫਿਲਮ ਬਣਾਉਂਦੇ ਹਾਂ, ਪਰ ਇਸ ਘਟਨਾ ਦੇ ਵਿੱਚ ਮੈਂ ਸਾਰੀ ਜਦੋਂ ਜਿਹੜੀ ਆ ਤਸਵੀਰ ਸਾਫ਼ ਹੋਈ, ਸਾਰੇ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਕਲਿੱਪ ਮੈਂ ਦੇਖੇ, ਸਾਰਾ ਕੁਝ ਸਾਹਮਣੇ ਆਇਆ, ਤਾਂ ਮੈਨੂੰ ਇਹ ਸੀ ਕਿ ਮੈਂ ਦੀਪ ਸਿੱਧੂ ਨਾਲ ਜਿਸ ਤਰ੍ਹਾਂ ਵਿਚਾਰਧਾਰਕ ਤੌਰ ਤੇ ਪਹਿਲਾਂ ਖੜਾ ਸੀ ਉਹ ਅੱਜ ਵੀ ਖੜਾ। ਫਿਰ ਮੈਂ ਸ਼ਰੇਆਮ ਇਹ ਗੱਲ ਵੀ ਕੀਤੀ ਕਿ ਭਾਈ ਜੀ ਨੇ ਆਉਣਾ, ਫਿਰ ਉਹ ਸਿੱਧਾ ਹੀ ਆ ਜਾਓ, ਹਨਾ, ਬਠਿੰਡੇ ਵਾਲੇ ਹੈਗੇ ਆ ਅਸੀਂ। ਉਦਾਂ ਵੀ ਇੱਕ ਬੰਦਾ ਕਿਤੋਂ ਦਾ ਵੀ ਰਹਿਣ ਵਾਲਾ ਹੋਵੇ, ਬੰਦੇ ਦੀ, ਹਰ ਬੰਦੇ ਦੀ ਗੈਰਤ ਅਣਖ ਹੁੰਦੀ ਆ। ਹਰ ਬੰਦਾ ਆਪਦੀ ਜਿਹੜਾ ਰੋਟੀ ਖਾਂਦਾ ਨਾ, ਉਹਨੂੰ ਆਪਦੇ ਲਈ ਲੜਨਾ ਵੀ ਆਉਂਦਾ ਹੁੰਦਾ, ਹਨਾ। ਇਸ ਕਰਕੇ ਮੇਰੀ ਗੱਲ ਦਾ ਮੈਨੂੰ ਦੁੱਖ ਇਸ ਗੱਲ ਦਾ, ਔਰ ਮੇਰੀ ਗੱਲ ਜਿਹੜੀ ਤੁਹਾਨੂੰ ਛੋਟੀ ਜੀ ਗੱਲ, ਮੇਰਾ ਕਹਿਣਾ ਕਿਸੇ ਨੇ ਨਹੀਂ ਮੰਨਣਾ, ਕੋਈ ਮੈਨੂੰ ਕੌਣ ਪੁੱਛਦਾ। ਉਹ ਇੰਨੇ ਵੱਡੇ ਸਾਡੇ ਲੀਡਰ ਨੇ, ਉਹ ਉੱਥੇ ਬੈਠੇ ਨੇ, ਹਨਾ। ਜੇ ਕੋਈ ਮਾੜੀ ਜੀ ਇਨਕਲਾਬੀ ਗੱਲ ਕਰਤੀ ਤਾਂ ਇਹ ਕਾਮਰੇਡ ਆ। ਮੇਰੀ ਪ੍ਰੋਬਲਮ ਇਹ, ਮੇਰਾ ਬਾਪੂ ਕਾਮਰੇਡ ਸੀ, ਮੈਂ ਇਨਕਲਾਬੀ ਵਿਚਾਰਾਂ ਦਾ, ਮੈਂ ਵੀ ਕਮਿਊਨਿਸਟ ਪਾਰਟੀਆਂ ਦੇ ਵਿੱਚ ਵੀ ਰਹਿ ਕੇ ਮੈਂ ਕੰਮ ਕੀਤਾ। ਜੇ ਕੋਈ ਸਿੱਖੀ ਦੀ ਗੱਲ ਕਰਤੀ ਤਾਂ ਇਹ ਖਾਲਿਸਤਾਨੀ ਹੋ ਗਿਆ, ਇਹਨੂੰ ਫਲਾਨੇ ਨੇ, ਇਹ ਲੋਕ ਉਹ ਨੇ ਜਿਹੜੇ ਪੰਜਾਬ ਦੇ ਗਦਾਰ ਨੇ, ਕੋਈ ਲਿਸਟ ਬਣਾ ਕੇ ਪਾ ਰਿਹਾ, ਕੋਈ ਕੁਛ ਕਰ ਰਿਹਾ। ਮੈਂ ਕ੍ਰੀਏਟਿਵ ਬੰਦਾ ਸਾਰੀਆਂ ਗੱਲਾਂ ਦੇ ਬਾਵਜੂਦ ਵੀ। ਮੈਂ ਤੁਹਾਡੇ ਵਾਲੀ ਜਿਹੜੀ ਗੱਲ ਉਹ ਇਸ ਗੱਲ ਤੇ ਮੁਕਾਉਣਾ ਕਿ ਅੱਜ ਵੀ ਮੈਂ ਇਹ ਕਹਿਣਾ ਕਿ ਵਿਚਾਰ ਚਰਚਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਬਹੁਤ ਜ਼ਰੂਰੀ ਹੁੰਦੀ ਹੈ, ਹਨਾ। ਉਹ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ ਸੀ। ਉਹਨਾਂ ਨੂੰ ਮਿਲੇ ਜਿਹੜੇ ਸਾਧੂ ਸੰਤ, ਉਹਨਾਂ ਨਾਲ ਉਹਨਾਂ ਨੇ ਬੈਠ ਕੇ ਗੱਲ ਕੀਤੀ ਸੀ। ਮੈਂ ਅੱਜ ਇਹ ਗੱਲ ਕਹਿਣਾ ਕਿ ਬੈਠ ਕੇ ਗੱਲ ਕਰ ਲਓ। ਉਹਦੇ ਵਿੱਚ ਕਿਸਾਨ ਯੂਨੀਅਨ ਦੇ ਜਿਹੜੇ ਲੀਡਰ ਨੇ, ਜੋ ਸਮਝਦਾਰ ਨੇ, ਜੋ ਗੱਲ ਕਰ ਸਕਦੇ ਨੇ, ਉਹ ਬੈਠਣ। ਜਿਹੜੇ ਗਰਮ ਦਲੀਏ ਨੇ, ਨੌਜਵਾਨ ਨੇ, ਉਹ ਬੈਠਣ। ਚਾਹੇ ਉਹ ਲੱਖਾ ਸਿਧਾਣਾ, ਚਾਹੇ ਉਹ ਦੀਪ ਸਿੱਧੂ, ਇੱਕ ਬੈਠ ਕੇ ਇੱਕ ਗੱਲ ਤਾਂ ਕਰੋ। ਅਸੀਂ ਕਹਿੰਦੇ ਨਹੀਂ ਜੀ ਤੁਹਾਡੀ ਗੱਲ ਨਹੀਂ ਸੁਣਨੀ, ਜਿਹੜੇ ਕੁਝ ਅਸੀਂ ਕਰਦੇ ਆ ਇਹੀ ਸਹੀ ਆ। ਇਹ ਤਾਂ ਯਾਰ ਫਿਰ ਮੋਦੀ ਵੀ ਐਂ ਕਰੀ ਜਾਂਦਾ, ਉਹ ਵੀ ਤਾਂ ਐਂ ਕਰੀ ਜਾਂਦੇ ਨੇ ਬੀਜੇਪੀ ਵਾਲੇ, ਕਿ ਤੁਹਾਡੀ ਗੱਲ ਨਹੀਂ ਸੁਣਨੀ, ਸਾਡੀ ਗੱਲ ਸੁਣੋ ਤੁਸੀਂ। ਇਹ ਤਾਨਾਸ਼ਾਹੀ ਹੈ ਜਿਹੜੀ ਉਹ ਲੋਕ ਨੇਤਾਵਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ, ਉਹ ਚਾਹੇ ਕੋਈ ਵੀ ਲੀਡਰ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸਮਾਂ ਹੁਣ ਜੇ ਮੇਰੀ ਕੋਈ ਗੱਲ ਸੁਣਦਾ ਜਾਂ ਸਮਝਦਾ ਤਾਂ ਮੈਂ ਉਹਨੂੰ ਕਹੂੰਗਾ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਉਹ ਸਮਾਂ ਹੈ ਕਿ ਤੁਹਾਨੂੰ ਇੱਕ ਮੀਟਿੰਗ ਕਰਨੀ ਚਾਹੀਦੀ ਹੈ, ਔਰ ਉਹ ਮੀਟਿੰਗ ਘੱਟ ਤੋਂ ਘੱਟ 2 ਦਿਨ ਦੀ ਤੁਹਾਨੂੰ ਮੀਟਿੰਗ ਕਰਨੀ ਚਾਹੀਦੀ ਹੈ। ਇੱਕ ਵਿਚਾਰ ਚਰਚਾ ਕਰਨੀ ਚਾਹੀਦੀ ਹੈ, ਜਿਵੇਂ ਸੈਮੀਨਾਰ ਹੁੰਦਾ, ਜਿਹਦੇ ਚ ਘੱਟੋ ਘੱਟ 2-3 ਅਲੱਗ-ਅਲੱਗ ਆ ਜਿਹੜੇ ਸੈਸ਼ਨ ਹੋਣ। ਉਸ ਸੈਸ਼ਨ ਦੇ ਵਿੱਚ ਇੱਕ ਤੁਸੀਂ ਏਜੰਡਾ ਦੁਬਾਰੇ ਤੋਂ ਤਿਆਰ ਕਰੋ। ਉਹਦੇ ਵਿੱਚ ਤੁਸੀਂ ਨੌਜਵਾਨਾਂ ਦੀ ਗੱਲ ਵੀ ਸੁਣੋ, ਉਹਦੇ ਚ ਬਜ਼ੁਰਗ ਆਪਣੇ ਤਜਰਬੇ ਦੇ ਹਿਸਾਬ ਨਾਲ ਵੀ ਦੱਸਣ, ਉਹਦੇ ਚ ਰਾਜਨੀਤਿਕ ਪਹਿਲੂ ਵੀ ਦੇਖਿਆ ਜਾਵੇ, ਉਹਦੇ ਚ ਖੇਤੀ ਮਾਰ, ਆਰਥਿਕ ਮਾਰ, ਸਾਰਿਆਂ ਨਾਲ ਮਿਲ ਕੇ ਇੱਕ ਗੱਲ ਬਣਾਈ ਜਾਵੇ। ਮੈਂ ਇਸ ਗੱਲ ਦੇ ਬਿਲਕੁਲ ਹੱਕ ਚ ਨਹੀਂਗਾ ਕਿ ਤੁਸੀਂ ਭਾਵਕਤਾ ਦੇ ਵਿੱਚ ਪਹਿਲਾਂ ਇੱਕ ਬੰਦੇ ਨੂੰ ਹੀਰੋ ਬਣਾਉਂਦੇ ਹੋ, ਦੂਜੇ ਦਿਨ ਉਹਨੂੰ ਜੁੱਤੀਆਂ ਮਾਰਦੇ ਹੋ, ਫਿਰ ਦੂਜਾ ਹੀਰੋ ਬਣਾ ਲੈਂਦੇ ਹੋ। ਬਣਾ ਤਾਂ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਹੀ ਹੀਰੋ ਰਹੇ ਹੋ ਨਾ। ਤੇ ਵਿਅਕਤੀ ਪੂਜਕ ਵਿਚਾਰਧਾਰਾ ਨੂੰ ਮੈਂ ਨਹੀਂ ਮੰਨਦਾ, ਮੈਂ ਵਿਚਾਰਾਂ ਨੂੰ ਮੰਨਦਾ।
ਉਹ ਵਿਚਾਰਾਂ ਦਾ ਸਮੂਹ ਹੁੰਦਾ, ਉਹ ਇੱਕ ਵਿਅਕਤੀ ਨਹੀਂ ਹੁੰਦਾ। ਮੈਂ ਕਿਸੇ ਇਸ ਕਿਸਮ ਦੇ ਹੀਰੋਇਜ਼ਮ ਨੂੰ ਨਹੀਂ ਮੰਨਦਾ। ਜੇ ਤੁਸੀਂ ਸਾਡੇ ਲੀਡਰ ਇੱਕ ਦਿਨ ਕਮਜ਼ੋਰ ਪੈਂਦੇ ਆ ਤਾਂ ਦੂਸਰੇ ਦਿਨ ਸਾਡਾ ਭਰਾ ਜਿਹੜਾ ਰਕੇਸ਼ ਟਕੈਤ ਸਾਹਿਬ, ਉਹਦਾ ਚਿਹਰਾ ਸਾਹਮਣੇ ਲਿਆ ਕੇ ਉਹਦਾ ਮਤਲਬ ਸਹਾਰਾ ਲੱਭਦੇ ਆ। ਉਹ ਯਾਰ ਵਿਅਕਤੀਆਂ ਦੇ ਸਹਾਰੇ ਨਹੀਂ ਲੱਭੀਦੇ ਹੁੰਦੇ, ਤੁਹਾਨੂੰ ਇੱਕ ਵਿਚਾਰਧਾਰਾ ਬਣਾਉਣੀ ਜ਼ਰੂਰੀ ਹੁੰਦੀ ਹੈ। ਤੁਸੀਂ ਹੀਰੋ ਦੀ ਗੱਲ ਕੀਤੀ ਜਾਂ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ ਕਿ ਤੁਹਾਨੂੰ ਵੀ ਸੋਸ਼ਲ ਮੀਡੀਆ ਤੇ ਇਨਬਾਕਸ 'ਚ 26 ਤਰੀਕ ਦੀ ਘਟਨਾ ਤੋਂ ਬਾਅਦ ਕਾਫੀ ਬੋਲੇ ਪੰਜਾਬੀ, ਤੇ ਆਪਾਂ ਇੱਥੇ ਗੱਲ ਕਰੀਏ, ਮੈਂ ਇਹ ਗੱਲ ਤਾਂ ਕਰੂੰਗਾ ਕਿਉਂਕਿ ਦੀਪ ਸਿੱਧੂ ਨੂੰ ਤੁਸੀਂ ਥੋੜਾ ਨੇੜਿਓਂ ਜਾਣਦੇ ਹੋ ਜਾਂ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਵਿਚਾਰ ਉਹਦੇ ਨਾਲ ਮਿਲਦੇ ਨੇ, ਤਾਂ ਇਸ ਸਮੇਂ ਮੈਂ ਗੱਲ ਕਰੂੰਗਾ ਕਿ ਪਹਿਲਾਂ ਤਾਂ ਦੀਪ ਸਿੱਧੂ ਨੂੰ ਇੱਕ ਹੀਰੋ ਦੇ ਵਜੋਂ ਬਣਾਇਆ ਜਾਂਦਾ ਜਿੱਦਾਂ ਤੁਸੀਂ ਕਹਿੰਦੇ ਹੋ, ਤੇ ਇੱਕ ਮਿੱਥੇ ਹੋਏ ਦਿਨ ਤੋਂ ਬਾਅਦ ਪੰਜਾਬੀ ਉਸ ਨੂੰ ਗਦਾਰ ਦਾ ਸਰਟੀਫਿਕੇਟ ਵੰਡਣ ਲੱਗੇ। ਅਗਰ ਮੈਂ ਤੁਹਾਡੀ ਵਿਚਾਰਧਾਰਾ ਤੋਂ ਮਤਲਬ ਜਾਣਨਾ ਚਾਹਾਂ ਤਾਂ ਤੁਸੀਂ ਇਸ ਨੂੰ ਕਿੰਨਾ ਕੁ ਸਹੀ ਮੰਨਦੇ ਹੋ ਜਾਂ ਕਿੰਨਾ ਗਲਤ ਮੰਨਦੇ ਹੋ ਕਿ ਇੱਕ ਬੰਦੇ ਨੂੰ ਕੁਝ ਹੀ ਘੰਟਿਆਂ ਦੇ ਬਾਅਦ ਗਦਾਰ ਦਾ ਸਰਟੀਫਿਕੇਟ ਦੇ ਦੇਣਾ, ਉਹ ਵੀ ਇੱਕ ਮੇਨ ਸਟੇਜ ਤੋਂ, ਜਿਹੜੀ ਇਸ ਟਾਈਮ ਮੇਨ ਸਟੇਜ ਆ, ਪੰਜਾਬ ਦੀ ਮੇਨ ਸਟੇਜ ਆ, ਕੁਝ ਕਹਿ ਲਓ ਗਿਣੇ ਚੁਣੇ ਆਗੂਆਂ ਵੱਲੋਂ ਉਸ ਸਟੇਜ ਤੇ ਜਾ ਕੇ ਕਹਿਣਾ ਕਿ ਦੀਪ ਸਿੱਧੂ ਨੇ ਇਸ ਤਰ੍ਹਾਂ ਕੀਤਾ ਜਾਂ ਉਸ ਤਰ੍ਹਾਂ ਕੀਤਾ। ਇਹ ਬਹੁਤ ਹੀ ਮਤਲਬ ਬੌਧਿਕ ਤੌਰ ਤੇ ਸਿਆਣੀ ਗੱਲ ਨਹੀਂ ਜੀ। ਕਿਸੇ ਨੂੰ ਵੀ ਗਦਾਰ ਕਹਿਣਾ ਇੰਨੀ ਜਲਦੀ ਸਿਆਣੀ ਗੱਲ ਨਹੀਂ ਹੁੰਦੀ, ਬਿਲਕੁਲ ਉਵੇਂ ਜਿਵੇਂ ਕਿਸੇ ਨੂੰ ਨਾਇਕ ਕਹਿਣਾ ਵੀ ਸਿਆਣੀ ਗੱਲ ਨਹੀਂ ਹੁੰਦੀ। ਨਾਇਕ ਬਣਨ ਲਈ ਵੀ ਇੱਕ ਪ੍ਰੋਸੈਸ ਲੱਗਦਾ, ਕੰਮ ਕਰਦਾ ਬੰਦਾ, ਉਹ ਕੰਮ ਸਾਲਾਂ ਦਾ, ਮਹੀਨਿਆਂ ਦਾ, ਦਹਾਕਿਆਂ ਦਾ ਹੋ ਸਕਦਾ। ਕੋਈ ਬੰਦਾ ਬਹੁਤ ਸਿਆਣਾ ਹੋਵੇ, ਉਹ ਛੋਟਾ ਕੰਮ ਮਤਲਬ ਛੋਟੇ ਸਮੇਂ 'ਚ ਵੱਡਾ ਕੰਮ ਕਰ ਸਕਦਾ, ਉਹ ਸਾਡਾ ਨਾਇਕ ਬਣ ਜਾਂਦਾ। ਪਰ ਅਸੀਂ ਕਿਸੇ ਬੰਦੇ ਨੂੰ ਮਹੀਨੇ 2 ਮਹੀਨਿਆਂ ਦੇ ਵਿੱਚ ਅਸੀਂ ਨਾਇਕ ਸਾਨੂੰ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਜਿਹਨੂੰ ਅਸੀਂ ਮਹੀਨੇ 2 ਮਹੀਨਿਆਂ ਦੇ ਵਿੱਚ ਨਾਇਕ ਬਣਾਉਨੇ ਆ, ਉਹਨੂੰ ਫਿਰ ਅਸੀਂ ਘੰਟੇ ਦੇ ਵਿੱਚ ਖਲਨਾਇਕ ਵੀ ਬਣਾ ਦਿੰਨੇ ਆ। ਅਸੀਂ ਦੇਖੀ ਹੈ ਇਹ ਗੱਲ, ਹਨਾ, ਸਾਡੇ ਪੰਜਾਬੀਆਂ ਦੀ ਗੱਲ, ਕੱਲੇ ਪੰਜਾਬੀਆਂ ਦੀ ਨਹੀਂ, ਆਮ ਲੋਕ ਮਾਨਸਿਕਤਾ ਦੀ ਗੱਲ ਆ ਇਹ। ਕਿਉਂਕਿ ਕੁਝ ਲੋਕ ਬੋਲਦੇ ਆ ਕਿ ਉਹ ਗਦਾਰ ਆ ਤਾਂ ਉਹਦੇ ਮਗਰ ਸੋਸ਼ਲ ਮੀਡੀਆ ਤੇ ਸਾਰੇ ਲੋਕ ਗਦਾਰ ਕਹਿਣ ਲੱਗ ਜਾਂਦੇ ਆ। ਕੁਝ ਲੋਕ ਕਿਸੇ ਨੂੰ ਹੀਰੋ ਕਹਿੰਦੇ ਆ ਤਾਂ ਉਹਨਾਂ ਦੇ ਮਗਰ ਸਾਰੇ ਹੀਰੋ ਕਹਿਣ ਲੱਗ ਜਾਂਦੇ ਆ। ਮੈਂ ਦੋਨਾਂ ਗੱਲਾਂ ਨੂੰ ਹੀ ਨਹੀਂ ਮੰਨਦਾ। ਇੰਨੀ ਜਲਦੀ ਕੋਈ ਨਾਇਕ ਨਹੀਂ ਬਣਦਾ, ਇੰਨੀ ਜਲਦੀ ਕਿਸੇ ਨੂੰ ਗਦਾਰ ਨਹੀਂ ਕਹੀਦਾ ਹੁੰਦਾ। ਉਹ ਜੋ ਘਟਨਾ ਸੀਗੀ ਉਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਵਾਰੀ-ਵਾਰੀ ਉਹ ਗੱਲ ਕਰਨ ਦਾ ਕੋਈ ਮਤਲਬ ਨਹੀਂ। ਉਹਦੇ ਸਾਰੇ ਵੀਡੀਓ ਕਲਿੱਪ, ਸਾਰੇ ਪੱਖ ਲੋਕਾਂ ਦੇ ਸਾਹਮਣੇ ਨੇ। ਮੈਨੂੰ ਲੱਗਦਾ ਜਦੋਂ ਉਹ ਦੀਪ ਸਿੱਧੂ ਨੇ ਕੰਮ ਕੀਤਾ, ਇਹ ਜਦੋਂ ਉਹਨਾਂ ਨੇ ਝੰਡਾ ਲਾਇਆ, ਉਦੋਂ ਬਾਅਦ ਦੀਪ ਸਿੱਧੂ ਬੋਲਿਆ ਕਿ ਭਾਈ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਕਹਿਣਾ ਵੀ ਆ ਕੇ ਸਾਂਭ ਲਓ। ਮੈਨੂੰ ਲੱਗਦਾ ਕਿ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਉਹ ਗੱਲ ਸਾਂਭ ਲੈਣੀ ਚਾਹੀਦੀ ਸੀ। ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਇਹ ਸਾਡੇ ਬੱਚੇ ਆ, ਅਸੀਂ ਸਾਰੇ ਉੱਥੇ ਆਉਨੇ ਆ, ਅਸੀਂ ਇਸ ਦੇ ਲਈ ਜ਼ਿੰਮੇਵਾਰ ਹਾਂ। ਉਹਨਾਂ ਨੇ ਇਹ ਗੱਲ ਨਹੀਂ ਕਹੀ। ਉਹ ਬਾਅਦ ਚ ਸਾਰਾ ਕੁਝ ਜੋ ਵੀ ਹੋਇਆ ਉਹ ਤੁਹਾਨੂੰ ਪਤਾ ਹੀ ਹੈ। ਹਾਂਜੀ ਗਿੱਲ ਸਾਹਿਬ, ਅਗਰ ਆਪਾਂ ਅੱਜ ਦੀ ਗੱਲ ਕਰੀਏ, ਆਪਾਂ ਆਗੂਆਂ ਦੀ ਗੱਲ ਕਰੀਏ ਜਾਂ ਨੌਜਵਾਨਾਂ ਦੀ ਗੱਲ ਕਰੀਏ ਜਾਂ ਤੁਸੀਂ ਕਿਹਾ ਕਿ ਅਰਥ ਸ਼ਾਸਤਰੀਆਂ ਦੀ ਗੱਲ ਕਰੀਏ, ਅੱਜ ਦੇ ਸਮੇਂ 'ਚ ਜੇਕਰ ਤੁਹਾਡੀ ਗੱਲ ਕੋਈ ਸੁਣਦਾ ਜਾਂ ਵੈਸੇ ਕਹਿ ਲਓ ਕੋਈ ਮੀਟਿੰਗ ਰੱਖਦੇ ਆ, ਕਿਸਾਨ ਆਗੂ ਮੀਟਿੰਗ ਰੱਖਦੇ ਆ, ਪਰ ਇਸ ਸਮੇਂ ਮੈਂ ਵੈਸੇ ਤੁਹਾਨੂੰ ਇਹ ਕੁਐਸਚਨ ਕਰਨ ਜਾ ਰਿਹਾ ਕਿ ਲੱਖਾ ਸਿਧਾਣਾ ਜੋ ਆ ਉਸ ਤੇ ਵੀ ਦੀਪ ਸਿੱਧੂ ਵਾਲੇ ਮਾਮਲੇ ਹੀ ਲੱਗੇ ਨੇ। ਲੱਖਾ ਸਿਧਾਣਾ ਇਸ ਵੇਲੇ ਕੁੰਡਲੀ ਬਾਰਡਰ ਤੇ ਜਾਂ ਸਿੰਘੂ ਬਾਰਡਰ ਤੇ ਵਿੱਚ ਉੱਥੇ ਹੀ ਬੈਠਾ, ਪਰ ਦੀਪ ਸਿੱਧੂ ਉੱਥੇ ਕਿਤੇ ਨਜ਼ਰ ਨਹੀਂ ਆ ਰਿਹਾ। ਤਾਂ ਉਹ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੀਪ ਸਿੱਧੂ ਨੂੰ ਸੰਘਰਸ਼ ਦੇ ਵਿੱਚ ਦੁਬਾਰਾ ਆਉਣਾ ਚਾਹੀਦਾ, ਇੱਕ ਨੌਜਵਾਨਾਂ ਦੇ ਨਾਲ ਆ ਕੇ ਖੜਨਾ ਚਾਹੀਦਾ, ਵਿਚਾਰਧਾਰਾ ਜੋ ਆ, ਜੋ ਇੱਕ ਮੀਟਿੰਗ ਆ ਉਸ ਦੇ ਵਿੱਚ ਹਿੱਸਾ ਲੈ ਕੇ ਫਿਰ ਤੋਂ ਅੰਦੋਲਨ ਨੂੰ ਇੱਕ ਨਵੀਂ ਰਾਹ ਤੇ ਲੈ ਕੇ ਜਾਣਾ ਚਾਹੀਦਾ? ਪਹਿਲੀ ਗੱਲ ਤਾਂ ਇਹ ਹੈ ਕਿ ਦੀਪ ਸਿੱਧੂ ਤੇ ਜਿਹੜਾ ਨਾਮ ਆ ਉਹ ਲੱਖੇ ਸਿਧਾਣੇ ਤੇ ਨਹੀਂ ਆ। ਹਾਂਜੀ, ਇਹਦਾ ਮਤਲਬ ਇਹ ਹੈ ਕਿ ਜਿਹੜੇ ਚਾਰਜ ਉਹਦੇ ਤੇ ਲੱਗੇ ਹੋਣਗੇ ਦੀਪ ਸਿੱਧੂ ਤੇ, ਉਹ ਲੱਖੇ ਤੇ ਨਹੀਂ ਲੱਗੇ ਹੋਣੇ ਹਨ। ਔਰ ਮੈਂ ਇਹ ਚਾਹੁੰਦਾ ਕਿ ਦੀਪ ਸਿੱਧੂ ਵਾਪਸ ਆਵੇ, ਪਰ ਮੈਂ ਇਹ ਚਾਹੁੰਦਾ ਕਿ ਜਿਹੜੇ ਸਾਡੇ ਕਿਸਾਨ ਲੀਡਰ ਨੇ, ਸਤਿਕਾਰਯੋਗ ਸਾਡੇ ਕਿਸਾਨ ਲੀਡਰ, ਚਾਹੇ ਉਹ ਰਾਜੇਵਾਲ ਸਾਹਿਬ ਆ, ਚਾਹੇ ਉਹ ਟਕੈਤ ਸਾਹਿਬ ਆ, ਚਾਹੇ ਉਹ ਹੋਰ ਕੋਈ ਵੀ ਜਿਹੜੇ ਵੱਡੇ ਨੇ, ਉਹਨਾਂ ਨੂੰ ਫਰਾਖ ਦਿਲੀ ਦਿਖਾਉਣੀ ਚਾਹੀਦੀ ਹੈ।
ਉਹਨਾਂ ਨੂੰ ਦੀਪ ਸਿੱਧੂ ਨੂੰ, ਲੱਖੇ ਨੂੰ ਸੱਦਣਾ ਚਾਹੀਦਾ। ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਬੈਠੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਮੌਕਾ ਉਹ ਆ ਕਿ ਮੰਨ ਲਓ ਉਹਦੀ ਕੋਈ ਗਲਤੀ ਵੀ ਸੀਗੀ ਤਾਂ ਉਹਦੀ ਗਲਤੀ ਉਹਨੂੰ ਬਗਾਨਾ ਕਰਕੇ ਨਾ ਕਰੋ, ਉਹਨੂੰ ਬਿਠਾ ਕੇ ਕਰੋ ਨਾ। ਸਾਡੇ ਹੀ ਮੁੰਡੇ ਨੇ, ਸਾਡੇ ਹੀ ਜਵਾਕ ਨੇ। ਮੇਰਾ ਮੁੰਡਾ ਕੋਈ ਗਲਤ ਗੱਲ ਕਰਦਾ ਉਹਨੂੰ ਮੈਂ ਘਰੋਂ ਕੱਢਦੇ, ਮੁੜ ਕੇ ਮਿਲਦਾ ਹੀ ਨਾ, ਉਹਨੂੰ ਆਖਿਆ ਜਿੱਥੇ ਮਰਜੀ ਜਾ, ਉਹਨੂੰ ਮੈਂ ਬੁਲਾਉਂਗਾ ਨਾ। ਰਾਜੇਵਾਲ ਸਾਹਿਬ ਨੇ ਜੋਗਿੰਦਰ ਬਾਸੀ ਭਾਜੀ ਨਾਲ ਗੱਲ ਕਰਦੇ ਹੋਏ ਇਹ ਗੱਲ ਕਹੀ ਹੈ ਕਿ ਲੱਖਾ ਤੇ ਦੀਪ ਸਿੱਧੂ ਮੇਰੇ ਬੇਟਿਆਂ ਵਰਗੇ ਨੇ, ਮੇਰੇ ਬੇਟਿਆਂ ਤੋਂ ਵੀ ਛੋਟੀ ਉਮਰ ਦੇ ਨੇ। ਤੇ ਫਿਰ ਬਾਪੂ ਵਾਲਾ ਜਿਹੜਾ ਇੱਕ ਅਹੁਦਾ ਹੈ, ਇੱਕ ਫਰਜ਼ ਆ, ਇੱਕ ਜਗ੍ਹਾ ਹੈ, ਉਹ ਵੱਡਾ ਦਿਲ ਆ ਜਿਹੜਾ ਉਹ ਦਿਖਾਓ ਨਾ, ਬੁਲਾ ਲਓ ਉਹਨਾਂ ਨੂੰ। ਜੋ ਉਹਦੀਆਂ ਗਲਤੀਆਂ ਹੋਣਗੀਆਂ ਜਾਂ ਜੋ ਕੁਝ ਵੀ ਉਹਨੂੰ ਸਜ਼ਾ ਮਿਲਣੀ ਆ ਕਾਨੂੰਨਨ ਤੌਰ ਤੇ, ਉਹ ਅੱਡ ਗੱਲ ਆ। ਜੋ ਤੁਸੀਂ ਕਹਿਣਾ ਉਹ ਤੁਸੀਂ ਕਹਿ ਸਕਦੇ ਹੋ। ਜਦੋਂ ਤੁਸੀਂ ਬਗਾਨਾ ਕਰੋਗੇ ਕਿਸੇ ਨੂੰ ਤਾਂ ਮਤਲਬ ਇਹ ਤਾਂ ਉਹੀ ਜੀ ਗੱਲ ਆ ਵੀ ਮੇਰਾ ਕਿਸੇ ਨਾਲ ਲੜਾਈ ਹੋਵੇ, ਮੇਰਾ ਜਵਾਕ ਜਾ ਕੇ ਉਹਨਾਂ ਦੇ ਰੋੜੇ ਮਾਰ ਦੇ ਤੇ ਮੈਂ ਆਪਦੇ ਘਰੋਂ ਹੀ ਖੜ ਕੇ ਬੋਲਣ ਲੱਗ ਜਾ, ਨਹੀਂ ਨਹੀਂ ਇਹ ਮੇਰਾ ਨਹੀਂ ਮੁੰਡਾ, ਇਹ ਮੈਂ ਨਹੀਂ ਜਾਣਦਾ, ਇਹ ਕੌਣ ਆ, ਇਹ ਤਾਂ ਗਦਾਰ ਹੈ। ਤੋਂ ਫਿਰ ਜਿਹੜੇ ਜਿਨ੍ਹਾਂ ਦੇ ਰੋੜੇ ਮਾਰ ਕੇ ਆ ਉਹ ਵੀ ਕੱਲ ਨੂੰ ਆ ਕੇ ਮੈਨੂੰ ਕੁੱਟਣਗੇ ਵੀ ਇਹਦਾ ਯਾਰ ਆਪਦਿਆਂ ਦਾ ਹੀ ਨਹੀਂ। ਸੰਘਰਸ਼ ਨੂੰ ਨਾ ਮਜ਼ਬੂਤ ਕਰੀਦਾ ਹੁੰਦਾ। ਉਹਦੇ 'ਚ ਇਹੋ ਜੀਆਂ ਗੱਲਾਂ ਨੇ ਜਿਹੜੀਆਂ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਸੀ, ਉੱਥੇ ਕੁਝ ਗਲਤ ਮੰਨ ਲਓ ਹੋ ਗਿਆ ਤਾਂ ਸਾਡੇ ਗੱਲ ਦੀਪ ਸਿੱਧੂ ਦੀ ਨਹੀਂ, ਇਕੱਲੇ ਦੀ, ਬਿਲਕੁਲ ਦੀਪ ਸਿੱਧੂ ਦੀ ਗੱਲ ਨਹੀਂ ਗੀ, ਨਾ ਲੱਖੇ ਸਿਧਾਣੇ ਦੀ ਹੈ ਗੱਲ, ਸਾਡੀ ਭੈਣ ਦੀ ਵੀ ਆ, ਨੂਦੀਪ ਕੌਰ ਦੀ ਵੀ ਆ, ਸਾਡੇ ਉਹਨਾਂ ਮੁੰਡਿਆਂ ਦੀ ਵੀ ਆ ਜਿਹੜੇ ਗੁੰਮਨਾਮ ਨੇ ਪਰ ਜਿਨ੍ਹਾਂ ਤੇ ਕੇਸ ਨੇ, ਹਨਾ। ਚਲੋ ਇੱਕ ਤਾਂ ਜੁਗਰਾਜ ਦਾ ਨਾਂ ਆ ਗਿਆ ਸਾਹਮਣੇ ਵੀ ਉਹ ਪੋਲ ਤੇ ਚੜਿਆ ਸੀ, ਹੋਰ ਵੀ 100-150 ਮੁੰਡਾ ਜਿਹੜਾ ਸਾਡਾ, ਉਹ ਸਾਰੇ ਬੱਚਿਆਂ ਦੀ ਪੈਰਵਾਈ ਕਰਨੀ ਚਾਹੀਦੀ, ਉਹਨਾਂ ਨੂੰ ਬੁਲਾਉਣਾ ਚਾਹੀਦਾ, ਹਨਾ। ਉਹ ਸਾਰਿਆਂ ਨੂੰ ਬੁਲਾ ਕੇ ਬਿਠਾਉਣਾ ਚਾਹੀਦਾ, ਆਪ ਇੱਕ ਸਾਂਝੀ ਗੱਲ ਕਰਕੇ ਫੇਰ ਅੱਗੇ ਤੁਰਨਾ ਚਾਹੀਦਾ। ਮੈਨੂੰ ਇਦਾਂ ਲੱਗਦੀ ਹੈ ਗੱਲ। ਇੱਥੇ ਆਪਾਂ ਇੱਕ ਗੱਲ ਕਰਾਂਗੇ, ਗੱਲ ਕਿਸਾਨੀ ਅੰਦੋਲਨ ਦੇ ਰਿਲੇਟਡ ਹੀ ਆ ਪਰ ਥੋੜੀ ਹਟ ਕੇ ਇਉਂ ਆ ਕਿਉਂਕਿ ਤੁਸੀਂ ਜ਼ੋਰਾ 10 ਨੰਬਰੀਆ ਫਿਲਮ ਬਣਾਈ, ਉਸ ਦੇ ਵਿੱਚ ਤੁਸੀਂ ਧਰਮਿੰਦਰ ਭਾਜੀ ਉਹਨਾਂ ਦੇ ਨਾਲ ਵੀ ਕੰਮ ਕੀਤਾ ਤੇ ਕਾਫੀ ਸਾਨੂੰ ਵੀ ਸੁਣਨ ਚ ਆਇਆ ਕਿ ਤੁਹਾਡੀ ਦਿਓਲ ਪਰਿਵਾਰ ਦੇ ਨਾਲ ਜੋ ਨੇੜਤਾ ਹੁੰਦੀ ਸੀ ਪਹਿਲਾਂ ਤੇ ਸ਼ਾਇਦ ਹੁਣ ਵੀ ਹੋਵੇ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਤਾਂ ਬਾਲੀਵੁੱਡ ਦੇ ਸਿੰਗਰ ਨੇ ਜੋ ਰਿਹਾਨਾ ਹੋਣੀ ਉਹ ਟਵੀਟ ਕਰਦੀਆਂ ਨੇ ਫਾਰਮਰਾਂ ਦੇ ਹੱਕ 'ਚ, ਕਿਸਾਨਾਂ ਦੇ ਹੱਕ 'ਚ, ਤੇ ਕਿਤੇ ਨਾ ਕਿਤੇ ਆਪਣੀ ਜੋ ਜਿਨ੍ਹਾਂ ਨੂੰ ਆਪਾਂ ਇੱਥੇ ਪੰਜਾਬ ਦੇ ਵਿੱਚ ਰੱਖਿਆ ਜਾਂ ਕਹਿ ਲਓ ਇੱਕ ਉੱਚਾ ਮੁਕਾਮ ਦਿੱਤਾ, ਉਹ ਇਸ ਸਮੇਂ ਕਿਸਾਨਾਂ ਦੇ ਨਾਲ ਖੜ ਨਹੀਂ ਰਹੇ। ਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਆਪਣਾ ਉਹ ਹੁੰਦਾ ਜਿਹੜਾ ਤੁਹਾਡੇ ਨਾਲ ਖੜਦਾ, ਆਪਣਾ ਉਹ ਨਹੀਂ ਹੁੰਦਾ ਜਿਹੜਾ ਤੁਹਾਡੇ ਨਾਲ ਜੰਮਿਆ ਹੋਵੇ ਤੇ ਤੁਹਾਡੇ ਉਲਟ ਭੁਗਤੇ, ਆਪਣਾ ਉਹ ਵੀ ਨਹੀਂ ਹੁੰਦਾ ਜਿਹੜਾ ਤੁਹਾਡੇ ਗੋਤ ਦਾ ਹੋਵੇ ਤੇ ਤੁਹਾਡੇ ਵਿਰੁੱਧ ਭੁਗਤੇ, ਆਪਣਾ ਉਹ ਵੀ ਨਹੀਂ ਹੁੰਦਾ ਜਿਹੜਾ ਤੁਹਾਡੇ ਪਿੰਡ ਦਾ ਹੋਵੇ ਤੇ ਤੁਹਾਡੇ ਵਿਰੁੱਧ ਭੁਗਤੇ, ਆਪਣਾ ਉਹ ਵੀ ਨਹੀਂ ਹੁੰਦਾ ਜਿਹੜਾ ਤੁਹਾਡੇ ਵਾਲੀ ਬੋਲੀ ਬੋਲਦਾ ਹੋਵੇ ਪਰ ਤੁਹਾਡੇ ਵਿਰੁੱਧ ਭੁਗਤੇ। ਨਹੀਂ, ਜਿੱਥੋਂ ਤੱਕ ਦਿਓਲ ਪਰਿਵਾਰ ਦੀ ਗੱਲ ਆ, ਮੇਰੀ ਦਿਓਲ ਪਰਿਵਾਰ ਨਾਲ ਕੋਈ ਨੇੜਤਾ ਨਹੀਂ। ਮੈਂ ਇੱਕ ਫਿਲਮ ਲਿਖੀ, ਉਹਦੇ ਵਿੱਚ ਇੱਕ ਕਰੈਕਟਰ ਸੀਗਾ, ਉਹ ਕਰੈਕਟਰ ਮੈਂ ਕਿਸੇ ਹੋਰ ਕਰੈਕਟਰ ਮਤਲਬ ਐਕਟਰ ਤੋਂ ਕਰਾਉਣਾ ਚਾਹੁੰਦਾ ਸੀ, ਉਹ ਵੀ ਬਹੁਤ ਵੱਡੇ ਐਕਟਰ ਤੋਂ ਕਰਾਉਣਾ ਚਾਹੁੰਦਾ ਸੀ। ਪਰ ਜਦੋਂ ਮੈਂ ਉਹ ਫਿਲਮ ਦੀਪ ਸਿੱਧੂ ਨੂੰ ਸੁਣਾਈ ਜਾਂ ਦੀਪ ਸਿੱਧੂ ਦੇ ਨਾਲ ਉਹ ਬਣਾਉਣ ਦਾ ਫੈਸਲਾ ਕੀਤਾ ਤਾਂ ਮਹੀਨੇ 2 ਮਹੀਨਿਆਂ ਬਾਅਦ ਗੱਲਾਂ ਕਰਦੇ ਕਰਦੇ ਇੱਕ ਦਿਨ ਦੀਪ ਮੈਨੂੰ ਕਹਿੰਦਾ ਕਿ ਸਰ ਆਪਾਂ ਧਰਮਜੀਤ ਤੋਂ ਕਰਵਾ ਲੈਂਦੇ ਆ ਇਹ ਰੋਲ। ਮੈਂ ਕਿਹਾ ਕਰਵਾ ਲਓ, ਮਤਲਬ ਗੱਲ ਕਰ ਲੈਂਦੇ ਉਹਨਾਂ ਨੂੰ, ਠੀਕ ਆ, ਧਰਮਜੀ ਵੀ ਠੀਕ ਲੱਗਣਗੇ। ਧਰਮਜੀ ਕੋਲੇ ਗਏ ਤੇ ਧਰਮਜੀ ਕਹਿੰਦੇ ਬੇਟਾ ਹੈ ਆਪਣਾ ਇਹ ਦੀਪ ਜੋ ਕਹੂਗਾ ਉਹਦੇ ਲਈ ਮੈਂ ਕੁਝ ਵੀ ਕਰ ਸਕਦਾ। ਮੈਂ ਕਿਹਾ ਨਹੀਂ ਜੀ, ਐ ਨਹੀਂ ਕਰਨਾ, ਪਹਿਲਾਂ ਤੁਸੀਂ ਫਿਲਮ 'ਚ ਰੋਲ ਸੁਣੋ, ਜੇ ਤੁਹਾਨੂੰ ਪਸੰਦ ਹੋਇਆ ਫੇਰ ਕਰਿਓ, ਇਸ ਲਈ ਨਹੀਂ ਕਰਨਾ ਕਿ ਦੀਪ, ਕਿਉਂਕਿ ਇਹਦੇ 'ਚ ਮੇਰੀ ਕੋਈ ਸਫਲਤਾ ਨਹੀਂ ਨਾ, ਫਿਰ ਇਹਦਾ ਮਤਲਬ ਹੈ ਕਿ ਉਹ ਤਾਂ ਉਹਦੇ ਖਾਤਰ ਕਰ ਲਿਆ, ਸਾਡੀ ਫਿਲਮ ਦੇ ਖਾਤਰ ਕਰੋ ਨਾ, ਉਹ ਉਸ ਕਰੈਕਟਰ ਦੇ ਲਈ ਕਰੋ। ਤੋ ਧਰਮ ਜੀ ਨੇ ਉਹ ਸੁਣਿਆ ਤੇ ਉਹਨਾਂ ਨੇ ਤਿਆਰ ਹੋ ਗਏ, ਉਹਨਾਂ ਦਾ ਕੀਤਾ। ਉਹ ਜੋਰਾ ਸੈਕੰਡ ਚੈਪਟਰ 'ਚ ਵੀ ਇਸ ਲਈ ਸੀ ਕਿਉਂਕਿ ਉਸ ਫਸਟ ਚੈਪਟਰ ਦੀ ਹੀ ਕਹਾਣੀ ਅੱਗੇ ਤੁਰਦੀ ਸੀ। ਉਸ ਤੋਂ ਬਾਅਦ ਜਦੋਂ ਸਨੀ ਦਿਓਲ
ਗੁਰਦਾਸਪੁਰ ਤੋਂ ਜਿੱਤਿਆ। ਉਸ ਤੋਂ ਬਾਅਦ ਦੀਪ ਇਸ ਸਾਰੇ ਕਾਸੇ ਤੋਂ ਐ ਹੋ ਗਿਆ ਕਿ ਯਾਰ ਇਹ ਬੰਦੇ ਸਹੀ ਨਹੀਂ ਗਏ, ਬੀਜੇਪੀ ਵਾਲੇ ਜਾਂ ਜਿਨ੍ਹਾਂ ਲੋਕਾਂ 'ਚ ਉਹਨੇ ਕੰਮ ਕੀਤਾ ਸੀ ਗੁਰਦਾਸਪੁਰ। ਉਸ ਤੋਂ ਬਾਅਦ ਦੀਪ ਇਸ ਗੱਲ ਤੋਂ ਅੱਡ ਹੋ ਗਿਆ। ਮੇਰੀ ਕੋਈ ਸਿੱਧੀ ਉਹਨਾਂ ਨਾਲ ਨੇੜਤਾ ਨਹੀਂ ਦਿਓਲ ਪਰਿਵਾਰ ਨਾਲ, ਮਤਲਬ ਇਹ ਨਹੀਂ ਕਿ ਮੈਂ ਉਹਨਾਂ ਨੂੰ ਫੋਨ ਕਰਾਂ ਜਾਂ ਮੈਂ ਉਹਨਾਂ ਨੂੰ ਮਿਲਾਂ, ਦੀਪ ਕਰਕੇ ਸੀਗੀ। ਹੁਣ ਜੋਰਾ ਦਾ ਤੀਜਾ ਚੈਪਟਰ ਵੀ ਬਣੂਗਾ ਪਰ ਉਹਦੇ 'ਚ ਜੱਗਾ ਬਾਈ ਨਹੀਂ ਹੋਊਗਾ ਜਿਹੜਾ ਧਰਮਜੀ ਵਾਲਾ ਕਰੈਕਟਰ ਸੀਗਾ। ਇਸ ਕਰਕੇ ਇਹ ਗੱਲ ਵਿਚਾਰਧਾਰਕ ਤੌਰ ਦੀ ਹੋਈ ਹੋਊਗੀ। ਫਿਰ ਉਹੀ ਗੱਲ ਹੋ ਗਈ ਕਿ ਦੀਪ ਨੂੰ ਇਹ ਸਟੈਂਡ ਲੈਣਾ ਪੈਣਾ ਸੀ ਪੰਜਾਬ ਦੇ ਹਿੱਤਾਂ ਲਈ। ਜੇ ਦੀਪ ਨੇ ਇਹ ਸਟੈਂਡ ਲਿਆ ਤਾਂ ਕੁਝ ਲੋਕਾਂ ਨੇ ਤਾਂ ਟੁੱਟਣਾ ਹੀ ਸੀਗਾ, ਉਹ ਲੋਕ ਟੁੱਟ ਗਏ। ਜੇ ਮੇਰੀ ਮਾਸੀ ਦੇ ਮੁੰਡੇ ਮੇਰੇ ਨਾਲੋਂ ਟੁੱਟ ਸਕਦੇ ਆ ਕਿ ਦੀਪ ਸਿੱਧੂ ਗਲਤ ਹੈ ਤੇ ਤੂੰ ਬਾਈ ਦੀਪ ਸਿੱਧੂ ਦੀ ਹਮਾਇਤ ਕਰਦਾ, ਆਪਾਂ ਤੇਰੇ ਨਾਲ ਨਹੀਂ ਬੋਲਦੇ। ਜਾਂ ਮੇਰਾ ਭਾਣਜਾ ਜਿਹੜਾ ਮੇਰੇ ਹੱਥਾਂ 'ਚ ਪਲਿਆ ਉਹ ਦੀਪ ਸਿੱਧੂ ਕਰਕੇ ਮੇਰੇ ਨਾਲੋਂ ਟੁੱਟ ਸਕਦਾ ਹੈ, ਤਾਂ ਫਿਰ ਜੇ ਦੀਪ ਸਿੱਧੂ ਬੀਜੇਪੀ ਦੇ ਜਾਂ ਸਟੇਟ ਦੇ ਖਿਲਾਫ ਬੋਲ ਰਿਹਾ, ਉਸ ਵਿਚਾਰਧਾਰਾ ਦੇ ਖਿਲਾਫ ਬੋਲ ਰਿਹਾ ਜਿਹਨੂੰ ਦਿਓਲ ਪਰਿਵਾਰ ਨਹੀਂ ਮੰਨਦਾ, ਤੇ ਦਿਓਲ ਪਰਿਵਾਰ ਦਾ ਤਾਂ ਉਹ ਲੱਗਦਾ ਵੀ ਕੁਝ ਨਹੀਂ ਸੀਗਾ। ਉਹ ਤਾਂ ਵੈਸੇ ਇੱਕ ਨੇੜਤਾ ਸੀ, ਉਹਨਾਂ ਨਾਲ ਕੰਮ ਕਰ ਰਿਹਾ ਸੀ ਉਹ ਐਜ਼ ਏ ਲਾਇਰ, ਐਜ਼ ਏ ਉਹਨਾਂ ਦਾ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਨੇੜਤਾ ਵੈਸੇ ਬਣ ਗਈ। ਚਲੋ ਪਰਿਵਾਰਕ ਤੌਰ ਤੇ ਉਹ ਬੰਬੇ ਰਹਿੰਦਾ ਸੀ। ਇਸ ਕਰਕੇ ਇਹ ਜਿਹੜੇ ਲੋਕ ਨੇ, ਗੱਲ ਇਕੱਲੇ ਦਿਓਲ ਪਰਿਵਾਰ ਦੀ ਨਹੀਂ, ਬਾਕੀ ਵੀ ਕੋਈ ਵੀ ਗੱਲ ਤੁਹਾਡੇ ਹਿੱਤਾਂ ਦੀ ਹੁੰਦੀ ਹੈ। ਅਸੀਂ ਸਰਪੰਚੀ 'ਚ ਦੇਖ ਲਓ, ਮਤਲਬ ਪੰਚੀ 'ਚ ਵੀ ਦੇਖ ਲਓ ਤੁਸੀਂ। ਇੱਕ ਭਰਾ ਜਿਹੜਾ ਉਹ ਅਕਾਲੀਆਂ ਨੂੰ ਵੋਟ ਪਾਉਂਦਾ, ਦੂਜਾ ਭਰਾ ਜਿਹੜਾ ਉਹ ਪੰਜੇ ਵਾਲਾ ਝੰਡਾ ਚੱਕੀ ਫਿਰਦਾ ਹੁੰਦਾ, ਉਹ ਲੜਦੀ ਪੈਂਦੇ ਨੇ ਆਪਸ ਵਿੱਚ ਦੀ। ਇਹ ਰਾਜਨੀਤੀ ਇਹੋ ਜਿਹੇ ਪਾੜੇ ਪਵਾ ਦਿੰਦੀ ਹੈ। ਗੱਲ ਇਹ ਹੁੰਦੀ ਹੈ ਹਿੱਤਾਂ ਖਾਤਰ ਖੜਨਾ ਹੁੰਦਾ। ਵਿਚਾਰਧਾਰਾ ਨਾਲ ਬਹੁਤ ਘੱਟ ਲੋਕ ਖੜਦੇ ਨੇ, ਬਹੁਤ। ਅੱਜ ਦੇ ਸਮੇਂ ਤਾਂ ਮੈਨੂੰ ਕੋਈ ਨਹੀਂ ਲੱਗਦਾ ਵੀ ਉਹ ਵਿਚਾਰਧਾਰਾ ਮੇਰੀ ਉਹਦੇ ਨਾਲ ਆ, ਮੈਂ ਉਸ ਵਿਚਾਰਧਾਰਾ ਨਾਲ ਇਸ ਕਰਕੇ ਮੈਂ ਉਹਦੇ ਨਾਲ ਖੜਾ। ਗੱਲ ਇਹ ਨਹੀਂ, ਗੱਲ ਇਸ ਲਈ ਖੜਿਆ ਜਾਂਦਾ ਕਿ ਉਹ ਜਿਹੜਾ ਮੇਰਾ 4 ਕਿੱਲਿਆਂ ਦਾ ਰੌਲਾ ਉਹ ਫਲਾਨਾ ਸਰਪੰਚ ਬਣਿਆ ਤਾਂ ਉਹ ਹੱਲ ਕਰਾ ਦੂਗਾ, ਜਾਂ ਮੈਨੂੰ ਜੇ ਆਹ ਬਣਿਆ ਤਾਂ ਉਹ ਮੇਰਾ ਪੈਟਰੋਲ ਪੰਪ ਆ ਜਿਹੜਾ ਉਹ ਐ ਹੋ ਜਾਊਗਾ, ਉਹ ਫਲਾਨਾ ਮੇਰਾ ਭਤੀਜਾ ਐ, ਮੇਰਾ ਮੁੰਡਾ ਫਲਾਨੇ ਨੌਕਰੀ ਮਿਲ ਜੂਗੀ। ਇਹੋ ਜਿਹੇ ਹਿੱਤਾਂ ਦੀ ਪੂਰਤੀ ਲਈ ਹੁੰਦੀ ਆ। ਉਹ ਵੱਡੇ ਲੋਕ ਨੇ ਜਿੰਨੇ ਵੀ ਬੰਬੇ ਦੇ ਵਿੱਚ ਬੈਠੇ, ਜਿਨ੍ਹਾਂ ਨੇ ਆ ਪਿਛਲੇ ਦਿਨੀ ਸਰਕਾਰ ਨੇ ਟਵੀਟ ਕਰਵਾਏ ਹਨਾ। ਹੁਣ ਲਤਾ ਮੰਗੇਸ਼ਕਰ ਜੀ ਨੂੰ ਥੋੜੀ ਪਤਾ ਕਿ ਇਹ ਟਵੀਟ ਕੀ ਹੈ ਮੇਰੇ ਟਵੀਟਰ ਤੋਂ, ਉਹਨਾਂ ਨੂੰ ਨਹੀਂ ਪਤਾ ਹਨਾ, ਪਰ ਉਹ ਕਰਨੇ ਪਏ ਕਿਉਂਕਿ ਉਹ ਸਰਕਾਰ ਨੇ ਕਿਹਾ ਔਰ ਉਹ ਹਿੱਤ ਨੇ ਸਰਕਾਰ ਨੇ। ਬਾਕੀ ਜਿਹੜੇ ਅਕਸ਼ੇ ਕੁਮਾਰ, ਅਜੇ ਦੇਵਗਨ ਨੇ, ਇਹਨਾਂ ਨੂੰ ਇਹ ਹੁੰਦਾ ਕਿ ਸਾਡੇ ਇਨਕਮ ਟੈਕਸ ਦਾ ਛਾਪਾ ਪੈ ਜਾਊਗਾ, ਇਹੋ ਜਿਹੇ ਉਹਨਾਂ ਦੀਆਂ ਗੱਲਾਂ ਨੇ। ਇਸ ਕਰਕੇ ਉਹ ਉਧਰ ਖੜੇ ਨੇ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਜਦੋਂ ਰਿਹਾਨਾ ਟਵੀਟ ਕਰਦੀ ਹੈ ਕਿਸਾਨਾਂ ਦੇ ਹੱਕ ਵਿੱਚ, ਤਾਂ ਉਸ ਤੋਂ ਬਾਅਦ ਬੀਜੇਪੀ ਸਰਕਾਰ ਆ ਜਾਂ ਜੋ ਉਹਨਾਂ ਦਾ ਆਈਟੀ ਸੈੱਲ, ਉਹ ਸਾਰੇ ਜੋ ਇਹ ਐਕਟਰ ਨੇ, ਅਕਸ਼ੇ ਕੁਮਾਰ ਹੋ ਗਏ ਜਾਂ ਲਤਾ ਮੰਗੇਸ਼ਕਰ ਜੀ ਹੋ ਗਏ, ਆਪਾਂ ਮਤਲਬ ਵੀ ਇਹ ਸਾਰਿਆਂ ਤੋਂ ਸਰਕਾਰ ਕਰਵਾ ਰਹੀ ਹੈ ਟਵੀਟ? ਬਿਲਕੁਲ ਕਰਵਾ ਰਹੀ ਹੈ। ਇੱਕ ਹੀ ਸਕ੍ਰਿਪਟ ਆ, ਉਹੀ ਸਕ੍ਰਿਪਟ ਸਾਰਿਆਂ ਨੂੰ ਦਿੱਤੀ ਜਾਂਦੀ ਹੈ। ਜਿੱਦਾਂ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਆ ਤੁਸੀਂ ਬਸ ਕਾਪੀ ਪੇਸਟ ਹੀ ਕਰਨਾ, ਉਹਨੂੰ ਕਿਸੇ ਨੇ ਮਾੜਾ ਮੋਟਾ ਬਦਲ ਕੇ ਕਰ ਲਿਆ, ਨਹੀਂ ਐਜ਼ ਇਟ ਕਾਪੀ ਪੇਸਟ ਕੀਤਾ ਗਿਆ। ਉਹ ਇੱਕ ਉਹਨਾਂ ਨੇ ਮਤਲਬ ਆਪਦੇ ਬਚਾਅ ਖਾਤਰ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਰਿਹਾਨਾ ਇੱਕ ਇੰਟਰਨੈਸ਼ਨਲ ਸੈਲੀਬ੍ਰਿਟੀ ਹੈ ਤੇ ਇਹ ਵੀ ਸੈਲੀਬ੍ਰਿਟੀਆਂ ਨੇ ਜਿਹੜੀਆਂ ਉਹਨਾਂ ਨੂੰ ਲੱਗਦਾ ਕਿ ਇਹ ਆ ਸਾਡੇ ਹੱਕ 'ਚ ਟਵੀਟ ਕਰਨਗੇ, ਤਾਂ ਇਹ ਬੜੀ ਬਚਗਾਨੀ ਤੇ ਬਹੁਤ ਹੀ ਹਾਸੋਹੀਣੀ ਖੇਡ ਸੀਗੀ ਸਾਰੀ ਸੈਂਟਰ ਸਰਕਾਰ ਦੀ। ਮਤਲਬ ਇਸ ਲੈਵਲ ਤੇ ਆ ਕੇ ਉਹ ਮਤਲਬ ਗੱਲ ਨੂੰ ਇਸ ਲੈਵਲ ਤੇ ਲੈ ਆਉਣਾ ਕਿ ਆਪਣੇ ਆਪ ਦਾ ਬਚਾਅ ਇਸ ਲੈਵਲ ਤੇ ਕਰਨ ਲੱਗ ਜਾਣਾ, ਇਹ ਗੱਲ ਇਹਦੀ ਤੇ ਬਹੁਤ ਥੂ ਹੋਈ ਇੰਟਰਨੈਸ਼ਨਲ ਲੈਵਲ ਤੇ। ਤੁਸੀਂ ਰਾਜਨੀਤੀ ਦੀ ਗੱਲ ਕੀਤੀ ਆ ਪਹਿਲਾਂ ਕਿ ਰਾਜਨੀਤਿਕ ਬਹੁਤ ਪੁਆੜੇ ਪਵਾ ਦਿੰਦੀ ਹੁੰਦੀ ਆ ਰਾਜਨੀਤੀ ਜੋ ਹੁੰਦੀ ਆ, ਤੇ ਆਪਾਂ ਅਗਰ ਅੱਜ ਦੇ ਸਮੇਂ 'ਚ ਦੇਖੀਏ, ਦੀਪ ਸਿੱਧੂ ਤੇ ਲੱਖਾ ਸਿਧਾਣਾ ਨੇ ਜੋ ਉਹ ਪੰਜਾਬ ਦੇ ਨੌਜਵਾਨ ਵਰਗ ਵੱਲੋਂ ਮੁੱਖ ਚਿਹਰਾ ਨੇ, ਤੇ ਉਹ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਸੀ। ਚਾਹੇ ਉਹ ਆਪਾਂ ਕਿਸਾਨੀ ਅੰਦੋਲਨ ਨੂੰ ਇੱਕ ਸਾਈਡ ਤੇ ਰੱਖ ਕੇ ਜਾਂ ਕੋਈ ਵੀ ਕੋਈ ਮੁੱਦਾ ਹੋਵੇ, ਕਿਉਂਕਿ ਲੱਖੇ ਸਿਧਾਣੇ ਨੂੰ ਕਾਫੀ ਟਾਈਮ ਤੋਂ ਉਹ ਹਰ ਇੱਕ ਮੁੱਦੇ ਤੇ ਬੋਲਦਾ ਆ, ਜਾਂ ਦੀਪ ਸਿੱਧੂ ਵੀ ਤੁਸੀਂ ਖੁਦ ਜਾਣੋ ਕਿ ਕਰੋਨਾ ਦੇ ਟਾਈਮ ਵੀ ਲਾਈਵ ਹੋ ਕੇ ਸਰਕਾਰ ਤੇ ਤੰਜ ਕੱਸਦਾ ਆ। ਤੇ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਡਰ ਪੈ ਗਿਆ ਸੀ ਲੱਖੇ ਸਿਧਾਣੇ ਤੇ ਦੀਪ ਸਿੱਧੂ ਤੋਂ, ਤੇ ਸ਼ਾਇਦ ਤਾਂ ਕਰਕੇ ਇਹ ਸਾਰਾ ਅੱਜ ਦਾ ਜੋ ਹੋ ਰਿਹਾ ਤਾਂ ਹੋਇਆ ਹੋਵੇ? ਹੋ ਸਕਦਾ ਉਹਨਾਂ ਨੂੰ
ਡਰ ਪੈ ਗਿਆ ਹੋਵੇ, ਕੱਲਾ ਸਰਕਾਰ ਨੂੰ ਹੀ ਨਹੀਂ, ਉਹਨਾਂ ਨੂੰ ਵੀ ਡਰ ਪੈ ਗਿਆ ਜਿਨ੍ਹਾਂ ਨੂੰ, ਜਿਹੜੇ ਇਹ ਸੁਪਨੇ ਦੇਖਦੇ ਆ ਕਿ 2022 ਦੇ ਵਿੱਚ ਪੰਜਾਬ 'ਚ ਅਸੀਂ ਸਰਕਾਰ ਬਣਾਵਾਂਗੇ। ਉਹਨਾਂ ਧਿਰਾਂ ਨੂੰ ਵੀ ਇਹ ਡਰ ਆ। ਉਹ ਧਿਰਾਂ ਜਿਹੜੀਆਂ ਅੱਜ ਸੱਤਾ 'ਚ ਹੈਗੀਆਂ ਉਹਨਾਂ ਨੂੰ ਵੀ ਡਰ ਆ, ਜਿਹੜੀਆਂ ਸੱਤਾ 'ਚ ਆਉਣ ਦੇ ਸੁਪਨੇ ਦੇਖਦੀਆਂ ਨੇ ਅੱਜ ਸੱਤਾ 'ਚ ਨਹੀਂ, ਉਹਨਾਂ ਨੂੰ ਵੀ ਡਰ ਆ ਇਸ ਗੱਲ ਦਾ, ਕਿਉਂਕਿ ਇਹ ਤਾਂ ਬਦਲਿਆ ਹੀ ਜਾਣਾ ਨਾ। ਪਰ ਇਹਨਾਂ ਦੀ ਤਾਂ ਉਹ ਗੇਮ ਆ, ਮਤਲਬ ਮੈਂ ਜੋਰਾ 'ਚ ਵੀ ਇਹ ਗੱਲ ਲਿਖੀ ਸੀਗੀ, ਡਾਇਲੌਗ ਵੀ ਸੀਗਾ ਕਿ ਤੀਜੀ ਧਿਰ ਨਹੀਂ ਖੜੀ ਹੋਣ ਦੇਣੀ। ਇਹਨਾਂ ਨੇ ਤਾਂ ਇੱਕ ਦੂਜੇ ਨਾਲ, ਮਤਲਬ ਹੁੰਦਾ ਨਾ ਕਿ 5 ਸਾਲ ਤੂੰ, ਉਹ ਜਿਵੇਂ ਕਹਿੰਦੇ ਹੁੰਦੇ ਆ ਉੱਤਰ ਕਾਟੋ ਮੈਂ ਚੜਾਂ, 5 ਸਾਲ ਮੈਂ। ਹੁਣ ਇਹਨਾਂ ਨੂੰ ਲੱਗਦਾ ਸੀ ਕਿ ਇਹ ਕਿਸਾਨ ਅੰਦੋਲਨ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈਆਂ, ਬਹੁਤ ਬੁਰੀ ਤਰ੍ਹਾਂ, ਕਾਂਗਰਸ ਅਕਾਲੀ ਸਭ ਫੇਲ ਹੋ ਗਏ। ਇਹਨਾਂ ਨੂੰ ਲੱਗਦਾ ਸੀ ਕਿ ਇਹ ਕਿਸਾਨ ਅੰਦੋਲਨ ਦਾ ਜਿਹੜਾ ਅਸਰ ਆ ਉਹ ਆਉਣ ਵਾਲੀਆਂ ਜਿਹੜੀਆਂ ਵੋਟਾਂ ਹੋਣਗੀਆਂ ਉਹਨਾਂ ਦੇ ਵਿੱਚ ਪਊਗਾ, ਔਰ ਜਿਹੜੇ ਚਿਹਰੇ ਕਿਸਾਨ ਅੰਦੋਲਨ ਦੇ ਨਾਇਕ ਬਣ ਕੇ ਉੱਭਰੇ, ਜਦੋਂ ਅਸੀਂ ਜਿੱਤ ਕੇ ਆਉਣਗੇ ਸਾਡੇ ਕਿਸਾਨ, ਯਕੀਨਨ ਜਿੱਤ ਕੇ ਆਉਣਗੇ ਉਹ, ਤਾਂ ਉਹ ਚਿਹਰੇ ਆ ਜਿਹੜੇ ਉਹ ਰਾਜਨੀਤੀ ਇੱਕ ਕੋਈ ਜਥੇਬੰਦੀ ਵੀ ਬਣਾ ਸਕਦੇ ਆ, ਉਹ ਆਪਣੀ ਕਿਸਾਨ ਯੂਨੀਅਨ ਵੀ ਕੋਈ ਆਪਣੀ ਰਾਜਨੀਤਿਕ ਜਥੇਬੰਦੀ ਬਣਾ ਸਕਦੀ ਆ, ਉਹ ਉਮੀਦਵਾਰ ਖੜੇ ਕਰਨਗੇ ਤਾਂ ਉਹ ਜਿੱਤਣਗੇ। ਇਸ ਕਰਕੇ ਸਾਰੇ ਪਾਸਿਆਂ ਤੋਂ ਉਹ ਡਰ ਗਏ। ਉਹ ਰਾਜਨੀਤਿਕ ਜਿਹੜੇ ਰਵਾਇਤੀ ਰਾਜਨੀਤੀ ਆ, ਜਿਹੜੇ 50-50 ਸਾਲ ਤੋਂ 60-60 ਸਾਲ ਤੋਂ 100-100 ਸਾਲ ਤੋਂ ਰਾਜਨੀਤੀ ਕਰ ਰਹੇ ਸੀ, ਉਹਨਾਂ ਨੂੰ ਆਪਦੀ ਪੈਰਾਂ ਹੇਠਲੀ ਧਰਤ ਆ ਜਿਹੜੀ ਉਹ ਪਹਿਲਾਂ ਹੀ ਖੁਰ ਗਈ ਸੀ। ਬਥੇਰੇ ਟਰੈਕਟਰ ਲੈ ਕੇ ਨਿਕਲੇ, ਉਹਨਾਂ ਨੂੰ ਲੱਗਿਆ ਬਥੇਰਾ ਕੁਝ ਕੀਤਾ। ਪਹਿਲਾਂ ਉਹਨਾਂ ਨੇ ਬਿੱਲ ਦੇ ਹੱਕ 'ਚ ਬੋਲੇ, ਫਿਰ ਉਹ ਬਿੱਲ ਦੇ ਵਿਰੋਧ 'ਚ ਬੋਲੇ, ਪਰ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਗੇਮ ਤਾਂ ਕਿਸੇ ਪਾਸੇ ਹੱਥ ਨਹੀਂ ਆ ਰਹੀ। ਉਹ ਸਾਰੇ ਡਰੇ ਇਹਨਾਂ ਨੌਜਵਾਨਾਂ ਤੋਂ, ਜਿੰਨੇ ਵੀ ਉੱਥੇ ਚਿਹਰੇ ਉੱਭਰ ਕੇ ਸਾਹਮਣੇ ਆ ਰਹੇ ਆ ਉਹਨਾਂ ਸਾਰਿਆਂ ਤੋਂ ਹੀ ਉਹ ਡਰੇ ਵੀ। ਪਰ ਤੁਸੀਂ ਇੱਥੇ ਇੱਕ ਗੱਲ ਦੇਖੀ ਆ ਗਿੱਲ ਸਾਹਿਬ, ਜਿਸ ਦਿਨ ਦੀਪ ਸਿੱਧੂ ਤੇ ਇਨਾਮ ਰੱਖਿਆ ਜਾਂਦਾ ਕਿ ਦੀਪ ਸਿੱਧੂ ਨੂੰ ਜੋ ਲੱਭੂਗਾ ਉਸ ਤੇ ਇਨਾਮ ਰੱਖਿਆ 1 ਲੱਖ ਰੁਪਇਆ, ਉਸੇ ਦਿਨ ਪੰਜਾਬ ਦੀ ਅਕਾਲੀ ਦਲ ਪਾਰਟੀ ਤੋਂ ਸੁਖਬੀਰ ਬਾਦਲ ਸਾਹਿਬ ਟਕੈਤ ਸਾਹਿਬ ਦੇ ਸਰੂਪਾ ਪਾਉਣ ਜਾਂਦੇ ਨੇ ਗਾਜੀਪੁਰ ਬਾਰਡਰ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਮੈਂ ਹੈਰਾਨ ਆ ਇਸ ਗੱਲ ਤੇ ਕਿ ਉਹ ਉੱਥੇ ਪਹੁੰਚ ਕਿਵੇਂ ਗਏ। ਹਾਲਾਂਕਿ ਮੈਂ ਤੁਹਾਡੀ ਗੱਲ ਇੱਥੇ ਉਹ ਕਰੂੰਗਾ ਕਿਉਂਕਿ ਪਹਿਲੇ ਦਿਨ ਜਦੋਂ 25 ਨਵੰਬਰ ਨੂੰ ਪੰਜਾਬੋਂ ਗਏ ਨੇ ਹਰਿਆਣੇ ਵਾਲੇ ਬੈਰੀਕੇਡ ਤੋੜ ਕੇ, ਉਸੇ ਦਿਨ ਕਿਸਾਨਾਂ ਨੇ ਜਾਂ ਕਿਸਾਨ ਆਗੂਆਂ ਨੇ ਕਹਿਤਾ ਸੀ ਕਿ ਅਸੀਂ ਅੰਦੋਲਨ ਦੇ ਵਿੱਚ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਵੜਨ ਨਹੀਂ ਦੇਵਾਂਗੇ, ਪਰ ਹੁਣ ਟਕੈਤ ਸਾਹਿਬ ਦੇ ਸਰੂਪਾ ਪਹੁੰਚ ਜਾ ਰਹੇ ਨੇ। ਮੈਨੂੰ ਬੜੀ ਹੈਰਾਨੀ ਹੋਈ, ਮੈਨੂੰ ਇਹ ਹੈਰਾਨੀ ਹੋਈ ਵੀ ਇਹ ਟਕੈਤ ਸਾਹਿਬ ਤੱਕ ਪਹੁੰਚਣ ਲਈ ਸੁਖਬੀਰ ਸਿੰਘ ਬਾਦਲ ਨੂੰ ਰਾਹ ਕਿਵੇਂ ਮਿਲ ਗਿਆ, ਮਤਲਬ ਉਹਨੂੰ ਕਿਵੇਂ ਜਾਣ ਦਿੱਤਾ ਗਿਆ ਉੱਥੋਂ ਤੱਕ। ਮਤਲਬ ਹਰਿਆਣੇ ਦੇ ਵਿੱਚ ਤੁਸੀਂ ਦੇਖਿਆ ਹੋਣਾ, ਖੱਟਰ ਜਿਹੜਾ ਮਨੋਹਰ ਲਾਲ ਖੱਟਰ ਆ ਉਹਨੂੰ ਰਾਹ ਤੱਕ ਨਹੀਂ ਦਿੱਤਾ, ਹਨਾ। ਉਹਦਾ ਹੈਲੀਕਾਪਟਰ ਸੀ ਉਹ ਉਤਰਨ ਨਹੀਂ ਦਿੱਤਾ। ਉਹਦੇ ਜਿਹੜੇ ਲੀਡਰ ਸੀਗੇ ਜਾਂ MLA ਸੀਗੇ ਜਾਂ ਉੱਥੋਂ ਦੇ ਮੰਤਰੀ ਸੀ ਉਹਨਾਂ ਨੂੰ ਰਾਹ ਨਹੀਂ ਮਿਲਦਾ। ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਆ ਕਿ ਸੁਖਬੀਰ ਸਿੰਘ ਬਾਦਲ ਟਕੈਤ ਸਾਹਿਬ ਤੱਕ ਪਹੁੰਚ ਕਿਵੇਂ ਗਿਆ, ਔਰ ਉਹ ਸਰੋਪਾ ਜਾਂ ਜੋ ਕੁਝ ਵੀ ਉਹਨਾਂ ਨੇ ਕੀਤਾ, ਇੱਕ ਰਸਮ ਜਿਹੜੀ ਹੁੰਦੀ ਆ, ਇਹ ਕਿਵੇਂ ਹੋਈ। ਇਹ ਗੱਲ ਉਹ ਮੇਰੇ ਲਈ ਵੀ ਉਵੇਂ ਹੀ ਹੈਰਾਨੀਜਨਕ ਆ ਜਿਵੇਂ ਤੁਹਾਡੇ ਲਈ ਆ, ਤੇ ਜਿਹੜੇ ਵੀ ਸੂਝਵਾਨ ਪੰਜਾਬੀ ਆ ਉਹਨਾਂ ਸਾਰਿਆਂ ਦੇ ਲਈ ਆ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਸ ਤਸਵੀਰ ਨੂੰ ਕਿਵੇਂ ਦੇਖਦੇ ਹੋ ਵੀ ਪੰਜਾਬ ਦੇ ਵਿੱਚ ਰਾਜਨੀਤਿਕ ਜੋ ਪਾਰਟੀਆਂ ਨੇ ਉਸ ਤੇ ਕਿਵੇਂ ਅਸਰ ਪੈ ਸਕਦਾ ਇਸ ਜੋ ਉਹਨਾਂ ਨੇ ਸਰੂਪਾ ਭੇਟ ਕੀਤਾ ਟਕੈਤ ਸਾਹਿਬ ਨੂੰ, ਕਿਉਂਕਿ ਇਸ ਸਮੇਂ ਟਕੈਤ ਸਾਹਿਬ ਦੇ ਪਿੱਛੇ ਲਗਭਗ ਸਾਰੀ ਯੂਪੀ ਖੜੀ ਆ, ਤੇ ਤੁਹਾਨੂੰ ਨਹੀਂ ਲੱਗਦਾ ਕਿ ਰਾਜਨੀਤਿਕ ਪਾਰਟੀਆਂ ਦੀ ਕੁਝ ਸ਼ੈ ਸੀ ਉੱਥੇ ਪਹੁੰਚਣਾ? ਹੋ ਸਕਦਾ, ਮੈਂ ਪਹਿਲਾਂ ਹੀ ਕਹਿ ਚੁੱਕਿਆ ਨਾ ਵੀ ਤੁਸੀਂ ਸਾਡੇ ਜਿਹੜੇ ਬਜ਼ੁਰਗ ਨੇਤਾ ਨੇ ਉਹ ਖੜੇ ਦੇ ਖੜੇ ਰਹਿ ਗਏ, ਔਰ ਜਿਹੜਾ ਫੋਕਸ ਸੀਗਾ ਉਹ ਸਾਰਾ ਇੱਕਦਮ ਟਕੈਤ ਸਾਹਿਬ ਤੇ ਸ਼ਿਫਟ ਹੋ ਗਿਆ, ਹਨਾ। ਮੈਂ ਇਹਦੇ ਬਾਰੇ ਕੋਈ ਇਹੋ ਜਿਹੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਜਿਹਨਾਂ ਸ਼ਬਦਾਂ ਤੋਂ ਇਹ ਲੱਗੇ ਕਿ ਮੈਂ ਕਿਸਾਨ ਯੂਨੀਅਨ ਦੇ ਲੀਡਰਾਂ ਬਾਰੇ ਕੋਈ ਬੁਰਾ ਬੋਲ ਰਿਹਾ ਜਾਂ ਮੈਂ ਕੋਈ ਉਹਨਾਂ ਤੇ ਸ਼ੱਕ ਕਰ ਰਿਹਾ, ਪਰ ਮੈਨੂੰ ਦੁੱਖ ਹੋਇਆ ਇਸ ਗੱਲ ਦਾ। ਉਹਦੇ ਪਿੱਛੇ ਕੋਈ ਕਾਰਨ ਵੀ ਹੋਵੇ, ਮੈਨੂੰ ਸੀਗਾ ਕਿ ਜਿਹੜੀ ਇੱਕ ਜਦੋਂ ਅਸੀਂ ਨਾਟਕ ਕਰਦੇ ਹੁੰਦੇ ਨਾ ਤਾਂ ਇੱਕ ਫੋਕਸ ਹੁੰਦਾ ਲਾਈਟ ਦਾ, ਉੱਪਰੋਂ ਐ ਸਪੌਟ ਪੈਂਦਾ, ਉਹ ਸਪੌਟ ਆ ਜਿਹੜਾ ਪੰਜਾਬ ਦੀ ਜਾਂ ਹਰਿਆਣੇ ਦੀ ਜਾਂ ਗੁਰਨਾਮ ਸਿੰਘ ਹੋ ਰਿਹਾ ਚਾਹੇ ਰਾਜੇਵਾਲ ਸਾਹਿਬ ਆ, ਉਹਨਾਂ ਤੋਂ ਸ਼ਿਫਟ ਹੋ ਕੇ ਇੱਕਦਮ ਉਹ ਆ ਜਿਹੜਾ ਉਹ ਉਸ ਬਾਰਡਰ, ਸ਼ਾਇਦ ਉਹ ਗਾਜ਼ੀਪੁਰ ਬਾਰਡਰ ਆ, ਉਹਦੇ ਤੇ ਚਲਾ ਗਿਆ। ਮੈਨੂੰ ਇਹ ਗੱਲ ਆ ਜਿਹੜੀ
ਬੇਸ਼ੱਕ ਅਸੀਂ ਉਹ ਕਿਸਾਨ ਸੰਘਰਸ਼ ਜਿੱਤ ਜੀਏ, ਜੋ ਕਿ ਅਸੀਂ ਜਿੱਤਾਂਗੇ, ਪਰ ਮੈਨੂੰ ਇਹ ਜਿਹੜਾ ਹੈਗਾ ਨਾ ਫੋਕਸ ਸ਼ਿਫਟ ਹੋਇਆ ਚੰਗਾ ਨਹੀਂ ਲੱਗਿਆ ਵਿਅਕਤੀਗਤ ਤੌਰ ਤੇ। ਮੈਨੂੰ ਲੱਗਿਆ ਕਿ ਯਾਰ ਇਹ ਇਦਾਂ ਨਹੀਂ ਸੀ ਹੋਣਾ ਚਾਹੀਦਾ ਜੇ ਸਾਡੇ ਕਿਸਾਨ ਲੀਡਰ ਜਿਹਨੂੰ ਕਹਿੰਦੇ ਹੁੰਦੇ ਚਾਰੇ ਗੱਡ ਕੇ ਖੜੇ ਹੁੰਦੇ ਕਿ ਕੋਈ ਗੱਲ ਨਹੀਂ ਯਾਰ ਕੋਈ ਹਨਾ, ਉਹ ਥੋੜੇ ਜਿਹੇ ਕਮਜ਼ੋਰ ਪਏ, ਫੋਕਸ ਸ਼ਿਫਟ ਹੋ ਗਿਆ ਹਨਾ। ਚਲੋ ਟਕੈਤ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ, ਉਹ ਜਿਸ ਤਰੀਕੇ ਨਾਲ ਬੋਲੇ, ਜੋ ਉਹਨਾਂ ਨੇ ਪੰਜਾਬ ਬਾਰੇ ਜਾਂ ਸਿੱਖਾਂ ਬਾਰੇ ਜੋ ਗੱਲ ਕੀਤੀ, ਅਸੀਂ ਉਹਨਾਂ ਦੇ ਹਮੇਸ਼ਾ ਧੰਨਵਾਦੀ ਰਹਾਂਗੇ। ਪਰ ਜਿਹੜੀ ਤੁਸੀਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰ ਰਹੇ ਹੋ, ਇਹ ਮੈਨੂੰ ਮਤਲਬ ਕਈ ਚੀਜ਼ਾਂ ਬਹੁਤ ਦੁੱਖ ਦਿੰਦੀਆਂ ਨੇ। ਜਿਵੇਂ ਮੈਂ ਕੱਲ ਇੱਕ ਫੇਸਬੁੱਕ ਤੇ ਮੈਂ ਸ਼ੇਅਰ ਕੀਤਾ ਸੀ, ਐਮਸੀ ਦੀਆਂ ਵੋਟਾਂ ਪੈ ਰਹੀਆਂ ਨੇ ਹਨਾ, ਮਿਊਨਿਸਪਲ ਕਾਰਪੋਰੇਸ਼ਨ ਦੀਆਂ ਹਨਾ, ਨਗਰਪਾਲਿਕਾ ਦੀਆਂ। ਪਹਿਲਾਂ ਤਾਂ ਮੈਂ ਇਹ ਗੱਲ ਨੂੰ ਨਹੀਂ ਸਮਝ ਪਾ ਰਿਹਾ ਵੀ ਇਹ ਕੌਣ ਲੋਕ ਨੇ ਜਿਹੜੇ ਕਿਸਾਨ ਅੰਦੋਲਨ ਇੰਨਾ ਚੱਲ ਰਿਹਾ ਉਹਦੇ ਵਿੱਚ ਵੀ ਮਤਲਬ ਕਾਂਗਰਸੀ ਜਾਂ ਅਕਾਲੀ ਜਾਂ ਬੀਜੇਪੀ ਵਾਲੇ ਸਮਝਦੇ ਨੇ ਕਿ ਵੋਟਾਂ ਪੈਣਗੀਆਂ ਤੇ ਅਸੀਂ ਜਿੱਤ ਵੀ ਜਾਵਾਂਗੇ। ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ। ਪਰ ਮੈਂ ਇੱਥੇ ਤੁਹਾਨੂੰ ਇੱਕ ਛੋਟੀ ਮਾਫ ਕਰਨਾ, ਮੈਂ ਇੱਕ ਸ਼ੇਅਰ ਕੀਤੀ, ਇੱਕ ਬੀਜੇਪੀ ਦਾ ਉਮੀਦਵਾਰ ਮਹੱਲੇ ਦਾ ਹਨਾ ਐਮਸੀ, ਇੱਕ ਸਰਦਾਰ ਬੰਦਾ ਬੀਜੇਪੀ ਦੀ ਸੀਟ ਤੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਖੜਾ ਹੋਇਆ ਔਰ ਉਹ ਮਾਣ ਨਾਲ ਆਪਦਾ ਪ੍ਰਚਾਰ ਕਰ ਰਿਹਾ। ਮੈਨੂੰ ਇਹ ਗੱਲ ਬਹੁਤ ਮਤਲਬ ਮੈਨੂੰ ਸਮਝ ਨਹੀਂ ਆਈ ਵੀ ਇਹ ਕੀ ਹੈ। ਪਰ ਉਮੀਦਵਾਰ ਤਾਂ ਪ੍ਰਚਾਰ ਤਾਂ ਕਰ ਰਹੇ ਨੇ ਕਿਉਂਕਿ ਲੋਕ ਉਹਨਾਂ ਦਾ ਸਾਥ ਦੇ ਰਹੇ ਨੇ। ਬਿਲਕੁਲ 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 ਇਹੀ ਗੱਲ ਹੈ ਨਾ। ਉਹ ਕਿਹੜੇ ਲੋਕ ਨੇ ਜਿਹੜੇ ਲੋਕ ਇਸ ਕਿਸਾਨ ਸੰਘਰਸ਼ ਦੇ ਵਿੱਚ ਵੀ ਵੋਟਾਂ ਦੇ ਹੱਕ 'ਚ ਨੇ ਔਰ ਵੋਟਾਂ ਪੈ ਰਹੀਆਂ ਨੇ, ਔਰ ਇਹ ਕਿਸਾਨ ਯੂਨੀਅਨ ਇੱਕ ਪਾਸੇ ਉਧਰ ਲੜ ਰਹੀਆਂ ਨੇ, ਦੂਜੇ ਪਾਸੇ ਉਹ ਰਾਜਨੀਤਿਕ ਪਾਰਟੀਆਂ ਜਿਹੜੇ ਆਪਦੀ ਸ਼ਾਖ ਬਿਲਕੁਲ ਗਵਾ ਚੁੱਕੀਆਂ ਨੇ, ਜਿਨ੍ਹਾਂ ਦੇ ਪੈਰਾਂ ਹੇਠ ਜ਼ਮੀਨ ਖੜਨ ਨੂੰ ਜ਼ਮੀਨ ਵੀ ਹੈ ਨਹੀਂਗੀ, ਉਹ ਕਿਸ ਮਾਣ ਦੇ ਨਾਲ ਆਪਦੇ ਐਮਸੀ ਖੜੇ ਕਰ ਰਹੀਆਂ ਨੇ ਔਰ ਲੋਕ ਉਹਨਾਂ ਦਾ ਹੱਕ ਦੇ ਵਿੱਚ ਖੜੇ ਨੇ ਜਾਂ ਕੁਝ ਵਿਰੋਧ ਜੋ ਕੁਝ ਵੀ ਹੁੰਦਾ ਮਹੱਲਾ ਟਾਈਪ ਝੰਡੀਆਂ ਲਾ ਕੇ, ਉਹ ਕਿਵੇਂ ਹੋ ਰਿਹਾ? ਇਹ ਹੁਣ ਮਤਲਬ ਪੰਜਾਬੀਆਂ ਨੂੰ ਇਹਨੂੰ ਜਵਾਬ ਦੇਣਾ ਪਊਗਾ ਇਸ ਗੱਲ ਦਾ। ਇਹ ਆਪਾਂ ਐਮਸੀ ਦੀਆਂ ਵੋਟਾਂ ਦੀ ਉਹ ਗੱਲ ਕਰਦੇ ਆਂ, ਅੰਦੋਲਨ ਨੂੰ ਚੱਲਦੇ ਨੂੰ ਕਾਫੀ ਸਮਾਂ ਹੋ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਜਾਂ ਸਾਡੇ ਆਗੂ ਜਾਂ ਸਾਡੇ ਕਿਸਾਨ ਭਰਾ ਐਮਸੀ ਦੀਆਂ ਵੋਟਾਂ ਹੁੰਦੀਆਂ ਨੇ ਜੋ ਕਿ ਸ਼ਹਿਰੀ ਹੁੰਦੀਆਂ ਨੇ, ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਸ਼ਹਿਰੀ ਜਨਤਾ ਨੂੰ ਅੰਦੋਲਨ ਦੇ ਵਿੱਚ ਜੋੜਨ ਤੋਂ ਸ਼ਾਇਦ ਥੋੜੀ ਜਿਹੀ ਢਿੱਲ ਕਰ ਚੁੱਕੇ ਹਾਂ? ਅਸੀਂ ਜੋੜਨ ਦੀ ਬਹੁਤ ਕੋਸ਼ਿਸ਼ ਕੀਤੀ, ਸਾਡੇ ਕਿਸਾਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ, ਪਰ ਗੱਲ ਇਹ ਹੈ ਕਿ ਇਹਦੇ ਵਿੱਚ ਕਿਸਾਨ ਯੂਨੀਅਨਾਂ ਦਾ ਜਾਂ ਸਾਡੀ ਕਿਸਾਨ ਅੰਦੋਲਨ ਨਾਲ ਜੁੜੇ ਲੀਡਰਾਂ ਦਾ ਜਾਂ ਕਿਸਾਨ ਅੰਦੋਲਨ ਦਾ ਹੋ ਸਕਦਾ ਕਿਤੇ ਕੋਈ ਉਹਦਾ ਕਿਤੇ ਕੋਈ ਕੱਚ ਰਹਿ ਗਿਆ ਹੋਵੇ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਦੇ ਲਈ ਮੈਂ ਉਦਾਹਰਨ ਦੇਵਾਂਗਾ ਟਰੈਕਟਰ ਮਾਰਚ ਦੀ। ਟਰੈਕਟਰ ਮਾਰਚ ਦਾ ਕੋਈ ਸੱਦਾ ਦਿੱਤਾ ਗਿਆ ਸੀ ਕਿਸੇ ਨੂੰ? ਕਿਹਾ ਗਿਆ ਸੀ ਕਿ ਯਾਰ ਮੇਰੇ ਘਰੇ ਕਿਹੜਾ ਕਾਰਡ ਆਇਆ ਸੀ ਜਾਂ ਤੁਹਾਡੇ ਘਰੇ ਜਾਂ ਕਿਸੇ ਦੇ ਵੀ ਘਰੇ ਪਤਾ ਸੀ ਨਾ ਕਿ ਟਰੈਕਟਰ ਮਾਰਚ ਆ? ਇੱਕ ਸਮੂਹਕ ਅਪੀਲ ਕੀਤੀ ਜਾਂਦੀ ਸੀ ਕਿ ਬਹੁਤ ਵੱਡੀ ਤੋਂ ਵੱਡੀ ਗਿਣਤੀ 'ਚ ਟਰੈਕਟਰ ਲੈ ਕੇ ਦਿੱਲੀ ਪਹੁੰਚੋ ਹਨਾ। ਇਹਦੇ ਵਿੱਚ ਹੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਬਿਆਨ ਆਉਂਦਾ ਕਿ ਟਰੈਕਟਰ ਮਾਰਚ ਦੇ ਮੈਂ ਹੱਕ 'ਚ ਆ ਪਰ ਮੈਨੂੰ ਕੋਈ ਸੱਦਾ ਨਹੀਂ ਮਿਲਿਆ। ਇਹ ਸੇਮ ਹੀ ਗੱਲ ਆ ਯਾਰ, ਜਦੋਂ ਅਸੀਂ ਕਿਸਾਨ ਸੰਘਰਸ਼ ਲੜ ਰਹੇ ਹਾਂ, ਸਭ ਕੁਝ ਹੋ ਰਿਹਾ, ਇੱਥੇ ਹੁਣ ਸ਼ਹਿਰੀ ਪੰਜਾਬੀ ਇਹ ਕਹਿਣਗੇ ਕਿ ਸਾਨੂੰ ਤਾਂ ਸੱਦਾ ਨਹੀਂ ਮਿਲਿਆ ਜੀ, ਇਸ ਕਰਕੇ ਚਲੋ ਅਸੀਂ ਆਖਿਆ ਵੀ ਚਲੋ ਵੋਟਾਂ ਹੀ ਪਾ ਲਈਏ। ਇਹ ਤਾਂ ਯਾਰ ਉਹਨੂੰ ਆਪ ਨੂੰ ਸਮਝ ਹੋਣੀ ਚਾਹੀਦੀ ਹੈ ਨਾ, ਕਿਉਂਕਿ ਕਿਸਾਨ ਮਰਿਆ ਨਾ ਤੇ ਬਚਣਾ ਜਿਹਨੂੰ ਕਹਿੰਦੇ ਹੁੰਦੇ ਆ ਵੀ ਨਾ ਦੁਕਾਨਦਾਰ ਆ, ਨਾ ਵਕੀਲ ਆ, ਨਾ ਮਾਸਟਰ ਆ, ਨਾ ਕੋਈ ਹੋਰ, ਸਾਰੀ ਜਿਹੜੀ ਇਕਨੋਮੀ ਆ ਨਾ ਉਹ ਕਿਸਾਨੀ ਤੇ ਫਸਲਾਂ ਤੇ ਆਧਾਰਿਤ ਹੈ। ਇਸ ਕਰਕੇ ਜੇ ਉਹ ਇਹ ਸਮਝਦੇ ਨੇ ਸ਼ਹਿਰੀ ਕਿ ਕੋਈ ਗੱਲ ਨਹੀਂ ਇਹਦਾ ਕੀ ਆ, ਮਤਲਬ ਉਹ ਇਹ ਗੱਲ ਨਹੀਂ ਗੀ ਉਹਨਾਂ ਨੂੰ ਉਦੋਂ ਪਤਾ। ਉਹ ਜਦੋਂ ਸਬਜ਼ੀ ਵਾਲਾ ਆਉਂਦਾ ਉਦੋਂ ਤਾਂ ਰੁਪਏ ਪਿੱਛੇ ਬੀਬੀਆਂ ਉਹਦੇ ਨਾਲ ਲੜੀ ਜਾਂਦੀਆਂ ਹੁੰਦੀਆਂ ਨੇ ਹਨਾ, ਹਰ ਚੀਜ਼ ਤੇ ਉਹ ਭਾਅ ਤੇ ਲੜਦੀਆਂ ਨੇ ਉਹਨਾਂ ਨਾਲ। ਤੇ ਜੇ ਸਾਰਾ ਕੁਝ ਉਹਨਾਂ ਦੇ ਹੱਥ 'ਚ ਆ ਗਿਆ ਜਿਨ੍ਹਾਂ ਨੂੰ ਮੋਦੀ ਵੇਚਣਾ ਚਾਹੁੰਦਾ ਸਾਨੂੰ, ਉਹ ਫਿਰ ਜਿਵੇਂ ਗਾਜਰਾਂ ਮੂਲੀਆਂ ਜਿਹੜੇ ਭਾਅ ਆਇਆ ਕਰਨੀਆਂ, ਚੀਕਾਂ ਇਹਨਾਂ ਦੀਆਂ ਹੀ ਨਿਕਲਣੀਆਂ ਨੇ ਉਦੋਂ। ਇਸ ਕਰਕੇ ਇਹਨਾਂ ਨੂੰ ਇਹ ਸਮਝਣੀ ਚਾਹੀਦੀ ਹੈ ਗੱਲ।
ਤੇ ਆਪਾਂ ਆਖਰੀ ਮੇਰੇ ਸਵਾਲ ਨੇ ਕੁਝ ਕੁ, ਉਹ ਸਵਾਲ ਇਹ ਨੇ ਕਿ ਆਪਾਂ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਗੱਲ ਕੀਤੀ ਆ, ਪਰ ਅਗਰ ਆਪਾਂ ਦੂਜੀ ਪਾਰਟੀ ਕਾਂਗਰਸ ਨੂੰ ਦੇਖੀਏ ਤਾਂ ਰਵਨੀਤ ਬਿੱਟੂ ਨੇ ਜੋ ਲੁਧਿਆਣੇ ਤੋਂ ਸੰਸਦ ਨੇ, ਤੇ ਉਹ ਅਕਸਰ ਦੀਪ ਸਿੱਧੂ ਨੂੰ ਜਾਂ ਕਿਸਾਨ ਆਗੂਆਂ ਨੂੰ ਆਪਣੇ ਵੀਡੀਓ ਦੇ ਵਿੱਚ ਜਾਂ ਕਹਿ ਲਓ ਸੋਸ਼ਲ ਮੀਡੀਆ ਤੇ ਝਾੜ ਪਾਉਂਦੇ ਰਹਿੰਦੇ ਨੇ ਕਿਸੇ ਨਾ ਕਿਸੇ ਮੁੱਦੇ ਤੇ। ਤੇ ਉਹ ਜਦੋਂ ਅੰਦੋਲਨ ਦੇ ਵਿੱਚ ਗਏ, ਉਹਨਾਂ ਨਾਲ ਕੁੱਟਮਾਰ ਦੀ ਵੀਡੀਓ ਜੋ ਸਾਹਮਣੇ ਆਈ, ਤੁਸੀਂ ਇਸ ਸਭ ਨੂੰ ਕਿਵੇਂ ਦੇਖਦੇ ਹੋ ਕਿ ਤੁਹਾਡੀ ਵਿਚਾਰਧਾਰਾ? ਮੈਨੂੰ ਲੱਗਦਾ ਹੈ ਕਿ ਦੇਖੋ ਜੀ, ਕਾਂਗਰਸ ਪਾਰਟੀ ਤਾਂ ਹੈ ਹੀ ਨਹੀਂ। ਕਾਂਗਰਸ ਪਾਰਟੀ ਨੂੰ ਇਹ ਨਾ ਸਮਝੋ ਜੇ ਕਿ ਉਹ ਪੰਜਾਬ 'ਚ ਰਾਜ ਕਰ ਰਹੀ ਹੈ ਤਾਂ ਉਹ ਹੈਗੀ। ਕਾਂਗਰਸ ਪਾਰਟੀ ਨੇ ਜੋ ਰੋਲ ਕੇਂਦਰ ਦੇ ਵਿੱਚ, ਜੋ ਉਹਦੀ ਅਸਫਲਤਾ, ਉਹਦੇ ਹਿਸਾਬ 'ਚ ਦੇਖੋ, ਉਹਨੂੰ ਉਸ ਸੰਦਰਭ 'ਚ ਦੇਖੋ। ਬੀਜੇਪੀ ਜਾਂ ਜੋ ਵੀ ਸੱਤਾਧਾਰੀ ਪਾਰਟੀਆਂ ਨੇ ਜੋ ਰਾਜ ਕਰ ਰਹੀ ਹੈ, ਉਹਦਾ ਰਾਜ ਕਰਨ ਦਾ ਜਿਹੜਾ ਜੋ ਕੁਝ ਉਹ ਲੋਕਾਂ ਤੇ ਜ਼ੁਲਮ ਕਰ ਰਹੇ ਨੇ, ਉਹਦੇ 'ਚ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਉਹ ਕਾਂਗਰਸ ਤੇ ਵਿਰੋਧੀ ਧਿਰਾਂ ਦਾ, ਕਿਉਂਕਿ ਇਹ ਹੈ ਹੀ ਨਹੀਂ ਗੇ, ਇਹ ਕਿਤੇ ਹੈ ਹੀ ਨਹੀਂ। ਅੱਜ ਮੈਨੂੰ ਦਿਖਾਓ ਤੁਸੀਂ ਰਾਹੁਲ ਗਾਂਧੀ ਕਿੱਥੇ ਆ, ਹਨਾ? ਜੇ ਉਹ ਕਾਂਗਰਸ ਸਾਡੇ ਪੰਜਾਬ 'ਚ ਰਾਜ ਕਰ ਰਹੀ ਹੈ ਤਾਂ ਉਹ ਹੈ ਨਹੀਂ ਗੀ ਕਿਤੇ ਵੀ, ਹਨਾ? ਇਸ ਕਰਕੇ ਉਹ ਜਿਹੜੇ ਇਸ ਕਿਸਮ ਦੇ ਲੀਡਰ ਕੰਮ ਕਰਦੇ ਨੇ, ਹਨਾ, ਜਿਹੜੇ ਬੰਦੇ ਦਾ ਤੁਸੀਂ ਨਾਂ ਲਿਆ, ਉਹ ਸਿਰਫ ਆਪਦੀ ਵਿਅਕਤੀਗਤ ਚੌਧਰ ਖਾਤਰ ਕੰਮ ਕਰ ਰਹੇ ਨੇ, ਹਨਾ? ਉਹ ਕੋਈ ਵਿਚਾਰਧਾਰਾ ਨੂੰ ਲੈ ਕੇ ਨਹੀਂ ਚੱਲ ਰਹੇ ਕਿਸੇ। ਉਹਨਾਂ ਨੂੰ ਲੱਗਦਾ ਕਿ ਔਰ ਇਹ ਫੈਕਟ, ਉਹਨਾਂ ਦਾ ਲੱਗਦਾ ਕਿ ਯਾਰ ਮੈਂ 2022 ਚ ਜਿੱਤਣਾ ਚਾਹੀਦਾ, ਬਾਕੀ ਭਾਵੇਂ ਸਾਰੇ ਹਾਰ ਜਾਣ। ਪਹਿਲਾਂ ਵੀ ਤਾਂ ਸੈਂਟਰ ਚ ਹੈ ਨਹੀਂ ਗੀ ਕਾਂਗਰਸ, ਜੇ ਪੰਜਾਬ ਚੋਂ ਹਾਰ ਜੂਗੀ ਫੇਰ ਕੀ ਹੋ ਜਾਏ, ਪਰ ਮੇਰੀ ਟੌਰ ਬਣੀ ਰਹੇ। ਉਸ ਟੌਰ ਬਣਾਉਣ ਖਾਤਰ ਉਹ ਚਾਹੇ ਉਹ ਕਿਸੇ ਪੱਤਰਕਾਰ ਨੂੰ ਕੋਈ ਗਾਲਾਂ ਕੱਢ ਕੇ ਕੋਈ ਲਾਈਮਲਾਈਟ ਚ ਆਉਂਦਾ, ਚਾਹੇ ਉਹ ਕੋਈ ਹੋਰ ਗੱਲ ਕਰਕੇ ਲਾਈਮਲਾਈਟ ਚ ਆਉਂਦੇ ਆ, ਉਹ ਇਹ ਦੱਸਣਾ ਚਾਹੁੰਦੇ ਨੇ ਦੇਖੋ ਜੀ ਅਸੀਂ ਬਹੁਤ ਸੰਘਰਸ਼ ਕੀਤਾ। ਉਹ ਵੱਖਰੀ ਗੱਲ ਆ ਕਿ ਪਾਰਟੀ ਹਾਰ ਗਈ, ਪਰ ਸਾਨੂੰ ਜਿਤਾਓ ਤੁਸੀਂ। ਤੁਹਾਡੇ ਕੋਲ ਵੀ ਸਮੇਂ ਦੀ ਕਮੀ ਆ, ਤੇ ਮੇਰਾ ਇੱਕ ਆਖਰੀ ਸਵਾਲ ਆ, ਇੱਕ ਤੁਹਾਡੀ ਵਿਚਾਰਧਾਰਾ ਤੋਂ, ਤੁਸੀਂ ਇਸ ਸਮੇਂ ਆਪਦੇ ਵੱਲੋਂ ਇੱਥੇ ਬੈਠੇ ਕਿਸਾਨ ਆਗੂਆਂ ਨੂੰ, ਦੀਪ ਸਿੱਧੂ ਨੂੰ ਜਾਂ ਨੌਜਵਾਨਾਂ ਨੂੰ ਜਾਂ ਲੱਖੇ ਸਿਧਾਣੇ ਨੂੰ ਇਕੱਠੇ ਹੋਣ ਦੇ ਲਈ ਕੀ ਮਤਲਬ ਐਫਰਟ ਕਰਨਾ ਚਾਹੀਦਾ? ਅਗਰ ਤੁਹਾਡੀ ਵਿਚਾਰਧਾਰਾ ਤੋਂ ਦੇਖੀਏ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਾਰਿਆਂ ਨੂੰ? ਮੈਂ ਜਦੋਂ ਕਿਸੇ ਨਾਲ ਗੁੱਸੇ ਹੋ ਜਾਣਾ, ਲੜ ਪੈਣਾ, ਤੇ ਉਹ ਬੰਦਾ, ਛੋਟੇ ਹੁੰਦੇ ਆ ਜਿਹੜੇ ਮੇਰੇ ਤੋਂ ਪਰਾਂ ਰਹਿੰਦੇ ਆ ਮਹੀਨਾ 2 ਮਹੀਨੇ, ਤੇ ਬਾਅਦ ਚ ਕੋਈ ਮੇਰਾ ਦੋਸਤ, ਹਨਾ, ਮੈਨੂੰ ਕਹਿੰਦਾ ਬਾਈ ਤੁਸੀਂ ਵੱਡੇ ਹੋ, ਚਲੋ ਕੋਈ ਗੱਲ ਨਹੀਂ, ਗਲਤੀ ਉਹਦੀ ਸੀ, ਕੋਈ ਨਹੀਂ, ਉਹਨੂੰ ਬੁਲਾ ਲਓ। ਤੇ ਮੈਂ ਕਹਿੰਦਾ ਕੋਈ ਨਹੀਂ, ਚੱਲ ਬੁਲਾ ਲਓ। ਮੈਂ ਉਹਨੂੰ ਫੋਨ ਕਰ ਦਿੰਦਾ, ਉਹ ਬੰਦਾ ਆ ਜਾਂਦਾ। ਮੈਂ ਉਹਦੇ ਨਾਲ ਇਹ ਗੱਲ ਹੀ ਨਹੀਂ ਕਰਦਾ ਕਿ ਯਾਰ ਤੂੰ ਉਦੋਂ ਹੀ ਕੀ ਕਰਕੇ ਗਿਆ ਸੀ ਜਿਹਦੇ ਕਰਕੇ ਮੈਂ ਤੇਰੇ ਨਾਲ ਗੁੱਸੇ ਹੋਇਆ, ਉਹ ਗੱਲ ਕਰਦਾ ਹੀ ਨਹੀਂ ਮੈਂ। ਇਹ ਮਤਲਬ ਫੈਕਟ ਆ ਇਹ ਗੱਲ। ਮਤਲਬ ਮੈਂ ਤੁਹਾਨੂੰ ਕਿੰਨੇ ਬੰਦਿਆਂ ਦੀ ਲਿਸਟ ਦੇ ਸਕਦਾ, ਉਹਨਾਂ ਨੂੰ ਪੁੱਛ ਲਿਓ ਕਿ ਜਦੋਂ ਤੁਹਾਡੇ ਨਾਲ ਅਮਰਦੀਪ ਲੜਿਆ ਤਾਂ ਫਿਰ ਉਸ ਤੋਂ ਬਾਅਦ ਪਹਿਲਾ ਫੋਨ ਅਮਰਦੀਪ ਨੇ ਕੀਤਾ ਜਾਂ ਤੁਸੀਂ ਕੀਤਾ? ਮੈਂ ਕੀਤਾ। ਮੈਂ ਕਿਹਾ ਕੋਈ ਗੱਲ ਨਹੀਂ ਯਾਰ ਛੱਡ ਪਰਾਂ, ਐ ਵੀ ਨਹੀਂ ਕਿਹਾ, ਵੀ ਸਿੱਧਾ ਫੋਨ ਹੀ ਕੀਤਾ। ਕਿਵੇਂ ਆ ਫਿਰ, ਮੇਰਾ ਇੱਕ ਸਟਾਈਲ ਆ ਨਾ, ਠੀਕ ਹੈ, ਆ ਜਾ ਫਿਰ ਆਪਾਂ ਨਵੀਂ ਫਿਲਮ ਕਰ ਰਹੇ ਹਾਂ, ਜਾਂ ਆਪਾਂ ਕੁਛ ਵੀ, ਜੋ ਵੀ ਅਸੀਂ ਇੱਕ ਢੰਗ ਹੁੰਦਾ। ਉਹ ਛੋਟੇ ਨੇ, ਮੈਂ ਵੱਡਾ, ਇਸ ਕਰਕੇ, ਹਨਾ। ਤੁਹਾਡੀ ਗੱਲਾਂ ਚੋਂ ਗੱਲ ਕੱਢੀਏ ਤਾਂ ਇਸ ਸਮੇਂ ਤੁਸੀਂ ਘੁਮਾ ਫਰਾ ਕੇ ਇਹ ਕਹਿਤਾ ਕਿ ਜਮਾ ਸਿੱਧਾ ਕਹਿ ਰਹੇ ਹੋ, ਘੁਮਾ ਫਰਾ ਕੇ ਨਹੀਂ ਕਹਿ ਰਿਹਾ, ਮੈਂ ਪਹਿਲਾਂ ਨਹੀਂ ਕਹਿ ਚੁੱਕਿਆ। ਬਿਲਕੁਲ ਵੱਡੇ ਹੋ ਤੁਸੀਂ, ਵੱਡੇ ਹੋ ਤੁਸੀਂ। ਹਾਂਜੀ ਬਿਲਕੁਲ, ਤੁਸੀਂ ਤਾਂ ਮੇਰੇ ਤੋਂ ਵੀ ਵੱਡੇ ਹੋ, ਮਤਲਬ ਮੇਰੀ ਉਮਰ ਦੇ ਹਿਸਾਬ ਨਾਲ। ਮਤਲਬ ਮੇਰੇ ਵੀ ਜਿਹੜੇ ਆ ਉਹ ਪਿਤਾ ਸਮਾਨ ਉਮਰ ਦੇ ਲੀਡਰ ਨੇ ਉਹ, ਹਨਾ। ਇਸ ਕਰਕੇ ਉਹਨਾਂ ਨੂੰ ਫਰਾਖ ਦਿਲੀ ਦਿਖਾਉਣੀ ਚਾਹੀਦੀ ਹੈ। ਉਹਨਾਂ ਨੂੰ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਬੁਲਾਉਣਾ ਚਾਹੀਦਾ, ਸੱਦਣਾ ਚਾਹੀਦਾ। ਮੈਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਬੰਦਿਆਂ ਨੂੰ ਮਿਲਿਆ, ਮੈਨੂੰ ਦੀਪ ਸਿੱਧੂ ਦਾ ਵੀ ਫਿਕਰ ਸੀ, ਮੈਨੂੰ ਲਹਿਰ ਦਾ ਵੀ ਫਿਕਰ ਸੀ, ਮੈਨੂੰ ਪੰਜਾਬ ਦਾ ਵੀ ਫਿਕਰ ਸੀ। ਉਸ ਸਾਰੇ ਫਿਕਰ ਦੇ ਵਿੱਚ ਇੱਕ ਫਿਕਰ ਦੀਪ ਸਿੱਧੂ ਦਾ ਵੀ ਸੀ, ਪਰ ਇਹ ਨਹੀਂ ਸੀ ਕਿ ਪਹਿਲਾਂ ਮੈਨੂੰ ਦੀਪ ਸਿੱਧੂ ਦਾ ਫਿਕਰ ਸੀ। ਮੈਂ ਫੇਰ ਉਹੀ ਗੱਲ ਕਹਿ ਰਿਹਾ, ਮੈਨੂੰ ਪੰਜਾਬ ਦਾ, ਕਿਸਾਨ ਦਾ ਫਿਕਰ ਸੀ, ਤੇ ਨਾਲ ਦੀਪ ਦਾ ਵੀ ਫਿਕਰ ਸੀ, ਕਿਉਂਕਿ ਉਹਦੇ ਨਾਲ ਮੇਰੀ ਇੱਕ ਸਾਂਝ ਆ, ਹਨਾ, ਉਹਦੇ ਨਾਲ ਇੱਕ ਵਿਚਾਰਧਾਰਕ ਸਾਂਝ ਵੀ ਹੈ।
ਫਿਕਰ ਮੈਨੂੰ ਉਹਨਾਂ ਜਿਹੜੇ ਹੋਰ ਮੁੰਡੇ ਆ ਜਵਾਕ ਜਿਨ੍ਹਾਂ ਤੇ ਹੋਏ ਆ ਜਾਂ ਬਜ਼ੁਰਗ ਨਾ ਵੱਡੇ ਜਿਨ੍ਹਾਂ ਤੇ ਉਹ ਮੁਕੱਦਮੇ ਹੋਏ ਉਹਨਾਂ ਦਾ ਵੀ ਹੈ। ਮੈਨੂੰ ਮੇਰੀ ਬੇਟੀ ਆ ਜਿਹੜੀ ਨੂਦੀਪ ਕੌਰ ਉਹਦਾ ਵੀ ਫਿਕਰ ਆ, ਤੇ ਹੋਰ ਵੀ ਕਿੰਨੇ ਹੀ ਜਿਹੜੇ ਇਸ ਸਾਰੇ ਦੇ ਵਿੱਚ ਹੋਏ ਆ। ਮੈਨੂੰ ਹਮੇਸ਼ਾ ਹੀ ਇਹ ਗੱਲ ਲੱਗਦੀ ਹੈ ਕਿ ਯਾਰ ਇਹ ਸਾਰੀਆਂ ਗੱਲਾਂ ਛੱਡੋ। 200 ਬੰਦਾ ਮਰ ਗਿਆ, ਉਹ ਤੋਂ ਵੀ ਜ਼ਿਆਦਾ ਮਰ ਗਏ ਹੋਣਗੇ ਵਿਚਾਰੇ, ਸਾਡੇ ਬਜ਼ੁਰਗ ਸਾਡੇ ਭਰਾ ਉੱਥੇ ਮਰ ਗਏ, ਉਹ ਸ਼ਹੀਦ ਹੋ ਗਏ ਹਨ। ਮਰ ਗਏ ਤਾਂ ਇੱਕ ਮਾੜਾ ਸ਼ਬਦ ਆ, ਮੈਂ ਮਾਫੀ ਚਾਹੂੰਗਾ, ਮਰ ਗਏ ਨਹੀਂ ਕਹਿਣਾ, ਉਹ ਸ਼ਹੀਦ ਹੋਏ। ਉਹਨਾਂ ਨੇ ਸ਼ਹਾਦਤ ਉਸ ਲਹਿਰ ਦੇ ਵਿੱਚ ਸਾਡੇ ਛੋਟੇ ਛੋਟੇ 18 20 ਸਾਲ ਦੇ ਜਿਹੜੇ ਨੌਜਵਾਨਾਂ ਲਈ। ਹੁਣ ਕੁਝ ਨੌਜਵਾਨ ਅਸੀਂ ਉਦਾਂ ਹੀ ਭਜਾ ਦਈਏ, ਕੁਝ ਨੌਜਵਾਨ ਉਹਨਾਂ ਨੌਜਵਾਨਾਂ ਦੇ ਮਗਰ ਲੱਗ ਕੇ ਹੋਰ ਭੱਜ ਜਾਣ ਹਨਾ। ਫਿਰ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਗਾਲ ਦੁੱਪੜ ਦਿਓ, ਉਹ ਫਲਾਨਾ ਚੌਰਾ, ਉਹ ਫਲਾਨਾ ਗਦਾਰ। ਸਟੇਟ ਆ ਜਿਹੜੀ ਉਹ ਦੇਖੂਗੀ ਤੁਹਾਡਾ ਤਮਾਸ਼ਾ। ਜਿਵੇਂ ਹਰਜੀਤ ਗਰੇਵਾਲ ਨਾਂ ਦਾ ਕੋਈ ਬੰਦਾ, ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਪੰਜਾਬ 'ਚ ਕੋਈ ਬੀਜੇਪੀ ਦਾ ਵੀ ਲੀਡਰ, ਉਹ ਕਹਿੰਦੇ ਉਹ ਇਹ ਕਹਿੰਦਾ ਕਿ ਕੋਈ ਗੱਲ ਨਹੀਂ, ਕਿਸਾਨ ਸੰਘਰਸ਼ ਤਾਂ ਆਪੇ ਖਤਮ ਹੋ ਜਾਣਾ, ਕਾਮਰੇਡਾਂ ਨੇ ਤੇ ਖਾਲਿਸਤਾਨੀਆਂ ਨੇ ਲੜ ਲੜ ਮਰ ਜਾਣਾ। ਮੈਨੂੰ ਬਹੁਤ ਦੁੱਖ ਹੋਇਆ ਇਸ ਗੱਲ ਦਾ, ਯਾਰ ਇਹ ਕੀ ਗੱਲ ਹੋਈ। ਇਸ ਕਰਕੇ ਸਾਡੇ ਗਰਮ ਦਲੀਏ ਜਿਹੜੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ, ਜਿਹੜੇ ਸਿੱਖੀ ਦੇ ਝੰਡੇ ਹੇਠ, ਨਿਸ਼ਾਨ ਸਾਹਿਬ ਦੇ ਝੰਡੇ ਹੇਠ ਹਨਾ, ਮੈਂ ਵੀ ਉਹਨਾਂ 'ਚ ਸ਼ਾਮਲ ਹਾਂ। ਇੱਕ ਇਸ ਸੰਘਰਸ਼ ਨੂੰ ਲੜਿਆ ਔਰ ਲੜ ਰਹੇ ਨੇ, ਔਰ ਦੂਜੇ ਪਾਸੇ ਜਿਹੜੇ ਉਹ ਲੋਕ ਨੇ ਜਿਹੜੇ ਕਿਸਾਨ ਯੂਨੀਅਨਾਂ ਦੇ ਲੀਡਰ ਨੇ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ। ਮੈਨੂੰ ਲੱਗਦਾ ਹਾਲੇ ਵੀ ਕੁਛ ਨਹੀਂ ਵਿਗੜਿਆ, ਮਤਲਬ ਹਾਲੇ ਤੱਕ ਕੇਂਦਰ ਤੁਹਾਡੇ ਤੋਂ ਡਰਿਆ ਹੋਇਆ। ਕੇਂਦਰ ਨੇ ਨਹੀਂ ਕਿਹਾ ਕਿ ਤੁਸੀਂ ਖਤਮ ਹੋ ਗਏ, ਨਾ 26 ਤਰੀਕ ਨੂੰ ਕੇਂਦਰ ਨੇ ਕਿਹਾ ਸੀ ਕਿ ਤੁਸੀਂ ਖਤਮ ਹੋ ਗਏ। ਤੁਸੀਂ ਤਾਂ ਆਪ ਹੀ ਬਹੁਤ ਜ਼ਿਆਦਾ ਰੌਲਾ ਪਾਉਣ ਲੱਗ ਗਏ। ਤੁਹਾਨੂੰ ਇੰਨਾ ਰੌਲਾ ਨਹੀਂ ਸੀ ਪਾਉਣਾ ਚਾਹੀਦਾ। ਤੁਹਾਨੂੰ ਜੇ ਕੋਈ ਗੱਲ ਵੀ ਹੋਵੇ ਤਾਂ ਬੁੱਕਲ ਦੀ ਨਾ ਢੱਕ ਕੇ ਰੱਖਣੀ ਚਾਹੀਦੀ ਸੀ। ਕੋਈ ਗੱਲ ਨਹੀਂ ਯਾਰ, ਫੇਰ ਕੀ ਹੋ ਗਿਆ ਯਾਰ, ਅਸੀਂ ਹੈਗੇ ਆ। ਇਸ ਕਰਕੇ ਬਹਿ ਕੇ ਮੁੰਡਿਆਂ ਨੂੰ ਬੁਲਾਓ, ਉਹਨਾਂ ਨਾਲ ਗੱਲ ਕਰੋ, ਕਿਉਂਕਿ ਇਸ ਵਕਤ ਕਿਸਾਨ ਦੇ ਵਿਰੋਧ ਜਿਹੜੇ ਕਾਲੇ ਕਾਨੂੰਨ ਨੇ, ਇਹਨਾਂ ਨੂੰ ਖਤਮ ਕਰਵਾਉਣਾ ਤੇ ਕਿਸਾਨ ਦੀ ਜਿੱਤ ਇੱਕ ਨੁਕਾਤੀ ਪ੍ਰੋਗਰਾਮ ਆ, ਹੋਰ ਕੋਈ ਮਤਲਬ ਨਹੀਂ। ਇਸ ਕਰਕੇ ਹਾਲੇ ਕੁਝ ਨਹੀਂ ਵਿਗੜਿਆ, ਸੰਘਰਸ਼ ਉਵੇਂ ਹੀ ਹੈ ਔਰ ਵੱਧ ਗੰਭੀਰਤਾ ਨਾਲ। ਮੈਨੂੰ ਲੱਗਦਾ ਪਹਿਲਾਂ ਥੋੜੇ ਗਾਣੇ ਗੂਣੇ ਜ਼ਿਆਦਾ ਚੱਲਦੇ ਸੀਗੇ, ਹੁਣ ਥੋੜਾ ਜਿਹਾ ਫਿਕਰ ਹੋ ਗਿਆ। ਜਦੋਂ ਫਿਕਰ ਦੇ ਵਿੱਚ ਲੜੀਦਾ ਨਾ, ਉਦੋਂ ਵੱਧ ਗੰਭੀਰਤਾ ਨਾਲ ਲੜੀਦਾ ਕਿ ਯਾਰ ਦੇਖੋ ਕਿਤੇ ਕੁਛ ਇਹ ਨਾ ਹੋ ਜੇ ਹਨਾ। ਜਿੱਦਾਂ ਮੈਂ ਜਿਸ ਦਿਨ, ਛੋਟੀ ਜਿਹੀ ਉਦਾਹਰਨ ਦਿੰਨਾ, ਮੈਂ ਜਿਸ ਦਿਨ ਆਇਆ ਬੰਬੇ ਤੋਂ, ਤਾਂ ਮੈਂ ਏਅਰਪੋਰਟ ਤੇ ਬੈਠਾ ਸੀ, ਤੇ ਏਅਰਪੋਰਟ ਤੇ ਜਿਹੜੀਆਂ ਮੈਂ ਸੀਟਾਂ ਤੇ ਬੈਠਾ ਸੀ ਜਹਾਜ਼ ਦੀ ਉਡੀਕ 'ਚ, ਉਹਨਾਂ ਤੇ ਕਾਗਜ਼, ਬਿਸਕੁਟਾਂ ਦੇ ਪੈਕਟ, ਹੋਰ ਬਹੁਤ ਚੀਜ਼ਾਂ ਉੱਥੇ ਸਿੱਟੀਆਂ ਪਈਆਂ ਸੀ ਜਵਾਕਾਂ ਦੀਆਂ, ਤੇ ਉੱਥੇ ਬਹੁਤ ਸਾਰੇ ਲੋਕ ਬੈਠੇ ਸੀ ਹੋਰ, ਉਹ ਉਹਦੇ ਕਨੀ ਧਿਆਨ ਨਹੀਂ ਸੀ ਦੇ ਰਹੇ। ਮੈਂ ਜਦੋਂ ਉਹ ਦੇਖਿਆ ਤਾਂ ਮੈਂ ਸਾਰੇ ਕਾਗਜ਼, ਸਾਰਾ ਜੋ ਉੱਥੇ ਕੂੜਾ ਕਰਕਟ ਸੀਗਾ, ਉਹ ਸਾਰਾ ਇਕੱਠਾ ਕਰਕੇ ਮੈਂ ਡਸਟਬਿਨ 'ਚ ਸਿੱਟਿਆ ਹਨਾ। ਤਾਂ ਮੈਨੂੰ ਜਿਹੜਾ ਮੇਰੇ ਨਾਲ ਮੁੰਡਾ ਸੀਗਾ, ਉਹ ਮੈਨੂੰ ਕਹਿੰਦਾ ਭਾਈ ਤੁਸੀਂ ਬੈਠੋ ਭਾਜੀ। ਮੈਂ ਕਿਹਾ ਨਹੀਂ, ਮੈਂ ਕਿਹਾ ਅੱਜ ਸਾਡੇ ਤੇ ਸਾਰੀ ਦੁਨੀਆ ਦੀ ਨਜ਼ਰ ਆ, ਮੈਂ ਸਿੱਖ ਦੇਖ ਵਾਲਾ ਸਿੱਖ ਹਾਂ, ਮੇਰੇ ਤੇ ਨਜ਼ਰ ਆ। ਇਸ ਬੈਠੇ ਆ ਜਿੰਨੇ ਲੋਕ ਹਨਾ, ਬੰਬੇ ਦੇ ਏਅਰਪੋਰਟ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਨੇ, ਕੋਈ ਸਾਊਥ ਦਾ, ਕੋਈ ਬੰਗਾਲ ਦਾ, ਕੋਈ ਕਿੱਥੋਂ। ਉਹ ਅਗਰ ਮੈਨੂੰ ਦੇਖਣਗੇ ਨਾ ਇਸ ਗੱਲ, ਤਾਂ ਮੇਰਾ ਇੱਕ ਮੈਸੇਜ ਜਾਊਗਾ ਉਹਨਾਂ ਲੋਕਾਂ 'ਚ। ਇਸ ਕਰਕੇ ਸਾਡੇ ਕਿਸਾਨਾਂ ਤੇ ਸਾਡਾ ਇੱਕ ਦੁਨੀਆ ਦੀ ਨਜ਼ਰ ਆ। ਅੱਜ ਇੰਟਰਨੈਸ਼ਨਲ ਲੋਕ ਸਾਡੇ ਨਾਲ ਨੇ, ਮੀਡੀਆ ਸਾਡੇ ਨਾਲ ਨੇ, ਸੈਲੀਬ੍ਰਿਟੀ ਸਾਡੇ ਨਾਲ ਹੈ, ਤਾਂ ਸਾਨੂੰ ਆਪਦਿਆਂ ਨੂੰ ਵੀ ਬੁਲਾ ਲੈਣਾ ਚਾਹੀਦਾ। ਬਿਲਕੁਲ, ਇਹ ਤਾਂ ਸੀਗੀਆਂ ਗੱਲਾਂ। ਤੇ ਹੁਣ ਮੇਰਾ ਇੱਕ ਛੋਟਾ ਜਿਹਾ ਸਵਾਲ ਆ, ਉਹ ਇਹ ਆ ਕਿ ਤੁਸੀਂ ਗੱਲਾਂ ਨਹੀਂ ਸੀ, ਵੀ ਸਵਾਲ ਹੀ ਸੀ। ਹਾਂਜੀ ਸਰ, ਮੇਰਾ ਇਹ ਸਵਾਲ ਆ ਕਿ ਤੁਸੀਂ ਸਿੱਖਾਂ ਦੀ ਗੱਲ ਕੀਤੀ ਜਾਂ ਖਾਲਿਸਤਾਨ ਦੀ ਗੱਲ ਕੀਤੀ, ਤੁਸੀਂ ਇਸ ਸਮੇਂ ਮੀਡੀਆ ਦਾ ਕੀ ਰੋਲ ਦੇਖਦੇ ਹੋ? ਜੋ ਨੈਸ਼ਨਲ ਮੀਡੀਆ, ਉਹ ਇਸ ਸਮੇਂ ਅੰਦੋਲਨ ਦੇ ਵਿੱਚ ਬੈਠੇ ਕਿਸਾਨਾਂ ਨੂੰ ਖਾਲਿਸਤਾਨ ਦੇ ਨਾਲ ਜੋੜ ਰਿਹਾ। ਅਗਰ ਮੈਂ ਇੱਕ ਟੁਕ ਜਵਾਬ ਮੰਗਣਾ ਹੋਵੇ ਤਾਂ ਤੁਸੀਂ ਕੀ ਦੋਗੇ? ਉਹ ਦੇਖੋ ਜੀ, ਉਹ ਜਿਹੜੀਆਂ ਚੀਜ਼ਾਂ ਨੂੰ ਨੈਗੇਟਿਵ ਬਣਾ ਕੇ ਪੇਸ਼ ਕਰ ਸਕਦੇ ਆ, ਉਹ ਕਰ ਰਹੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਰੀਆਂ ਚੀਜ਼ਾਂ ਨੈਗੇਟਿਵ ਨਹੀਂ ਗੀਆਂ।
ਜੇ ਇਹ ਗੱਲਾਂ ਨੇ ਜਿਹੜੀਆਂ ਇਹਨਾਂ ਦੇ ਬਹੁਤ ਅਲੱਗ-ਅਲੱਗ ਅਰਥ ਨੇ ਹਨਾ। ਇਹ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਹੈ ਸਾਡਾ, ਉਹਨੂੰ ਵੀ ਬਦਨਾਮ ਕਰੀਏ। ਉਹ ਤਾਂ ਗੱਲ ਇਹਦੀ ਨਹੀਂ ਗੀ, ਤੁਸੀਂ ਗੱਲ ਛੇੜ ਹੀ ਲਈ ਤਾਂ ਇੱਕ ਗੱਲ ਮੈਂ ਪੂਰੀ ਗੱਲ ਇਹ ਨਹੀਂ ਕਿ 26 ਤਰੀਕ ਤੋਂ ਬਾਅਦ ਹੀ ਹੈ ਇਦਾਂ ਦਾ, ਪਹਿਲਾਂ ਵੀ ਮਾਫ ਕਰਨਾ, ਉਹ ਤੁਹਾਨੂੰ ਖੰਡ ਨਹੀਂ ਸੀ ਪਾਉਂਦੇ। ਉਹਨਾਂ ਨੂੰ ਤੁਹਾਡੇ ਲੰਗਰ ਵੀ ਚੁੱਭਦੇ ਆ, ਉਹਨਾਂ ਨੂੰ ਤੁਹਾਡਾ ਪੀਜ਼ਾ ਖਾਣਾ ਵੀ ਚੁੱਭਦਾ, ਉਹਨਾਂ ਨੂੰ ਤੁਹਾਡੇ ਟੈਂਟ ਵੀ ਚੁੱਭਦੇ ਆ, ਉਹਨਾਂ ਨੂੰ ਤੁਹਾਡੀਆਂ ਜਿਹੜੀਆਂ ਉਹ ਬਾਬਿਆਂ ਦੇ ਪੈਰਾਂ ਨੂੰ ਮਸਾਜ ਕਰਨ ਵਾਲੀਆਂ ਕੁਰਸੀਆਂ ਸੀਗੀਆਂ ਉਹ ਵੀ ਚੁੱਭਦੀਆਂ ਸੀ, ਉਹਨਾਂ ਨੂੰ ਤੁਹਾਡੇ ਟਰੈਕਟਰ ਵੀ ਚੁੱਭਦੇ ਸੀ, ਉਹਨਾਂ ਨੂੰ ਤੁਹਾਡਾ ਅੰਗਰੇਜ਼ੀ ਬੋਲਣਾ ਵੀ ਚੁੱਭਦਾ ਸੀ। ਉਹ ਕਹਿੰਦੇ ਸੀ ਇਹ ਕੈਸੇ ਕਿਸਾਨ ਹੈ। ਉਹਨਾਂ ਨੂੰ ਲੱਗਦਾ ਕਿਸਾਨ ਧੋਤੀਆਂ ਵਾਲੇ, ਮੋਢਿਆਂ ਤੋਂ ਘਸੇ ਕੁੜਤਿਆਂ ਵਾਲੇ, ਪਾਟੀਆਂ ਬਿਆਈਆਂ ਵਾਲੇ, ਪੈਰਾਂ ਵਾਲੇ ਹਨਾ, ਉਹ ਹੁੰਦੇ ਨੇ ਜਿਹੜੇ ਵਿਚਾਰੇ ਸਾਡੇ ਉਧਰ ਮਹਾਰਾਸ਼ਟਰ ਦੇ ਵਿੱਚ ਨੇ ਕਿਸਾਨ, ਜਿਸ ਤਰ੍ਹਾਂ ਹੋਰ ਬਹੁਤ ਜਗ੍ਹਾਵਾਂ ਤੇ ਨੇ। ਉਹਨਾਂ ਨੂੰ ਲੱਗਦਾ ਸੀ ਕਿਸਾਨ ਉਵੇਂ ਹੀ ਹੁੰਦੇ ਨੇ ਤੇ ਉਵੇਂ ਜਿਹੀ ਇਹ ਆਉਣ। ਅਸੀਂ ਪੰਜਾਬ ਵਾਲੇ ਜਾਂ ਹਰਿਆਣਾ ਵਾਲੇ, ਸਾਡੀ ਜ਼ਮੀਨ, ਸਾਡੀ ਆਰਥਿਕਤਾ ਹੋਰ ਤਰ੍ਹਾਂ ਦੀ ਹੈ। ਉਸ ਤਰੀਕੇ ਨਾਲ ਅਸੀਂ ਉੱਥੇ ਗਏ, ਜਾਂ ਸਾਡੇ ਬਾਹਰ ਬੈਠੇ ਜਿਹੜੇ ਪੁੱਤ ਭਰਾ ਨੇ ਉਹਨਾਂ ਨੇ ਉਹ ਮਦਦ ਕੀਤੀ, ਕਿਸਾਨਾਂ ਦੀ ਯੂਨੀਅਨਾਂ ਦੀ ਮਦਦ ਕੀਤੀ, ਜਾਂ ਖਾਲਸਾ ਏਡ ਨੇ ਕੀਤੀ, ਤਾਂ ਉਹ ਇੱਕ ਲੁੱਕ ਅਸੀਂ ਦਿੱਤੀ ਔਰ ਅਸੀਂ ਬਹੁਤ ਸ਼ਾਂਤੀ ਨਾਲ ਕੰਮ ਕੀਤਾ। ਹੁਣ ਉਹਨਾਂ ਨੂੰ ਇਹ ਗੱਲ ਨਹੀਂ ਦਿਖ ਰਹੀ ਕਿ ਅਸੀਂ ਉੱਥੇ ਇੱਕ ਬੂਟਾ ਵੀ ਨਹੀਂ ਪੱਟਿਆ, ਅਸੀਂ ਉੱਥੇ ਕੋਈ ਕਿਸੇ ਬੱਚੀ ਨੂੰ ਨਹੀਂ, ਕਿਸੇ ਨੇ ਸਾਡੇ ਨੇ ਕੋਈ ਗਲਤ ਹਰਕਤ ਕੀਤੀ, ਕਿਸੇ ਦੀ ਕੋਈ ਬੇਇੱਜ਼ਤੀ ਨਹੀਂ ਕੀਤੀ। ਜਦੋਂ ਬੀਜੇਪੀ ਵਾਲੇ ਕਰਦੇ ਨੇ ਇਹ ਸੋਟੀਆਂ ਮਾਰ-ਮਾਰ ਭੰਨਦੇ ਆ, ਅੱਗਾਂ ਲਾਉਂਦੇ ਆ, ਰੋੜੇ ਮਾਰਦੇ ਆ, ਅਸੀਂ ਕੁਝ ਨਹੀਂ ਕੀਤਾ ਇਦਾਂ। ਅਸੀਂ ਬਹੁਤ ਸ਼ਾਲੀਨਤਾ ਨਾਲ, ਬਹੁਤ ਸ਼ਾਂਤੀ ਨਾਲ ਬੈਠ ਕੇ ਉੱਥੇ ਬੈਠੇ ਆ। ਸਾਡੇ ਗੁਰਬਾਣੀ ਚੱਲ ਰਹੀ ਆ, ਸਾਡੇ ਕੀਰਤਨ ਚੱਲ ਰਿਹਾ, ਸਾਡੇ ਅਖਬਾਰ ਨਿਕਲ ਰਿਹਾ, ਸਾਡੇ ਕਿਤਾਬਾਂ ਵਿਕ ਰਹੀਆਂ ਨੇ, ਸਾਡੇ ਬਜ਼ੁਰਗਾਂ ਦੀਆਂ ਕਿਤਾਬਾਂ ਪੜ੍ਹਦਿਆਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ। ਸਾਡੇ ਬਜ਼ੁਰਗ ਅੱਜ ਵੀ ਜਦੋਂ ਉੱਥੇ ਲੰਗਰ ਛਕਦੇ ਨੇ ਤੇ ਪਹਿਲਾਂ ਪ੍ਰਸ਼ਾਦਾ ਮੱਥੇ ਨੂੰ ਲਾ ਕੇ ਮੱਥਾ ਟੇਕਦੇ ਨੇ। ਇਹ ਗੱਲਾਂ ਨਹੀਂ ਉਹਨਾਂ ਨੇ ਦਿਖਾਈਆਂ, ਉਹਨਾਂ ਨੇ ਗੱਲਾਂ ਲੱਭ ਲਿਆਂਦੀਆਂ। ਇਸ ਕਰਕੇ ਮੈਂ ਇਹ ਕਹਿਣਾ ਹੁੰਦਾ ਕਿ 26 ਤਰੀਕ ਤੋਂ ਬਾਅਦ ਕੀ ਹੋ ਗਿਆ? ਪਹਿਲਾਂ ਕਿਹੜਾ ਮੋਦੀ ਤੁਹਾਡੇ ਖਾਤਰ ਹੱਥ 'ਚ ਮਤਲਬ ਐ ਲਈ ਖੜਾ ਸੀ ਕਿ ਮੈਂ ਤਾਂ ਜੀ ਬਸ ਤਿਆਰ ਹੀ ਸੀ, ਜੇ ਤੁਸੀਂ ਆਹ ਨਾ ਕਰਦੇ ਤਾਂ ਕਾਨੂੰਨ ਆਪਾਂ ਵਾਪਸ ਲੈ ਹੀ ਲੈਣੇ ਸੀ। ਪੂਰਾ ਮੀਡੀਆ ਤੁਹਾਡੇ ਖਿਲਾਫ ਸੀ। ਜਿਹੜੇ ਪਹਿਲਾਂ ਹੱਕ 'ਚ ਸੀਗੇ ਉਹੀ ਹੱਕ 'ਚ ਨੇ। ਇਹ ਨਹੀਂ ਹੋਇਆ ਕਿ ਕੋਈ ਇਦਾਂ ਦਾ ਫਰਕ ਪਿਆ ਹੋਵੇ, ਸਗੋਂ ਇਹ ਹੋਇਆ ਕਿ ਇੰਟਰਨੈਸ਼ਨਲ ਮੀਡੀਆ ਤੱਕ ਜਾਂ ਇੰਟਰਨੈਸ਼ਨਲ ਸੋਸ਼ਲ ਮੀਡੀਆ, ਜਿਹੜਾ ਸੈਲੀਬ੍ਰਿਟੀਜ਼ ਨੇ ਟਵੀਟ ਕੀਤੇ, ਰਿਹਾਨਾ ਨੇ ਕੀਤਾ ਜਾਂ ਹੋਰਾਂ ਨੇ ਕੀਤਾ, ਇਹ ਉਹਦੇ ਤੋਂ ਬਾਅਦ ਹੀ ਆਈ ਆ ਗੱਲ ਹਨਾ। ਇਸ ਕਰਕੇ ਗੱਲ ਨੂੰ ਸਮਝੀਦਾ ਹੁੰਦਾ, ਮਤਲਬ ਆਪਦਾ ਰੌਲਾ ਆਪ ਹੀ ਪਾਉਣ ਲੱਗ ਗਏ। ਇਸ ਕਰਕੇ ਜੋ ਕੁਝ ਹੋਇਆ, ਉਹ ਗੋਦੀ ਮੀਡੀਆ, ਉਹ ਚੈਨਲ, ਉਹਨਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ? ਉਹ ਤੁਹਾਡੇ ਲਈ ਤੁਸੀਂ ਜੋ ਮਰਜ਼ੀ ਕਰ ਲਓ, ਤੁਹਾਡੀ ਉਹ, ਜੇ ਤੁਸੀਂ ਮੰਨ ਲਓ ਕਿ 1% ਇਹ ਮੰਨ ਲਈਏ ਆਪਾਂ, ਜੋ ਕਿ ਨਹੀਂ ਹੋਣਾ, ਕਿਉਂਕਿ ਮੈਨੂੰ ਇਸ ਗੱਲ ਦਾ 100% ਪਤਾ ਕਿ ਅਸੀਂ ਜਿੱਤ ਕੇ ਆਵਾਂਗੇ। ਮੰਨ ਲਓ ਕਿ ਅਸੀਂ ਹਾਰ ਕੇ ਵੀ ਆ ਜਾਂਦੇ ਹਾਂ, ਕੀ ਕਹੂਗਾ ਗੋਦੀ ਮੀਡੀਆ? ये कहूँगा कि बेचारे किसान इतने दिन रहकर चले गए और सरकार ने मांगे नहीं मानी, हम उनके साथ हैं, हमारी हमदर्दी, ये कहूँगा? वो कहूँगा भगा दिया मोदी ने, भगा दिया अमित शाह ने। मोदी का छीना 56 इंच से आज 60 इंच का हो गया। ये नकली किसान थे, ये कभी नहीं झुका सकते मोदी को, और आज मोदी जी ने इतिहास में लिख दिया कि वो कभी नहीं झुक सकते। ਇਹ ਕਹੂਗਾ। ਇਸ ਕਰਕੇ ਜੇ ਅਸੀਂ ਇਹ ਹਾਰ ਗਏ ਜਾਂ ਇਹ ਗੱਲ ਅਸੀਂ ਵਿੱਚੋਂ ਛੱਡਤੀ ਜਾਂ ਅਸੀਂ ਗੁੰਮਰਾਹ ਹੋ ਗਿਆ ਸਾਡਾ ਕਿਸਾਨ ਸੰਘਰਸ਼, ਜਿਹੜਾ ਕਿ ਹੋਣਾ ਨਹੀਂ ਚਾਹੀਦਾ, ਹੋਊਗਾ ਵੀ ਨਹੀਂ, ਤਾਂ ਕਦੇ ਵੀ ਇਸ ਦੇਸ਼ ਦੇ ਵਿੱਚ ਮੁੜ ਕੇ ਸੰਘਰਸ਼ ਉੱਠੂਗਾ ਨਹੀਂ। ਉਹ ਇੱਕ ਛਤਰ ਰਾਜ ਜਿਹਨੂੰ ਕਹਿੰਦੇ ਹੁੰਦੇ ਆ, ਉਹ ਮੋਦੀ ਕਰ ਰਿਹਾ ਤੇ ਇਹੀ ਕਰੂਗਾ। ਉਹਨੂੰ ਪ੍ਰੋਬਲਮ ਹੀ ਇਹ ਹੈ ਅਸਲ 'ਚ। ਉਹਨੂੰ ਲੱਗਦਾ ਕਿ ਮੈਂ ਕਿਤੇ ਨਹੀਂ ਝੁਕਿਆ, ਇਹ ਮੈਨੂੰ ਕਿਵੇਂ ਝੁਕਾ ਦੇਣਗੇ। ਔਰ ਉਹ ਇਸ ਕਰਕੇ ਹੀ ਅੜਿਆ ਪਿਆ, ਕਿਉਂਕਿ ਜਿਨ੍ਹਾਂ ਮਾਲਕਾਂ ਦਾ, ਜਿਨ੍ਹਾਂ ਦਾ ਅੰਬਾਨੀ ਅਡਾਨੀ ਦਾ ਉਹਨਾਂ ਨੇ ਪੈਸਾ ਹਜਮ ਕੀਤਾ, ਹੁਣ ਉਹਨਾਂ ਨੂੰ ਉਹਨੇ
ਦਿਖਾਉਣਾ ਹੈ ਕਿ ਮੈਂ ਤੁਹਾਡਾ ਜਿਹੜਾ ਹਜਮ ਕੀਤਾ ਉਹਦਾ ਮੁੱਲ ਮੋੜ ਰਿਹਾ। ਇਸ ਕਰਕੇ ਇਸ ਗੱਲ ਨੂੰ ਸਮਝਣਾ ਚਾਹੀਦਾ। ਛੋਟੇ ਛੋਟੇ ਹਿੱਤਾਂ ਦੀ ਪ੍ਰਾਪਤੀ ਲਈ, ਕੋਈ ਟਿਕਟਾਂ ਲੈਣ ਖਾਤਰ, ਕੋਈ ਪੈਸੇ ਇਕੱਠੇ ਕਰਨ ਖਾਤਰ, ਕੋਈ ਕਿਤੇ ਜਿੱਤ ਜਾਾਂਗੇ, ਕਿਤੇ MP ਬਣ ਜਾਾਂਗੇ, ਇਹਦੇ ਕਰਕੇ ਵੇਖਿਓ ਕਿਤੇ ਕਿਸਾਨ ਅੰਦੋਲਨ ਨੂੰ ਵੇਚ ਆਇਓ। ਲੋਕ ਮਾਫ ਨਹੀਂ ਕਰਨਗੇ ਕਦੇ, ਲੋਕ ਕਦੇ ਮਾਫ ਨਹੀਂ ਕਰਨਗੇ, ਇਤਿਹਾਸ ਕਦੇ ਮਾਫ ਨਹੀਂ ਕਰੂਗਾ। ਔਰ ਤੁਸੀਂ ਅੱਜ ਹੀ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਦੇ ਵੀ ਗੁਨਾਹਗਾਰ ਹੋਵੋਗੇ, ਕਿਉਂਕਿ ਇਹ ਅੰਦੋਲਨ ਜੇ ਮਤਲਬ ਢਿੱਲਾ ਹੁੰਦਾ ਤਾਂ ਫੇਰ ਮੁੜ ਕੇ ਕਦੇ ਕੋਈ ਅੰਦੋਲਨ ਨਹੀਂ ਉੱਠਦਾ। ਇੱਕੋ ਮੌਕਾ, ਆਖਰੀ ਮੌਕਾ, ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਔਰ ਜਿੱਤਣਾ ਚਾਹੀਦਾ, ਔਰ ਜਿੱਤਾਂਗੇ। ਬਿਲਕੁਲ ਬਾਈ ਜੀ, ਸਾਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਤੁਸੀਂ ਕਿਸਾਨੀ ਸੰਘਰਸ਼ ਬਾਰੇ ਜੋ ਗੱਲਾਂ ਸਿੱਧੇ ਤੌਰ ਤੇ ਸਮਝਾਈਆਂ ਨੇ ਸਾਨੂੰ ਜਾਂ ਸਾਡੇ ਦਰਸ਼ਕਾਂ ਨੂੰ, ਉਹ ਸਾਨੂੰ ਬਹੁਤ ਵਧੀਆ ਲੱਗੀਆਂ ਤੇ ਉਮੀਦ ਕਰਦੇ ਹਾਂ ਕਿ ਅਗਲੀ ਮੁਲਾਕਾਤ ਆਪਣੀ ਜਲਦੀ ਹੋਊਗੀ। ਤੇ ਜਦ ਤੱਕ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਬਹੁਤ ਧੰਨਵਾਦ ਤੁਹਾਡਾ ਵੀ, ਸੁਣਨ ਵਾਲਿਆਂ ਦਾ ਵੀ। ਸੋ ਮੇਰੇ ਪਿਆਰੇ ਵੀਰੋ, ਇਹ ਸੀਗੇ ਬਠਿੰਡੇ ਤੋਂ ਮਹਾਨ ਪੰਜਾਬੀ ਇੰਡਸਟਰੀ ਦੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਬਾਈ ਜੀ।